नित उठ ध्याए है संत अंत लेंगे मुक्त फल पावेंगे भगवंत पावेंगे भगवंत। दीनन की प्रतिपाल करे नित संत उबार गनी मन गारे पशु पशु नग नाग नराद पसर बस में सबको प्रतिपार पोखत है जल में थल में पर में कर जोनी कर्म विचारे दीन दयाल दयानंद दोखन देखत है पर देत नहार है बेनती मेरी है बेनती संगते गुरां दिए कह दो वाहे गुरु। खड़े हाँ सवाली हाथ जोड़ के जी खड़े हाँ सवाली हाथ जोड़ के दाता तेरे चरणा च आन बंदगी दी दात झोली पा दे ओ रखे ओ निमाणियां दा मान बंदगी दी दात झोली पा दे ओ रखे ओ निमाणियां दा मान। सवाली हाथ जोड़ के खड़े हो सवाली हाथ जोड़ के दाता तेरे चरणा च आन बंदगी दी दात झोली पा दे ओ रखे ओ निमाणियां दा मान बंदगी दी दात झोली पा दे ओ रखे ओ निमाणियां दा मान। जन्म मनुखा दिता दातिया करी किवें धन्नवाद जी अपने तो दूर सानू करीना हर वेले हो फरियाद जी। जन्म मनुखा दिता दातिया करी किवें धन्नवाद जी अपने तो दूर सानू करीना हर वेले हो फरियाद जी। बेनती कबूलो सच्चे पातशाह बेनती कबूलो सच्चे पातशाह दिला दिया जाने जानी जान बंदगी दी दात झोली पा दे ओ रखे ओ निमाणियां दा मान बंदगी दी दात झोली पा दे ओ रखे ओ निमाणियां दा मान। वैरी ते बगाना कोई दिसे ना जी दोवें वेले हो हाथ जोड़िए तेरे भाणे विच सच्चे पातशाह भला सरबत वाला लोड़िए। वैरी ते बगाना कोई दिसे ना जी दोवें वेले हो हाथ जोड़िए तेरे भाणे विच सच्चे पातशाह भला सरबत वाला लोड़िए। चढ़दी कला दे विच रखना चढ़दी कला दे विच रखना तेरा ही भरोसा तेरा तान बंदगी दी दात झोली पा दे ओ रखे ओ निमाणियां दा मान बंदगी दी दात झोली पा दे ओ रखे ओ निमाणियां दा मान। शरण पियां दी लाज रखनी सर्ब कला समरथ जी नूरपुरी बेनती गुजारदा रखो साडे सिरे उत्ते हथ जी। शरण पियां दी लाज रखनी सर्ब कला समरथ जी नूरपुरी बेनती गुजारदा रखो साडे सिरे उत्ते हथ जी। तकिया को तेरा आसरा तकिया को तेरा आसरा देखिया मैं सारा जग शान बंदगी दी दात झोली पा दे ओ रखे ओ निमाणियां दा मान बंदगी दी दात झोली पा दे ओ रखे ओ निमाणियां दा मान जी रखे ओ निमाणियां दा मान जी रखे ओ निमाणियां दा मान।
हम अवगुण भरे एक गुण नाही, अमृत छाड़ बिखै बिख खाही। माया मोह परम पै भूले, सुध दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास पाठ कीरत की गुर रामदास, राखो सरनाई। राखो सरनाई। ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਪਿਤਾ ਇਸ ਦੇ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜ਼ਰੀ ਸਰਹੰਦ ਦੇ ਵਿੱਚ ਗੁਜ਼ਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤ ਸਨ ਦਿੱਤੇ ਪ੍ਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮੈਨੂੰ ਸ਼ਹਿਨਸ਼ਾਹ ਨਾ ਤੁਸੀਂ ਕਹੋ ਸਿੰਘੋ, ਕਿਸ਼ਤਾਂ ਨਾਲ ਤੇ ਕਰਜ਼ਾ ਉਤਾਰਿਆ ਮੈਂ। ਸਤਿਗੁਰੂ ਦਾ ਤਾਰ ਪਿਤਾ, ਦੀਨ ਦੁਨੀ ਦੇ ਪਾਤਸ਼ਾਹ, ਖੰਡਾ ਬ੍ਰਹਮੰਡਾ ਦੇ ਸਤਿਗੁਰੂ ਮੇਰੇ ਦਾਤੇ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ। ਤਿੰਨਾਂ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਔਰ ਮਾਤਾ ਗੁਜਰੀ ਜੀ, ਸਮੂਹ ਸ਼ਹੀਦ ਸਿੰਘ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੇਵਲ ਤੇ ਕੇਵਲ ਗੁਰੂ ਦੇ ਪ੍ਰੇਮ ਦੀ ਖਾਤਰ ਕੁਰਬਾਨ ਕੀਤੀਆਂ, ਉਹਨਾਂ ਨੂੰ ਯਾਦ ਕਰਨ ਦੇ ਵਾਸਤੇ ਸਾਧ ਸੰਗਤ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਮਿਲ ਕਰਕੇ ਬੈਠੇ ਹਾਂ। ਆਓ ਜਿਤਨੇ ਕੁ ਸਰੀਰ ਸਾਹਿਬ ਦੇ ਚਰਨਾਂ ਦੇ ਵਿੱਚ ਜੁੜ ਮਿਲ ਕਰਕੇ ਬੈਠੇ ਹਾਂ ਨਾ, ਜਿਤਨਾ ਕੁ ਸਮਾਂ ਇਤਿਹਾਸ ਦੀ ਸੇਵਾ ਮੈਂ ਆਪ ਸੰਗਤ ਦੇ ਚਰਨਾਂ ਦੇ ਵਿੱਚ ਕਰਨੀ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਤਨ ਦੇ ਤੌਰ ਤੇ ਅਸੀਂ ਮਹਾਰਾਜ ਦੇ ਚਰਨਾਂ ਤੇ ਜੁੜ ਮਿਲ ਕਰਕੇ ਬੈਠੇ ਹਾਂ ਔਰ ਮਨ ਦੇ ਤੌਰ ਤੇ ਵੀ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਹੈ। ਫਿਰ ਅਸੀਂ ਗੁਰੂ ਦੇ ਸਨਮੁਖ ਹੁੰਦੇ ਆ। ਮਹਾਰਾਜ ਕਹਿੰਦੇ ਨੇ ਨਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੀ। ਜੇ ਮਨ ਕਰਕੇ ਹਾਜ਼ਰ ਆ, ਜੇ ਜੀ ਕਰਕੇ ਹਾਜ਼ਰ ਆ ਨਾ, ਤੇ ਹਾਜ਼ਰੀ ਸਾਡੀ ਫਿਰ ਪ੍ਰਮਾਣ ਹੁੰਦੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਰਸਨਾ ਨੂੰ ਪਵਿੱਤਰ ਕਰੀਏ। ਦੋਵੇਂ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਾਤਾਰ ਪਿਤਾ ਕਲਗੀਧਰ ਮਹਾਰਾਜ ਜੀ ਦੀ ਕਹਾਣੀ ਨੂੰ ਸਾਧ ਸੰਗਤ ਜਦੋਂ ਆਖਣਾ ਹੋਵੇ, ਜਦੋਂ ਇਤਿਹਾਸ ਨੂੰ ਕਹਿਣਾ ਹੋਵੇ ਨਾ, ਕਈ ਵਾਰੀ ਸ਼ਬਦ ਨਹੀਂ ਲੱਭਦੇ ਕਿ ਮਹਾਰਾਜ ਦੀ ਤਾਰੀਫ ਨੂੰ ਕਿਵੇਂ ਬਿਆਨ ਕਰੀਏ। ਸਤਿਗੁਰੂ ਮਹਾਰਾਜ ਦੇ ਉਸ ਲਾਸਾਨੀ ਇਤਿਹਾਸ ਨੂੰ ਕਿੱਥੋਂ ਸ਼ੁਰੂ ਕਰੀਏ, ਕਿਉਂਕਿ ਸਾਧ ਸੰਗਤ ਦੁਨੀਆ ਦੇ ਵਿੱਚ ਹੋਰ ਬੜੇ ਇਨਸਾਨ ਹੁੰਦੇ ਨੇ ਜਿਹੜੇ ਕਿਸੇ ਦੀ ਖਾਤਰ ਜਦੋਂ ਕੁਝ ਨਾ ਕੁਝ ਕਰਦੇ ਨੇ ਨਾ, ਉਹਦੇ ਇੱਕ ਪਰਉਪਕਾਰ ਕੀਤੇ ਹੋਏ ਤੋਂ ਸ਼ੁਰੂ ਕੀਤਾ ਜਾ ਸਕਦਾ, ਉਹਦਾ ਇੱਕ ਪਰਉਪਕਾਰ ਗਿਣਾਇਆ ਜਾ ਸਕਦਾ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਅਸਮਾਨ ਦੇ ਵਿੱਚ ਜਿੰਨੇ ਤਾਰੇ ਨੇ ਨਾ, ਉਹਨਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜਿਨ੍ਹਾਂ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਰਿਆ, ਉਹਨਾਂ ਦੀ ਗਿਣਤੀ ਕਰਨੀ ਔਖੀ ਹੈ। ਸਤਿਗੁਰੂ ਮਹਾਰਾਜ ਨੇ ਜਿਨ੍ਹਾਂ ਨੂੰ ਤਾਰਿਆ ਨਾ, ਜਿਨ੍ਹਾਂ ਤੇ ਬਖਸ਼ਿਸ਼ਾਂ ਕੀਤੀਆਂ, ਸਾਧ ਸੰਗਤ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਮੇਰੇ ਸਤਿਗੁਰੂ ਦਾ ਤਾਰ ਪਿਤਾ ਕਲਗੀਧਰ ਮਹਾਰਾਜ, ਸ਼ਾਇਰ ਕਹਿੰਦਾ, ਜਿਹਦੀਆਂ ਚਿੜੀਆਂ ਬਾਜਾਂ ਤੇ ਹੋਣ ਭਾਰੂ, ਉਹਦੇ ਸਿੰਘਾਂ ਦੀ ਕੈਸੀ ਸ਼ਾਨ ਹੋਸੀ। 1.25 ਲੱਖ ਨਾਲ ਇੱਕ ਲੜਾਏ, ਜਿਹੜਾ ਕਲਗੀਧਰ ਖੁਦ ਕਿੰਨਾ ਬਲਵਾਨ ਹੋਸੀ। ਜਿਹੜੇ ਸਤਿਗੁਰੂ ਮਹਾਰਾਜ ਦੀ ਰਹਿਮਤ ਨਾਲ, ਜਿਹੜੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 1.25 ਲੱਖ ਦੇ ਅੱਗੇ ਇੱਕ ਸਿੰਘ ਖੜ ਜਾਂਦਾ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਇੱਕ ਆਮ ਜਿਹਾ ਇਨਸਾਨ ਸਾਧ ਸੰਗਤ ਹਾਥੀ ਦੇ ਨਾਲ ਲੜ ਜਾਂਦਾ ਹੈ। ਉਹ ਕਲਗੀਧਰ ਮਹਾਰਾਜ ਖੁਦ ਕਿੰਨਾ ਬਲਵਾਨ ਹੋਏਗਾ। ਸਤਿਗੁਰੂ ਦਾ ਤਾਰ ਪਿਤਾ ਨੇ ਸਾਧ ਸੰਗਤ ਜੋ ਕੁਰਬਾਨੀ ਕੀਤੀ, ਜੋ ਸਾਡੀ ਖਾਤਰ ਕੀਤਾ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਅਸੀਂ ਨਾ ਮੋਹਰ ਲਾ ਦਿੰਦੇ ਹਾਂ ਇਸ ਗੱਲ ਦੇ ਉੱਤੇ ਕਿ ਕਲਗੀਧਰ ਮਹਾਰਾਜ ਨੇ ਜੇ ਕੁਰਬਾਨੀ ਕੀਤੀ ਹੈ ਤੇ ਕੇਵਲ ਸਿੱਖਾਂ ਦੀ ਖਾਤਰ ਕੀਤੀ ਹੈ, ਸਿੱਖਾਂ ਦੀ ਖਾਤਰ ਨਹੀਂ। ਗੁਰਮੁਖੋ, ਮੇਰੇ ਸਤਿਗੁਰੂ ਮਹਾਰਾਜ ਨੇ ਜੋ ਕੁਰਬਾਨੀ ਕੀਤੀ ਨਾ, ਲੁਕਾਈ ਦੀ ਖਾਤਰ ਕੀਤੀ ਹੈ, ਦੁਨੀਆ ਦੀ ਖਾਤਰ ਕੀਤੀ ਹੈ। ਇਸ ਧਰਤੀ ਦੇ ਉੱਤੇ ਜਿਹੜੇ ਲੋਕ ਚੈਨ ਨਾਲ ਜੀ ਨਹੀਂ ਸੀ ਸਕਦੇ, ਜਿਹੜੇ ਲੋਕ ਆਪਣੀ ਆਵਾਜ਼ ਬੁਲੰਦ ਨਹੀਂ ਸੀ ਕਰ ਸਕਦੇ, ਮੇਰੇ ਸਤਿਗੁਰੂ ਮਹਾਰਾਜ ਨੇ ਉਹਨਾਂ ਉੱਤੇ ਕਿਰਪਾ ਕੀਤੀ। ਜਿਹੜੇ ਕਹਿੰਦੇ ਸੀ ਨਾ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨੇ ਪਕੜੀ, ਚਿੜੀ ਉਡੇ ਤੋਂ ਮੈਂ ਡਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉ। ਜਿਹੜੇ ਕਹਿੰਦੇ ਸੀ ਹੱਥ 'ਚ ਨੰਗੀ ਕਰਦ ਫੜ ਕੇ ਨਹੀਂ ਵੇਖੀ, ਮੇਰੇ ਸਤਿਗੁਰੂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਬਖਸ਼ਿਸ਼ ਕੀਤੇ, ਰਹਿਮਤ ਕੀਤੀ ਤੇ 1.25 ਲੱਖ ਦੇ ਨਾਲ ਲੜਨ ਜੋਗੇ ਬਣਾ ਦਿੱਤਾ। ਤੇ ਕਲਗੀਧਰ ਮਹਾਰਾਜ ਨੇ ਸਾਧ ਸੰਗਤ, ਮੈਂ ਆਪਣੇ ਇਤਿਹਾਸ ਦੀ ਆਰੰਭਤਾ ਕਰਨ ਲੱਗਾ। ਸਤਿਗੁਰੂ ਦਾਤਾਰ ਪਿਤਾ ਨੇ ਗੁਰੂ ਪਿਆਰ ਵਾਲੇ ਜਦੋਂ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਨਾ, ਤੇ ਮਹਾਰਾਜ ਨੇ ਆਪ ਅੰਮ੍ਰਿਤ ਦੀ ਮੰਗ ਕੀਤੀ ਹੈ। 5 ਪਿਆਰੇ ਸਾਹਿਬਾਨ ਨੂੰ ਇਹ ਗੱਲ ਆਖੀ, ਕਹਿੰਦੇ ਭਾਈ ਹੁਣ ਤੁਸੀਂ ਸਿੰਘ ਸੱਜ ਗਏ, ਮਹਾਰਾਜ ਕਹਿੰਦੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਤੇ 5 ਪਿਆਰੇ ਸਾਹਿਬਾਨ ਨੇ ਆਖਿਆ, ਕਹਿੰਦੇ ਮਹਾਰਾਜ ਇਦਾਂ ਨਹੀਂ,
ਅਸੀਂ ਇਹਦੀ ਕੀਮਤ ਅਦਾ ਕੀਤੀ ਹੈ। ਅਸੀਂ ਇਹਦੇ ਵਾਸਤੇ ਆਪਣੇ ਸਿਰ ਤੁਹਾਡੇ ਚਰਨਾਂ ਦੇ ਵਿੱਚ ਧਰੇ ਨੇ। ਅਸੀਂ ਇਸ ਅੰਮ੍ਰਿਤ ਦੀ ਕੀਮਤ ਆਪਣੇ ਸਿਰ ਦੇ ਕੇ ਅਦਾ ਕੀਤੀ ਹੈ। ਮਹਾਰਾਜ ਤੁਸੀਂ ਦੱਸੋ ਤੁਸੀਂ ਸਾਨੂੰ ਕੀ ਦਿਓਗੇ? ਸਿੱਖਾਂ ਨੇ ਜਦੋਂ ਗੁਰੂ ਦੇ ਕੋਲੋਂ ਕੁਝ ਮੰਗਿਆ ਹੈ ਨਾ, ਤੇ ਸਾਹਿਬ ਨੇ ਆਖਿਆ, ਕਹਿੰਦੇ ਭਾਈ ਤੁਸੀਂ ਮੇਰਾ ਸੀਸ ਲੈ ਲਵੋ। ਕਹਿੰਦੇ ਮਹਾਰਾਜ ਇਦਾਂ ਨਹੀਂ, ਸਿੱਖ ਵੀ ਇੱਕ ਸੀਸ ਦੇਵੇ ਤੇ ਗੁਰੂ ਵੀ ਇੱਕ ਸੀਸ ਦੇਵੇ। ਸਤਿਗੁਰੂ ਜੀ ਸਾਨੂੰ ਤੁਹਾਡੇ ਕੋਲੋਂ ਕੁਝ ਵੱਧ ਚਾਹੀਦਾ। ਜਦੋਂ ਆਹ ਗੱਲ ਆਖੀ ਨਾ, ਤੇ ਸਾਹਿਬ ਨੇ ਵਚਨ ਕੀਤਾ, ਕਹਿੰਦੇ ਖਾਲਸਾ ਜੀ ਤੁਹਾਡੇ ਨਾਲ ਵਾਅਦਾ ਕਰਦਾ, ਇੱਕ ਸੀਸ ਦਿੱਲੀ ਚਾਂਦਨੀ ਚੌਕ ਦੇ ਵਿੱਚ ਦੇ ਆਇਆ, ਤੇ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ, ਇਸ ਲੋਕਾਈ ਦੀ ਖਾਤਰ, ਇਸ ਖਾਲਸੇ ਦੀ ਖਾਤਰ ਮਹਾਰਾਜ ਕਹਿੰਦੇ ਸਾਰਾ ਸਰਬੰਸ ਵਾਰ ਦਿਆਂਗਾ। ਤੇ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਸਾਧ ਸੰਗਤ ਮਹਾਰਾਜ ਦਾ ਇਤਿਹਾਸ ਪੜ੍ਹੀਏ ਨਾ, ਕਦੇ ਵੀ ਸਾਹਿਬ ਨੇ ਸ਼ਿਕਵਾ ਨਹੀਂ ਕੀਤਾ। ਸਤਿਗੁਰੂ ਦਾਤਾਰ ਪਿਤਾ ਨੇ ਜਿਹੜਾ ਆਪਣੇ ਸਿੱਖ ਨਾਲ ਵਾਅਦਾ ਕੀਤਾ ਨਾ, ਉਹ ਵਾਅਦੇ ਨੂੰ ਵੀ ਪੂਰਾ ਕੀਤਾ। ਤੇ ਜ਼ਿੰਦਗੀ 'ਚ ਸਾਡੀ ਜ਼ਿੰਦਗੀ ਜੇ ਵੇਖੀਏ ਨਾ, ਸ਼ਿਕਵੇ ਬੜੇ ਹੁੰਦੇ ਨੇ, ਬੜੇ ਗਿਲੇ ਕਰਦੇ ਹਾਂ ਜੀ। ਪਰ ਮਹਾਰਾਜ ਦੀ ਜ਼ਿੰਦਗੀ ਨੂੰ ਪੜ੍ਹੀਏ, ਜਿਨ੍ਹਾਂ ਨੂੰ ਸਮਰਪਿਤ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਜੁੜਮਿਲ ਕਰਕੇ ਬੈਠੇ ਆ ਨਾ, ਮੇਰੇ ਸਤਿਗੁਰੂ ਮਹਾਰਾਜ ਨੇ ਜ਼ਿੰਦਗੀ ਦੇ ਵਿੱਚ ਕੇਵਲ ਤੇ ਕੇਵਲ ਇੱਕ ਸ਼ਿਕਵਾ ਕੀਤਾ, ਇੱਕੋ ਸ਼ਿਕਵਾ। ਉਹ ਕਿਹੜਾ? ਸਤਿਗੁਰੂ ਮਹਾਰਾਜ ਸਾਧ ਸੰਗਤ ਜਦੋਂ ਚਮਕੌਰ ਦੀ ਜੰਗ ਦੇ ਵਿੱਚ ਨੇ ਨਾ, ਮੈਂ ਇਤਿਹਾਸ ਥੋੜਾ ਜਿਹਾ ਦੱਸ ਦੇਵਾਂ। ਜਿਹੜਾ ਇਤਿਹਾਸ ਦਾ ਪੰਨਾ ਮੈਂ ਤੁਹਾਡੀ ਖਿਦਮਤ ਵਿੱਚ ਕਹਿਣ ਜਾ ਰਿਹਾ ਨਾ, ਦਾਵਾ ਨਹੀਂ ਇਸ ਗੱਲ ਦਾ ਵੀ ਉਹ ਇਤਿਹਾਸ ਤੁਸੀਂ ਕਦੇ ਸੁਣਿਆ ਨਹੀਂ ਹੋਏਗਾ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਬੜਾ ਘੱਟ ਸਰਵਣ ਕੀਤਾ ਹੋਏਗਾ, ਕਿਉਂਕਿ ਉਹ ਇਤਿਹਾਸ ਦਾ ਪੰਨਾ ਸਾਡੀਆਂ ਅੱਖਾਂ ਦੇ ਕਈ ਵਾਰੀ ਓਲੇ ਰਹਿ ਗਏ ਆ। ਸਤਿਗੁਰੂ ਦਾਤਾਰ ਪਿਤਾ ਨੇ ਸਾਧ ਸੰਗਤ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ। ਮਹਾਰਾਜ ਸਰਸਾ ਨਦੀ ਦੇ ਉੱਤੇ ਆਏ ਨੇ, ਪਰਿਵਾਰ ਖੇਰੂ ਖੇਰੂ ਹੋਇਆ। ਸਰਸਾ ਨਦੀ ਦੇ ਕੰਢੇ ਜਿਹੜੇ ਦੁਸ਼ਮਣਾਂ ਦੇ ਖਾਧੀਆਂ ਹੋਈਆਂ ਕਸਮਾਂ ਨੂੰ ਝੂਠੀਆਂ ਪਾਇਆ ਨਾ, ਤੇ ਸਤਿਗੁਰੂ ਜੀ ਦੇ ਉੱਤੇ ਹਮਲਾ ਕੀਤਾ। ਸਰਸਾ ਨਦੀ ਦੇ ਉੱਤੇ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਪਾਸੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਗੰਗੂ ਉਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ, ਤੇ ਦੂਜੇ ਪਾਸੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਉਹਨਾਂ ਨੂੰ ਦਿੱਲੀ ਦੇ ਵੱਲ ਨੂੰ ਲੈ ਆਏ। ਤੇ ਗੁਰੂ ਪਿਆਰ ਵਾਲਿਓ, ਤੀਜੇ ਨੰਬਰ ਦੇ ਉੱਤੇ ਕਲਗੀਧਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, 2 ਵੱਡੇ ਲਖਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ। ਸਾਧ ਸੰਗਤ ਨਾਲ ਮੇਰੇ ਸਤਿਗੁਰੂ ਮਹਾਰਾਜ ਦੇ ਕੁਝ ਕੁ ਜਿਹੜੇ ਸਿੱਖ ਨੇ ਨਾ, ਇਸ ਸਰਸਾ ਤੋਂ ਪਾਰ ਚਮਕੌਰ ਦੇ ਵੱਲੋਂ ਤੁਰੇ ਨੇ। ਰਸਤੇ ਦੇ ਵਿੱਚ ਝੜਪ ਹੋਈ ਹੈ ਰੋਪੜ ਦੀ ਧਰਤੀ ਦੇ ਉੱਤੇ, ਔਰ ਆਖਰਕਾਰ ਮੇਰੇ ਸਤਿਗੁਰੂ ਮਹਾਰਾਜ ਇਸ ਚਮਕੌਰ ਦੀ ਧਰਤੀ ਦੇ ਉੱਤੇ ਪਹੁੰਚੇ। ਤੇ ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਜੰਗ ਦੇ ਵਿੱਚ ਨਾ, ਸਾਧ ਸੰਗਤ ਇੱਕ ਸ਼ਿਕਵਾ ਕੀਤਾ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ, ਜਿਹਦਾ ਜ਼ਿਕਰ ਮਹਾਰਾਜ ਕਰਦੇ ਨੇ ਜਫਰਨਾਮੇ ਦੇ ਵਿੱਚ। ਜਦੋਂ ਆਪ ਜੀ ਜਫਰਨਾਮਾ ਪੜੋਗੇ ਨਾ, ਸਤਿਗੁਰੂ ਮਹਾਰਾਜ ਨੂੰ ਫੜਨ ਵਾਸਤੇ ਕੋਈ ਆਮ ਜਰਨੈਲ ਨਹੀਂ ਆਇਆ। ਮੈਂ ਬੇਨਤੀ ਪਹਿਲਾਂ ਕਰ ਦੇਵਾਂ, ਜਿਹੜਾ ਫੜਨ ਵਾਸਤੇ ਮਹਾਰਾਜ ਨੂੰ ਆਏ ਨਾ, ਕੋਈ ਆਮ ਜਰਨੈਲ ਨਹੀਂ ਸੀ। ਉਹਨਾਂ ਦਾ ਬੜਾ ਨਾਮਣਾ ਸੀ, ਲੋਕ ਉਹਨਾਂ ਨੂੰ ਜਾਣਦੇ ਸੀ ਵੀ ਨਾਰ ਖਾਨ ਕੌਣ ਹੈ, ਗਣੀ ਖਾਨ ਕੌਣ ਹੈ। ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਉਹਨਾਂ ਦਾ ਨਾਮ, ਇੰਨੇ ਕੁ ਉਹ ਜਰਨੈਲ ਜਿਹੜੇ ਤਕੜੇ ਸੀ, ਜਿਨ੍ਹਾਂ ਦਾ ਨਾਮ ਮਹਾਰਾਜ ਨੇ ਜਫਰਨਾਮੇ ਦੇ ਵਿੱਚ ਲਿਖਿਆ। ਤੇ ਸਾਧ ਸੰਗਤ ਨਾਰ ਖਾਨ ਆਇਆ, ਪੌੜੀ ਲਾ ਕੇ ਚੜਨ ਲੱਗਾ, ਸਤਿਗੁਰੂ ਮਹਾਰਾਜ ਨੇ ਇੱਕ ਤੀਰ ਬਖਸ਼ਿਆ, ਧਰਤੀ ਦੇ ਉੱਤੇ ਡਿੱਗ ਪਿਆ। ਤੇ ਜਿਹੜਾ ਸ਼ਿਕਵਾ ਕੀਤਾ, ਮੈਂ ਉਹਦੀ ਬੇਨਤੀ ਕਰਾਂ। ਮਹਾਰਾਜ ਕਹਿੰਦੇ ਇੱਕ ਸ਼ਿਕਵਾ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੈ। ਉਹ ਔਰੰਗਜ਼ੇਬ ਨੂੰ ਜਫਰਨਾਮੇ ਦੇ ਵਿੱਚ ਕਹਿੰਦੇ ਨੇ, ਕਹਿੰਦੇ ਔਰੰਗਜ਼ੇਬ ਤੇਰਾ ਇੱਕ ਜਰਨੈਲ ਕਿ ਆ ਖਾਜਾ ਮਰਦੂਦ ਸਾਈਆਂ ਦੇ ਵਾਰ। ਇਹਦਾ ਅਸਲ ਦੇ ਵਿੱਚ ਨਾਂ ਸੀ ਖਵਾਜਾ ਮਹਿਮੂਦ, ਪਰ ਮਹਾਰਾਜ ਨੇ ਇਹਨੂੰ ਖਵਾਜਾ ਮਰਦੂਦ ਲਿਖਿਆ। ਜਿਹੜਾ ਮਰਦਾਂ ਵਰਗਾ ਨਾ ਹੋਵੇ, ਕਾਇਰ ਹੋਵੇ, ਉਹਨੂੰ ਮਰਦੂਦ ਆਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਵੀ ਇਹ ਮਰਦੂਦ, ਖਵਾਜਾ ਮਰਦੂਦ ਜਿਹੜਾ ਸਾਹਮਣੇ ਆਇਆ, ਤੇ ਉਹ ਸਾਹਮਣੇ ਆਉਣ ਤੋਂ ਪਹਿਲਾਂ ਹੀ ਕੰਧ ਦੇ ਓਲੇ, ਦੀਵਾਰ ਦੇ ਓਲੇ ਲੁਕ ਗਿਆ। ਤੇ ਸਤਿਗੁਰੂ ਮਹਾਰਾਜ ਨੇ ਇੱਕ ਸ਼ਿਕਵਾ ਕੀਤਾ ਜੀ, ਕਹਿੰਦੇ ਦਰੇਗਾ। ਦਰੇਗਾ ਅਸਲ ਵਿੱਚ ਅਰਥ ਸਾਧ ਸੰਗਤ ਫਾਰਸੀ ਦੇ ਵਿੱਚ ਇਹ ਸ਼ਬਦ ਹੈ ਦਰੇਗਾ, ਤੇ ਇਹਦਾ ਅਰਥ ਹੁੰਦਾ ਕਾਸ਼। ਮਹਾਰਾਜ ਕਹਿੰਦੇ ਦਰੇਗਾ ਅਗਰ ਰੂਏ ਉਹ ਦੀਨ ਮੇ ਬਾਯਕ ਤੀਰ ਲਾਚਾਰ ਬਖਸ਼ੀ ਦੂ। ਹੁਣ ਮੈਂ ਬੇਨਤੀ ਕਰਾਂ, ਸਾਡੇ ਸਾਹਮਣੇ ਕਿਤੇ ਕੋਈ ਸਿੱਖ ਹੀ ਆ ਜਾਵੇ ਨਾ, ਅਸੀਂ ਗੱਲ ਕਰਦਿਆਂ ਜੀ, ਜੇ ਸਾਡੀ ਕੋਈ ਦਲੀਲ ਕੰਮ ਨਾ ਆਵੇ, ਅਸੀਂ ਗਾਲਾਂ ਦੇ ਉੱਪਰ ਉਤਰ ਆਉਂਦੇ ਆ। ਅਸੀਂ ਗਾਲਾਂ ਦੇ ਉੱਤੇ ਉਤਰ ਆਉਂਦੇ ਆ। ਪਰ ਯਾਦ ਰੱਖਿਓ ਸਿੱਖੋ, ਆਪਣੇ ਗੁਰੂ ਦੀ ਭਾਸ਼ਾ ਦਾ ਮਿਆਰ ਵੇਖਿਆ ਜੀ, ਸਤਿਗੁਰੂ ਮਹਾਰਾਜ ਦੀ ਭਾਸ਼ਾ ਦਾ ਮਿਆਰ ਵੇਖਿਆ ਜੇ। ਮਹਾਰਾਜ ਨੇ ਇਹ ਆਖਿਆ ਦਰੇਗਾ ਅਗਰ ਰੂਏ ਉਹ ਦੀਦ ਮੇ ਬਾਯਕ ਤੀਰ ਲਾਚਾਰ ਬਖਸ਼ੀਦ ਮੇ। ਇਹ ਨਹੀਂ ਆਖਿਆ ਕਿ ਔਰੰਗਜ਼ੇਬ ਤੇਰਾ ਜਰਨੈਲ ਜਿਹੜਾ ਦੀਵਾਰ ਦੇ ਓਲੇ ਲੁਗੇ ਆ, ਉਹ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਉਹਨੂੰ ਮਾਰ ਦੇਣਾ ਸੀ। ਇਹ ਗੱਲ ਨਹੀਂ ਆਖੀ। ਸਤਿਗੁਰੂ ਕਹਿੰਦੇ ਔਰੰਗਜ਼ੇਬ ਤੇਰਾ ਜਰਨੈਲ ਮੇਰੇ ਸਾਹਮਣੇ ਨਹੀਂ ਆਇਆ, ਜੇ ਆ ਜਾਂਦਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਇਹ ਭਾਸ਼ਾ ਦਾ ਮਿਆਰ ਵੇਖਿਆ ਜੀ, ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ।
ਪਰ ਸਾਧ ਸੰਗਤ ਤੋਂ ਮਰਦਾਂ ਦੇ ਵਾਂਗ ਨਹੀਂ ਲੜਿਆ। ਮਹਾਰਾਜ ਕਹਿੰਦੇ ਜਿਹੜਾ ਸੂਰਮਿਆਂ ਦੇ ਵਾਂਗ ਸਾਹਮਣੇ ਨਹੀਂ ਆਇਆ ਤੇ ਮੇਰੀ ਜ਼ਮੀਰ ਕੰਮ ਨਹੀਂ ਕੀਤੀ ਵੀ ਉਹਦੇ ਉੱਤੇ ਵਾਰ ਕੀਤਾ ਜਾਵੇ। ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਉਹਦੇ ਉੱਤੇ ਵਾਰ ਕੀਤਾ ਜਾਵੇ। ਜਿਹੜਾ ਮਰਦਾਂ ਦੇ ਵਾਂਗੂ ਸੂਰਮਿਆਂ ਦੇ ਵਾਂਗੂ ਰਣਤ ਤੇ ਮੈਦਾਨ ਵਿੱਚ ਲੜਨ ਦੇ ਵਾਸਤੇ ਨਹੀਂ ਆਇਆ। ਖੈਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਗੁਰਮੁਖੋ ਬਹੁਤ ਔਖਾ ਹੁੰਦਾ ਹੈ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਦੇ ਵੱਲ ਨੂੰ ਤੋਰਨਾ। ਬਾਹਰ ਕਿਤੇ ਕੋਈ ਲੜਾਈ ਹੁੰਦੀ ਹੋਵੇ ਨਾ, ਪੁੱਤ ਆਪਣੇ ਪੁੱਤਰ ਨੂੰ, ਪਿਤਾ ਆਪਣੇ ਪੁੱਤਰ ਨੂੰ ਆਖਦਾ ਪੁੱਤਰ ਘਰ ਦੇ ਵਿੱਚ ਬੈਠਦਾ, ਬਾਹਰ ਨਹੀਂ ਜਾਣਾ। ਫਿਕਰ ਹੁੰਦੀ ਹੈ ਨਾ ਵੀ ਮੇਰੇ ਪੁੱਤਰ ਦੇ ਕਿਤੇ ਸੱਟ ਨਾ ਲੱਗ ਜਾਵੇ, ਮੇਰਾ ਪੁੱਤਰ ਕਿਤੇ ਉਹ ਲੜਾਈ ਦੇ ਵਿੱਚ ਜਾ ਕੇ ਜ਼ਖਮੀ ਨਾ ਹੋ ਜਾਵੇ। ਇਸ ਗੱਲ ਦਾ ਫਿਕਰ ਪਿਤਾ ਨੂੰ ਹੁੰਦਾ, ਮਾਤਾ ਨੂੰ ਹੁੰਦਾ, ਆਪਣੇ ਪੁੱਤਰ ਨੂੰ ਬਾਹਰ ਨਹੀਂ ਭੇਜਦੇ। ਧੰਨ ਹੈ ਮੇਰੇ ਕਲਗੀਆਂ ਵਾਲੇ ਮਹਾਰਾਜ ਦਾ ਜਿਗਰਾ, ਆਪਣੇ ਪੁੱਤਰ ਨੂੰ ਥਾਪੜਾ ਦਿੱਤਾ। ਇਹ ਗੱਲ ਆਖੀ, ਕਹਿੰਦੇ ਲੈ ਜਾਓ ਸਿਦਾਰੋ ਤੁਮੇ ਅੱਲਾ ਕੋ ਸੌਂਪਾ। ਅੱਲਾ ਯਾਰ ਖਾਂ ਜੋਗੀ ਦੇ ਬੋਲ ਨੇ, ਭਾਵੇਂ ਸਾਧ ਸੰਗਤ ਮੁਸਲਮਾਨ ਹੈ ਪਰ ਉਹਦੇ ਦਿਲ ਦੇ ਵਿੱਚ ਪ੍ਰੇਮ ਹੈ, ਭਾਵਨਾ ਹੈ। ਤੇ ਸਾਧ ਸੰਗਤ ਮਹਾਰਾਜ ਨੇ ਆਖਿਆ ਲੈ ਜਾਓ ਸਿਦਾਰੋ ਤੁਮੇ ਅੱਲਾ ਕੋ ਸੌਂਪਾ, ਮਰੋ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾरो ਤੁਮੇ ਅੱਲਾ को सौंपा, रब को न बिसारो तुम्हें अल्लाह को सौंपा, अल्लाह इस जंग की हिम्मत तुम्हें बख्शे, प्यासे हो जात जाम शहादत तुझे बख्शे। जा पुत्र। ਮਹਾਰਾਜ ਨੇ ਜਦੋਂ ਥਾਪੜਾ ਦੇ ਕੇ ਤੋਰਿਆ ਨਾ, ਇੱਕ ਗੱਲ ਆਖੀ, ਪੁੱਤਰ ਜਦੋਂ ਸ਼ਹੀਦ ਹੋਇਆ ਨਾ ਤੇ ਮੇਰੇ ਵੱਲੀ ਇੱਕ ਵਾਰੀ ਅੱਖ ਭਵਾ ਕੇ ਵੇਖ ਲਵੀਂ। ਬਾਬਾ ਅਜੀਤ ਸਿੰਘ ਸਾਹਿਬ ਨੇ ਆਖਿਆ ਪਿਤਾ ਜੀ ਕੀ ਗੱਲ, ਪੁੱਤਰ ਦਾ ਮੂੰਹ ਜਾਗ ਪਿਆ। ਮਹਾਰਾਜ ਕਹਿੰਦੇ ਨਹੀਂ ਪੁੱਤਰਾ, ਮੈਂ ਵੇਖਣਾ ਚਾਹੁੰਦਾ ਜਿਹੜੇ ਅਜੀਤ ਸਿੰਘ ਦੀ ਛਾਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਿਣ ਕੇ ਦੇਖਦਾ ਹੁੰਦਾ ਸੀ ਨਾ, ਕਿ ਅੱਜ ਮੇਰੀ ਅਜੀਤ ਸਿੰਘ ਦੀ ਛਾਤੀ ਇੰਨੀ ਚੌੜੀ ਹੋ ਗਈ। ਮਹਾਰਾਜ ਕਹਿੰਦੇ ਮੈਂ ਵੇਖਣਾ ਚਾਹੁੰਦਾ ਮੇਰੇ ਅਜੀਤ ਸਿੰਘ ਦੀ ਛਾਤੀ ਦੇ ਵਿੱਚ ਤੀਰ ਕਿੰਨੇ ਖੁੱਭੇ ਹੋਏ ਨੇ। ਇਹੋ ਜਿਹਾ ਗੁਰੂ ਨਹੀਂ ਮਿਲਦਾ। ਜਿਹੜੇ ਗੁਰੂ ਨੇ ਇਹ ਗੱਲ ਆਖੀ ਹੋਵੇ ਨਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਇਹ ਗੁਰੂ ਸਾਧ ਸੰਗਤ ਕਿਤੋਂ ਨਹੀਂ ਮਿਲਣਾ, ਭਾਵੇਂ ਦੁਨੀਆ ਦੇ ਵਿੱਚ ਕਿਤੇ ਮਰਜ਼ੀ ਤੁਰੇ ਫਿਰੀਏ। ਮੈਂ ਦੁਨੀਆ ਦੀ ਗੱਲ ਕਰ ਰਿਹਾ, ਕਿਸੇ ਕੰਟਰੀ ਜਾਂ ਸ਼ਹਿਰ ਦੀ ਨਹੀਂ। ਦੁਨੀਆ ਦੇ ਵਿੱਚ ਇਹੋ ਜਿਹਾ ਗੁਰੂ ਨਹੀਂ ਮਿਲੇਗਾ। ਤੇ ਸਤਿਗੁਰੂ ਮਹਾਰਾਜ ਨੇ 2 ਪੁੱਤਰ ਕੁਰਬਾਨ ਕੀਤੇ। ਔਰ ਉਸ ਤੋਂ ਵੀ ਵੱਡੀ ਗੱਲ, ਜਦੋਂ ਮਹਾਰਾਜ ਨੇ 2 ਪੁੱਤਰ ਜੰਗ ਦੇ ਮੈਦਾਨ ਵਿੱਚ ਕੁਰਬਾਨ ਕੀਤੇ ਤੇ ਪੁੱਤਰਾਂ ਤੋਂ ਪਿਆਰੇ ਸਿੱਖ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ, 5 ਪਿਆਰੇ ਸਹਿਬਾਨ ਨੇ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਆਖਿਆ 5 ਪਿਆਰੇ ਗੁਰੂ ਦਾ ਰੂਪ ਨੇ, ਮਹਾਰਾਜ ਜੀ ਅਸੀਂ ਤੁਹਾਨੂੰ ਕਹਿੰਦੇ ਆ ਇਸ ਕਿਲੇ ਨੂੰ ਛੱਡ ਕੇ ਚਲੇ ਜਾਓ। ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਸਿੰਘਾਂ ਦੇ ਹੁਕਮ ਨੂੰ ਮੰਨਿਆ। 5 ਪਿਆਰੇ ਸਹਿਬਾਨ ਦੀ ਉਸ ਬੇਨਤੀ ਨੂੰ ਕਬੂਲ ਕੇ ਨਾਲ ਮੇਰੇ ਸਤਿਗੁਰੂ ਮਹਾਰਾਜ ਜਦੋਂ ਇੱਥੋਂ ਤੁਰਨ ਲੱਗੇ, ਇਸ ਤੋਂ ਵੀ ਵੱਡੀ ਗੱਲ ਕਲਗੀਧਰ ਮਹਾਰਾਜ ਨੇ ਚਰਨਾਂ ਦੇ ਵਿੱਚ ਜੋੜਾ ਉਤਾਰ ਦਿੱਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ 3 ਸਿੱਖ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਚੋਂ ਨਿਕਲੇ ਨੇ। ਤੇ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਚੋਰਾਂ ਦੇ ਵਾਂਗੂ ਕਿਲਾ ਨਹੀਂ ਛੱਡਿਆ, ਗੜੀ ਨੂੰ ਨਹੀਂ ਛੱਡਿਆ। ਤਾੜੀ ਮਾਰ ਕੇ ਗੱਲ ਆਖੀ, ਸਿੱਖਾਂ ਦਾ ਗੁਰੂ ਜਾ ਰਿਹਾ, ਕੋਈ ਰੋਕ ਸਕੇ ਤਾਂ ਰੋਕ ਲਵੇ। ਤੇ ਸਾਧ ਸੰਗਤ ਕਿਸੇ ਦੀ ਹਿੰਮਤ ਨਹੀਂ ਪਈ ਕਲਗੀਧਰ ਮਹਾਰਾਜ ਨੂੰ ਰੋਕੇ, ਰਣਤ ਤੇ ਮੈਦਾਨ 'ਚ ਜੋੜਾ ਉਤਾਰਿਆ। ਭਾਈ ਦਇਆ ਸਿੰਘ ਨੇ ਸਵਾਲ ਕੀਤਾ, ਕਹਿੰਦੇ ਸਤਿਗੁਰੂ ਰਸਤਾ ਕੰਡਿਆਲਾ ਏ, ਰੋੜਾਂ ਵਾਲਾ ਏ, ਮਹਾਰਾਜ ਚਰਨਾਂ ਦੇ ਵਿੱਚ ਜੋੜਾ ਕਿਉਂ ਉਤਾਰ ਦਿੱਤਾ? ਸਾਹਿਬ ਕਹਿਣ ਲੱਗੇ ਦਇਆ ਸਿੰਘਾ, ਰਣਤ ਤੇ ਮੈਦਾਨ ਦੇ ਵਿੱਚ ਮੇਰੇ ਉਹ ਸਿੱਖ ਸ਼ਹੀਦ ਹੋਏ ਨੇ ਜਿਹੜੇ ਮੇਰੇ ਇੱਕ ਇੱਕ ਬੋਲ ਤੇ ਜਾਨਾਂ ਕੁਰਬਾਨ ਕਰ ਗਏ। ਕਹਿੰਦੇ ਜੇ ਮੈਂ ਰਣਤ ਤੇ ਮੈਦਾਨ ਦੇ ਵਿੱਚ ਚਲਿਆ ਗਿਆ ਨਾ, ਮੇਰੇ ਜਿਹੜੇ ਚਰਨਾਂ ਦੇ ਵਿੱਚ ਜਿਹੜਾ ਜੋੜਾ ਹੈ ਨਾ, ਮਹਾਰਾਜ ਕਹਿੰਦੇ ਇਹ ਜੋੜਾ ਮੇਰੇ ਸਿੱਖਾਂ ਦੇ ਕੇਸਾਂ ਨੂੰ ਲੱਗੇਗਾ। ਮੈਂ ਨਹੀਂ ਚਾਹੁੰਦਾ ਮੇਰੇ ਸਿੱਖਾਂ ਦੇ ਪਿਆਰੇ ਕੇਸਾਂ ਨੂੰ ਮੇਰਾ ਇਹ ਜੋੜਾ ਲੱਗ ਜਾਵੇ। ਇੰਨਾ ਪਿਆਰ ਹੈ ਮੇਰੇ ਸਤਿਗੁਰੂ ਮਹਾਰਾਜ ਦਾ ਕੇਸਾਂ ਦੇ ਨਾਲ। ਤੇ ਜੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਖਵਾਉਂਦੇ ਆ ਨਾ, ਤੇ ਅੰਦਰ ਝਾਤੀ ਮਾਰੀਏ ਵੀ ਸਾਡਾ ਕੇਸਾਂ ਦੇ ਨਾਲ ਕਿੰਨਾ ਕੁ ਪਿਆਰ ਹੈ। ਇਤਿਹਾਸ ਦੀ ਗੱਲ ਮੇਰੀ ਨਾ ਹੋ ਜਾਵੇ, ਇੱਕ ਛੋਟੀ ਜੀ ਗੱਲ ਕਹਿਣ ਲੱਗਾ। ਜਦੋਂ ਭੰਗਾਣੀ ਦੀ ਜੰਗ ਹੋਈ ਨਾ, ਤੇ ਉਹਦੇ ਵਿੱਚ ਆਪਣੇ ਕਈ ਸੌ ਮਰੀਦ ਤੇ 2 ਪੁੱਤਰ, ਇੱਕ ਭਰਾ ਸ਼ਹੀਦ ਕਰਵਾਉਣ ਵਾਲਾ ਇੱਕ ਮੁਸਲਮਾਨ ਫਕੀਰ ਸੀ ਜਿਹਦਾ ਨਾਮ ਸੀ ਸੈਯਦ ਪੀਰ ਬੁੱਧੂ ਸ਼ਾਹ। ਜੰਗ ਤੋਂ ਬਾਅਦ ਜਦੋਂ ਮਹਾਰਾਜ ਦੇ ਚਰਨਾਂ 'ਚ ਆਇਆ ਨਾ, ਸਤਿਗੁਰੂ ਜੀ ਆਪਣੇ ਕੰਘਾਂ ਦੇ ਵਿੱਚ ਕੇਸਾ ਕਰਦੇ, ਆਪਣੇ ਕੇਸਾਂ ਦੇ ਵਿੱਚ ਨਾ ਕੰਘਾ ਕਰਦੇ ਨੇ। ਤੇ ਸਾਧ ਸੰਗਤ ਮਹਾਰਾਜ ਨੇ ਉਹਨੂੰ ਆਖਿਆ, ਕਹਿੰਦੇ ਭਾਈ ਗੁਰੂ ਨਾਨਕ ਤੇਰੇ ਉੱਪਰ ਤੁੱਠਿਆ, ਮੰਗ ਕੀ ਮੰਗਦਾ? ਜਦੋਂ ਇਹ ਗੱਲ ਆਖੀ ਨਾ, ਦੋਵੇਂ ਹੱਥ ਜੋੜ ਕੇ ਆਖਦਾ, ਕਹਿੰਦੇ ਸਤਿਗੁਰੂ ਬਹੁਤਾ ਕੁਝ ਨਹੀਂ ਚਾਹੀਦਾ, ਬੜੀ ਵੱਡੀ ਸੁਗਾਤ ਮੰਗਣ ਲੱਗਾ। ਮਹਾਰਾਜ ਕਹਿਣ ਲੱਗੇ ਦੱਸ? ਕਹਿੰਦੇ ਸਤਿਗੁਰੂ ਜੀ ਜਿਹੜੇ ਆ ਕੰਘੇ ਦੇ ਵਿੱਚ ਕੇਸ ਨੇ ਨਾ, ਇਹ ਕੇਸ ਮੈਨੂੰ ਬਖਸ਼ਿਸ਼ ਕਰ ਦਿਓ। ਕੇਸਾਂ ਦੀ ਮਹਾਨਤਾ ਵੇਖਿਓ, ਇਹ ਕੇਸ ਮੈਨੂੰ ਬਖਸ਼ਿਸ਼ ਕਰਦੇ ਹੋ। ਮਹਾਰਾਜ ਨੇ ਸਾਧ ਸੰਗਤ ਸਮੇਤ ਕੰਘਾ ਕੇਸ ਬਖਸ਼ਿਸ਼ ਕਰ ਦਿੱਤੇ, ਝੋਲੀ ਦੇ ਵਿੱਚ ਪਾ ਦਿੱਤੇ। ਉਹ ਗੁਰੂ ਦਾ ਪਿਆਰਾ ਜਿਹਨੇ ਆਪਣੇ ਪਰਿਵਾਰ ਦੇ ਸਾਧ ਸੰਗਤ 3 ਜੀ ਸ਼ਹੀਦ ਕਰਵਾ ਕੇ, ਕਈ ਸੌ ਮਰੀਦ ਸ਼ਹੀਦ ਕਰਵਾ ਕੇ ਤੇ ਕੇਵਲ ਗੁਰੂ ਦੇ ਕੇਸ ਹਾਸਲ ਕੀਤੇ। ਉਹਨੂੰ ਪੁੱਛਿਓ ਕੇਸਾਂ ਦੀ ਮਹੱਤਤਾ ਦੇ ਬਾਰੇ। ਸਤਿਗੁਰੂ ਮਹਾਰਾਜ ਸਾਧ ਸੰਗਤ ਰਣਤ ਤੇ ਮੈਦਾਨ ਦੇ ਵਿੱਚ ਦੀ ਤੁਰੇ ਜਾਂਦੇ।
ਜਿੱਥੇ ਬਾਬਾ ਅਜੀਤ ਸਿੰਘ ਸਾਹਿਬ ਦੇ ਸਾਧ ਸੰਗਤ ਲੋਥ ਪਈ ਹੈ ਮਹਾਰਾਜ ਉੱਥੇ ਨਹੀਂ ਖੜੇ। ਜਿੱਥੇ ਬਾਬਾ ਜੁਝਾਰ ਸਿੰਘ ਸਾਹਿਬ ਦੀ ਲੋਥ ਪਈ ਹੈ ਉੱਥੇ ਨਹੀਂ ਖੜੇ, ਅੱਗੇ ਲੰਘ ਗਏ। ਭਾਈ ਦਇਆ ਸਿੰਘ ਤੋਂ ਅੱਗੇ ਨਹੀਂ ਲੰਘਿਆ ਗਿਆ। ਭਾਈ ਦਇਆ ਸਿੰਘ ਤੋਂ ਅੱਗੇ ਨਹੀਂ ਲੰਘਿਆ ਗਿਆ ਕਿਉਂਕਿ ਉਹਨਾਂ ਨੇ ਤੱਕਿਆ ਸੀ ਕਲਗੀਧਰ ਮਹਾਰਾਜ ਆਪਣੇ ਪੁੱਤਰਾਂ ਨੂੰ ਕਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਿਡਾਉਂਦੇ ਹੁੰਦੇ ਸੀ, ਕਿਵੇਂ ਪਿਆਰਦੇ ਹੁੰਦੇ ਸੀ। ਉਹਨੂੰ ਇਸ ਗੱਲ ਨਹੀਂ ਭੁੱਲੀ। ਉਹ ਸਤਿਗੁਰੂ ਮਹਾਰਾਜ ਨੂੰ ਵੇਖਦਾ ਹੈ ਕਿ ਮਹਾਰਾਜ ਕਿੰਨੇ ਨਿਰਮੋਹੇ ਹੋ ਗਏ, ਆਪਣੇ ਪੁੱਤਰਾਂ ਦੇ ਕੋਲ ਦੀ ਲੰਘ ਗਏ, ਆਪਣੇ ਪੁੱਤਰਾਂ ਦੇ ਕੋਲ ਦੀ ਲੰਘ ਗਏ। ਤੇ ਭਾਈ ਦਇਆ ਸਿੰਘ ਜਿਹੜੇ ਨੇ ਨਾ ਧਰਤੀ ਦੇ ਉੱਤੇ ਬੈਠ ਗਏ। ਉਹਨਾਂ ਨੇ ਬਾਬਾ ਅਜੀਤ ਸਿੰਘ ਸਾਹਿਬ ਦਾ ਪਾਵਨ ਸੀਸ ਆਪਣੀ ਗੋਦ ਦੇ ਅੰਦਰ ਰੱਖਿਆ ਜੀ। ਉਹ ਸੀਸ ਨੂੰ ਸਾਫ਼ ਕਰਦੇ ਨੇ। ਮਹਾਰਾਜ ਨੇ ਵੇਖਿਆ ਵੀ ਦਇਆ ਸਿੰਘ ਆਇਆ ਨਹੀਂ। ਸਤਿਗੁਰਾਂ ਨੇ ਪਿੱਛੇ ਭੌਂ ਕੇ ਵੇਖਿਆ। ਮਹਾਰਾਜ ਨੇ ਆਵਾਜ਼ ਮਾਰੀ, ਕਹਿੰਦੇ ਦਇਆ ਸਿੰਘਾ ਜਾਣਾ ਨਹੀਂ। ਭਾਈ ਦਇਆ ਸਿੰਘ ਕਹਿਣ ਲੱਗਾ ਸਤਿਗੁਰੂ ਮੈਨੂੰ ਨਹੀਂ ਪਤਾ ਤੇਰੇ ਸੀਨੇ ਦੇ ਵਿੱਚ ਕਿੱਦਾਂ ਦਾ ਦਿਲ ਹੈ, ਮੈਨੂੰ ਨਹੀਂ ਪਤਾ ਤੇਰੇ ਸੀਨੇ ਦੇ ਵਿੱਚ ਕਿੱਦਾਂ ਦਾ ਦਿਲ ਹੈ। ਸਤਿਗੁਰੂ ਜੀ ਪੋਹ ਦੀ ਰਾਤ ਰਣਤ ਤੇ ਮੈਦਾਨ ਦੇ ਵਿੱਚ ਜੂਝਦਿਆਂ ਹੋਇਆਂ ਲੜ ਕੇ ਸ਼ਹਾਦਤ ਦਾ ਜਾਮ ਪੀਤਾ ਤੇਰੇ ਪੁੱਤਰਾਂ ਨੇ। ਸਤਿਗੁਰੂ ਮਹਾਰਾਜ ਜੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਆ ਮੇਰੇ ਵੀਰ ਰਣਤ ਤੇ ਮੈਦਾਨ ਦੇ ਵਿੱਚ ਪਏ ਨੇ, ਤੁਸੀਂ ਤਾਂ ਇਹਨਾਂ ਦੇ ਵੱਲ ਵੇਖਿਆ ਤੱਕ ਨਹੀਂ। ਦਾਤਾ ਕਿੱਡਾ ਨਿਰਮੋਹਾ ਹੋ ਗਿਆ। ਜਵਾਨ ਪੁੱਤ ਦੀ ਲਾਸ਼ ਪਈ ਹੋਵੇ ਨਾ ਤੇ ਪਿਤਾ ਦਾ ਮਰਨ ਹੋ ਜਾਂਦਾ ਹੈ। ਦੁਨਿਆਵੀ ਗੱਲ ਆਖ ਰਹੇ ਆ, ਪਿਤਾ ਦਾ ਮਰਨ ਹੋ ਜਾਂਦਾ ਹੈ। ਸਤਿਗੁਰੂ ਦਾਤਾਰ ਪਿਤਾ ਆਪਣੇ ਪੁੱਤਰ ਦੇ ਕੋਲ ਦੀ ਲੰਘ ਕੇ ਕਹਿੰਦੇ ਸਤਿਗੁਰੂ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਦਾਤਾ, ਪਰ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਮੈਂ ਚਾਹੁੰਦਾ ਮੈਂ ਆਪਣੇ ਵੀਰਾਂ ਦੀ ਲਾਸ਼ ਦੇ ਉੱਤੇ ਕਫਨ ਪਾ ਦਿਆਂ। ਸਤਿਗੁਰੂ ਮਹਾਰਾਜ ਨੇ ਇਹ ਗੱਲ ਆਖੀ। ਮਹਾਰਾਜ ਕਹਿਣ ਲੱਗੇ ਦਇਆ ਸਿੰਘਾ ਲੈਣਾ ਕੀ ਤੂੰ ਦਇਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਸਤਿਗੁਰੂ ਮਹਾਰਾਜ ਕਹਿੰਦੇ ਦਇਆ ਸਿੰਘਾ ਤੂੰ ਮੇਰੇ ਪੁੱਤਾਂ ਨੂੰ ਪਿਆਰ ਕਰਕੇ ਕੀ ਕਰਨਾ। ਰਣਤ ਤੇ ਮੈਦਾਨ ਦੇ ਵਿੱਚ ਜ਼ਰਾ ਨਿਗਾਹ ਤੇ ਮਾਰ, ਆ ਦੇਖ ਲੈ ਮੈਦਾਨ ਵਿੱਚ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾਂ ਵਾਰ ਕੇ। ਇਸ ਖਾਲਸੇ ਨੂੰ ਛੱਡ ਜਿਹਨੇ ਇੱਕ ਇੱਕ ਬੋਲ ਦੇ ਉੱਤੇ ਜਾਨਾਂ ਕੁਰਬਾਨ ਕੀਤੀਆਂ। ਦਇਆ ਸਿੰਘਾ ਇਸ ਖਾਲਸੇ ਨੂੰ ਛੱਡ ਮੈਂ ਪਿਆਰ ਪੁੱਤਾਂ ਦਾ ਜਤਾ ਦਿਆਂ। ਦਇਆ ਸਿੰਘਾ ਸਿੱਖੀ 'ਚ ਵਖੇਵਾ ਕਿੱਦਾਂ ਪਾ ਦਿਆਂ, ਸਿੱਖੀ ਦੇ ਵਿੱਚ ਵਖੇਵਾ ਕਿੱਦਾਂ ਪਾਵਾ। ਕਲਗੀਧਰ ਮਹਾਰਾਜ ਨੂੰ ਜਦੋਂ ਭਾਈ ਦਇਆ ਸਿੰਘ ਨੇ ਆਖਿਆ ਨਾ ਮਹਾਰਾਜ ਮੈਂ ਇਹਨਾਂ ਵੀਰਾਂ ਦੀ ਲਾਸ਼ ਦੇ ਉੱਤੇ ਕਫਨ ਪਾਉਣਾ ਚਾਹੁੰਦਾ, ਤੇ ਮੇਰੇ ਕਲਗੀਧਰ ਮਹਾਰਾਜ ਨੇ ਮੁਖਾਰ ਬਿੰਦ ਦੇ ਵਿੱਚ ਜਿਹੜੇ ਬੋਲ ਫਰਮਾਏ ਨਾ ਕਵਿਤਾ ਦੇ ਵਿੱਚ ਤਰਜਮਾਨੀ ਕਰਦੀ ਹੋਈ ਕਵਿਤਾ ਜੋੜੀ ਬਿਆਨ ਕਰ ਰਹੀ ਹੈ। ਆਓ ਸਰਵਣ ਕਰੀਏ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਰੱਬ ਨਾਲ ਗੱਲਾਂ ਕਰ ਲੈਣ ਦੇ ਦੀ ਨੀਂਦ 'ਚ ਵਿਗਣ ਕਿਤੇ ਪਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਆ ਦੁਨੀਆ ਦੇ ਮਾਲਕਾ ਤੋਂ ਦੇਖ ਲੈ ਲਾਸ਼ ਤੇਰੇ ਪੁੱਤਰ ਦੀ ਪਈ ਏ, ਲਾਸ਼ ਤੇਰੇ ਪੁੱਤਰ ਦੀ ਪਈ ਏ। ਰੂਹ ਤਾਂ ਡਾਰੀ ਮਾਰੇ ਉੱਡਗੀ, ਉਹ ਤਾਂ ਤੁਰ ਵਤਨਾਂ ਨੂੰ ਗਈਏ, ਉਹ ਤਾਂ ਤੁਰ ਵਤਨਾਂ ਨੂੰ ਗਈਏ। ਆ ਦੁਨੀਆ ਦੇ ਮਾਲਕਾ ਤੋਂ ਦੇਖ ਲੈ ਲਾਸ਼ ਤੇਰੇ ਪੁੱਤਰ ਦੀ ਪਈ ਏ, ਲਾਸ਼ ਤੇਰੇ ਪੁੱਤਰ ਦੀ ਪਈ ਏ। ਰੂਹ ਤਾਂ ਡਾਰੀ ਮਾਰੇ ਉੱਡਗੀ, ਉਹ ਤਾਂ ਤੁਰ ਵਤਨਾਂ ਨੂੰ ਗਈਏ, ਉਹ ਤਾਂ ਤੁਰ ਵਤਨਾਂ ਨੂੰ ਗਈਏ। ਚੜ੍ਹਦੀ ਜਵਾਨੀ ਪੁੱਤ ਮਰ ਜਾਏ, ਚੜ੍ਹਦੀ ਜਵਾਨੀ ਪੁੱਤ ਮਰ ਜਾਏ। ਮਾਪਿਆਂ ਦੀ ਸੁਣੀ ਜਾਂਦੀ ਧਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਰਣ ਚਮਕੌਰ ਵਿੱਚ ਵੇਖ ਲੈ ਕੋਈ ਵੀ ਰਿਆਣਾ ਸਿੰਘ ਘੱਟ ਹੈ, ਕੋਈ ਵੀ ਰਿਆਣਾ ਸਿੰਘ ਘੱਟ ਹੈ। ਅਜੀਤ ਤੇ ਜੁਝਾਰ ਨਾਲੋਂ ਦੱਸ ਦੇ
ਕਿਹੜਾ ਦਿਆ ਸਿੰਘਾ ਘੱਟ ਹੈ, ਇੱਥੇ ਕਿਹੜਾ ਦਿਆ ਸਿੰਘਾ ਘੱਟ ਹੈ। ਜਿਗਰ ਦਾ ਖੂਨ ਯੋਧ ਡੋਲਦੇ, ਮੌਤ ਅੱਗੇ ਕਰਦੇ ਮਨਾਹੀ ਨਾ, ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਉਸ ਕਰਤਾਰ ਦੇ ਸਪੂਤ ਜੋ ਜਾਣ ਪਿੱਛੇ ਜਿੰਦੜੀ ਨਾ ਲੋੜਦੇ, ਜਾਣ ਪਿੱਛੇ ਜਿੰਦੜੀ ਨਾ ਲੋੜਦੇ। ਤੂੰ ਇਹਦਾ ਹੀ ਤੁਮਾਲਾ ਇਹਦੇ ਮੁਖ ਤੇ, ਦਇਆ ਸਿੰਘਾ ਪਿਆਰ ਨਾਲ ਮੋੜ ਦੇ, ਦਇਆ ਸਿੰਘਾ ਪਿਆਰ ਨਾਲ ਮੋੜ ਦੇ। ਛੇਤੀ ਕਰ ਇੱਥੋਂ ਤੁਰ ਚੱਲੀਏ ਦੀ ਲਾਸ਼ ਉੱਤੇ ਅਥਰੂ ਵਹਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਕੀਤਾ ਜਿਹੜਾ ਕੋਲ ਤੇ ਕਰਾਰ ਮੈਂ, ਕਰ ਅਰਦਾਸ ਪੂਰਾ ਹੋ ਗਿਆ, ਕਰ ਅਰਦਾਸ ਪੂਰਾ ਹੋ ਗਿਆ। ਸਾਰਾ ਹੀ ਕਰਜ ਸਿਰੋਂ ਤਾਰ ਕੇ, ਅੱਜ ਮੈਂ ਸੁਰਖਰੂ ਹੋ ਗਿਆ, ਅੱਜ ਮੈਂ ਸੁਰਖਰੂ ਹੋ ਗਿਆ। ਮੇਰ ਦੀ ਨਿਗਾਹ ਦੇ ਨਾਲ ਤਰਗਾ, ਮੇਰ ਦੀ ਨਿਗਾਹ ਦੇ ਨਾਲ ਤਰਗਾ। ਰਸੀਆ ਤੂੰ ਤਾਂ ਤੈਨੂੰ ਭੁਲਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਰੱਬ ਨਾਲ ਗੱਲਾਂ ਕਰ ਲੈਣ ਦੇ ਦੀ, ਨੀਂਦ ਚ ਵਿਗਣ ਕਿਤੇ ਪਾਈ ਨਾ। ਦਇਆ ਸਿੰਘਾ ਦੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ, ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ। ਹੋ ਕਲਗੀਧਰ ਦਸ਼ਮੇਸ਼ ਪਿਤਾ ਚਮਕੌਰ ਦੇ ਮੈਦਾਨਾਂ ਦੇ ਅੰਦਰ ਭਾਈ ਦਇਆ ਸਿੰਘ ਨੂੰ ਇਹ ਗੱਲ ਆਖਦੇ ਨੇ, ਕਹਿੰਦੇ ਦਇਆ ਸਿੰਘਾ, ਅਜੀਤ ਸਿੰਘ ਦੀ ਲਾਸ਼ ਦੇ ਉੱਤੇ ਕਫਨ ਨਾ ਪਾਈ। ਜੇ ਕਫਨ ਪਾਉਣਾ ਹੈ ਨਾ ਤੇ ਜਿੰਨੇ ਮੇਰੇ ਪਿਆਰ ਵਾਲੇ ਪੁੱਤਰ ਨੇ, ਜਿੰਨੇ ਮੇਰੇ ਪਿਆਰ ਦੇ ਖਾਤਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਰਣਤ ਤੇ ਮੈਦਾਨ 'ਚ ਕੁਰਬਾਨ ਕੀਤੀਆਂ ਨਾ, ਸਾਰਿਆਂ ਦੀ ਲਾਸ਼ ਦੇ ਉੱਤੇ ਕਫਨ ਪਾ ਦੇ, ਜੇ ਕਫਨ ਪਾਉਣਾ ਚਾਹੁੰਦਾ ਹੈ। ਸਤਿਗੁਰੂ ਦਾਤਾਰ ਪਿਤਾ ਨੇ ਆਪਣੇ ਪੁੱਤਰਾਂ ਦੀ ਲਾਸ਼ਾਂ ਦੇ ਉੱਤੇ ਕਫਨ ਨਹੀਂ ਪਾਇਆ। ਇਹ ਗੱਲ ਆਖੀ, ਕਹਿੰਦੇ ਦਇਆ ਸਿੰਘਾ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ। ਜਿਹੜੀ ਮੌਤ ਮੇਰੇ ਅਜੀਤ ਸਿੰਘ ਨੂੰ ਆਈ ਨਾ, ਜੁਝਾਰ ਸਿੰਘ ਨੂੰ ਆਈ, ਅਨੇਕਾਂ ਸਿੰਘਾਂ ਨੂੰ ਆਈ ਹੈ। ਮਹਾਰਾਜ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਮੈਨੂੰ ਖਾਲਸੇ ਦਾ ਹੁਕਮ ਹੋਇਆ। ਮਹਾਰਾਜ ਕਹਿੰਦੇ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਇਹ ਵੀ ਕਹਿਣਗੇ ਲੋਕ ਲੱਖ ਵਾਰ ਮੈਨੂੰ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਦਇਆ ਸਿੰਘਾ, ਜਰ ਜਾਵਾਂਗਾ। ਕੋਈ ਲੱਖ ਵਾਰੀ ਭਾਵੇਂ ਮੈਨੂੰ ਜੰਗ ਦਾ ਚੋਰ ਸਮਝੇ। ਕੋਈ ਕਹੇਗਾ ਨਾ ਕਿ ਗੁਰੂ ਗੋਬਿੰਦ ਸਿੰਘ ਰਣਤ ਤੇ ਮੈਦਾਨ ਦਾ ਚੋਰ ਹੈ, ਰਣਤ ਦਾ ਮੈਦਾਨ ਛੱਡ ਕੇ ਆ ਗਿਆ, ਜਰ ਜਾਵਾਂਗਾ। ਕੋਈ ਲੱਖ ਵਾਰੀ ਭਾਵੇਂ ਮੈਨੂੰ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਇਹ ਨਹੀਂ ਸੁਣਿਆ ਜਾਣਾ। ਤੇ ਸਾਧ ਸੰਗਤ, ਕਲਗੀਧਰ ਮਹਾਰਾਜ ਨੇ ਆਪਣੇ ਪੁੱਤਰਾਂ ਦੀ ਲਾਸ਼ ਦੇ ਉੱਤੇ ਕਫਨ ਤੱਕ ਨਹੀਂ ਪਾਇਆ। ਮੇਰੇ ਕਲਗੀ ਵਾਲੇ ਮਹਾਰਾਜ ਇਸ ਚਮਕੌਰ ਦੇ ਮੈਦਾਨਾਂ ਦੇ ਵਿੱਚੋਂ ਸੁਰਖਰੂ ਹੋ ਕੇ ਚੱਲੇ ਨੇ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਇਦਾਂ ਮੰਜ਼ਲ ਮੁਕਾਮ ਦਾ ਦੇਖਿਆ ਨਾ। ਹੰਸਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ
ਦੇ ਪਾਮਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮਦਾ ਦੇਖਿਆ ਨਾ ਪਿਤਾ ਕੋਈ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵਦਾ ਦੇਖਿਆ ਨਾ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ। ਕਲਗੀਧਰ ਮਹਾਰਾਜ ਸਾਧ ਸੰਗਤ ਚਮਕੌਰ ਦੇ ਮੈਦਾਨਾਂ ਦੇ ਵਿੱਚ ਸੁਰਖਰੂ ਹੋ ਕੇ ਗਏ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਮੇਰੇ ਸਤਿਗੁਰੂ ਮਹਾਰਾਜ ਨੇ ਰਾਤ ਗੁਜ਼ਾਰੀ ਹੈ। ਜਿਹੜਾ ਗੁਰੂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਧ ਸੰਗਤ ਮੇਰੇ ਸਤਿਗੁਰੂ ਦਾਤਾਰ ਪਿਤਾ ਜਿਨ੍ਹਾਂ ਨੇ ਸਾਧ ਸੰਗਤ ਉਸ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸੁੱਖਾਂ ਭਰੀ ਜ਼ਿੰਦਗੀ ਨੂੰ ਬਤੀਤ ਕਰਿਆ ਤੇ ਮੇਰੇ ਸਤਿਗੁਰੂ ਦਾਤਾਰ ਪਿਤਾ ਅੱਜ ਉਸ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੇ ਛੇ ਦੇ ਉੱਤੇ ਵੀ ਮਹਾਰਾਜ ਆਨੰਦ ਦਾ ਜੀਵਨ ਬਤੀਤ ਕਰਦੇ ਨੇ। ਇੱਕ ਗੱਲ ਯਾਦ ਰੱਖਿਓ, ਅਸੀਂ ਵੈਰਾਗ ਦੇ ਵਿੱਚ ਜ਼ਰੂਰ ਆਉਂਦੇ ਹਾਂ ਮਹਾਰਾਜ ਦੇ ਇਤਿਹਾਸ ਨੂੰ ਸੁਣ ਕੇ, ਪਰ ਸਾਧ ਸੰਗਤ ਜ਼ਿਹਨ ਦੇ ਵਿੱਚ ਨਾ ਇੱਕ ਜ਼ਰੂਰ ਗੱਲ ਰੱਖਿਆ ਕਰੋ ਕਿ ਕਲਗੀਧਰ ਮਹਾਰਾਜ ਆਨੰਦ ਦੀ ਅਵਸਥਾ ਨੂੰ ਸਾਧ ਸੰਗਤ ਜੇ ਅਸੀਂ ਜਾਣਦੇ ਆ ਨਾ, ਆਨੰਦ ਦੇ ਵਿੱਚ ਬੰਦੇ ਦੀ ਜੀਵਨ ਦੇ ਵਿੱਚ ਖੁਸ਼ੀ ਤੇ ਦੁੱਖ ਦੋਨਾਂ ਦਾ ਕੋਈ ਵੀ ਮੋਟਿਵ ਨਹੀਂ ਹੁੰਦਾ। ਬੰਦੇ ਦੀ ਜ਼ਿੰਦਗੀ 'ਚ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਜੇ ਬੰਦਾ ਆਨੰਦ ਦੇ ਵਿੱਚ ਹੈ ਨਾ, ਉਹ ਦੁੱਖ ਦੇ ਵਿੱਚ ਨਿਰਾਸ਼ਾ ਦੇ ਵਿੱਚ ਨਹੀਂ ਜਾਏਗਾ ਤੇ ਸੁੱਖ ਦੇ ਵਿੱਚ ਪੈਰਾਂ ਨੂੰ ਨਹੀਂ ਛੱਡੇਗਾ। ਤੇ ਕਲਗੀਧਰ ਮਹਾਰਾਜ ਨੇ ਸਾਧ ਸੰਗਤ ਆਮ ਕਰਕੇ ਨਾ ਅਸੀਂ ਇੱਕ ਗੱਲ ਆਖਦੇ ਹਾਂ ਵੀ ਜਿਹੜਾ ਬੰਦਾ ਆਪਦੇ ਦੁੱਖ ਨੂੰ ਬਿਆਨ ਨਾ ਕਰੇ, ਜਦੋਂ ਉਹ ਬੰਦਾ ਕਿਤੇ ਇਕੱਲਿਆਂ ਬੈਠਾ ਹੋਵੇ, ਉਹ ਬੰਦੇ ਦੇ ਕੋਲੇ ਜਾ ਕੇ ਤੇ ਫਿਰ ਦੁੱਖ ਫਰੋਲੀਏ ਨਾ, ਉਦੋਂ ਹੁੰਦਾ ਵੀ ਹੋ ਸਕਦਾ ਹੁਣ ਸਾਰੇ ਦੁੱਖ ਨੂੰ ਕੱਢ ਕੇ ਬਾਹਰ ਰੱਖ ਦੇਵੇ। ਤੇ ਕਲਗੀਧਰ ਮਹਾਰਾਜ ਜਦੋਂ ਨੰਦੇੜ ਦੀ ਧਰਤੀ ਦੇ ਉੱਤੇ ਆਏ ਨਾ ਜੀ, ਬਹਾਦਰ ਸ਼ਾਹ ਰਾਜੇ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਹੁਣ ਮਹਾਰਾਜ ਇਕੱਲਿਆਂ ਬੈਠੇ ਨੇ ਤੇ ਮੈਂ ਜਾ ਕੇ ਜੇ ਸਤਿਗੁਰੂ ਮਹਾਰਾਜ ਨੂੰ ਪੁੱਛਾਂ ਬਈ ਸਾਰੀ ਜ਼ਿੰਦਗੀ ਕਿਵੇਂ ਬੀਤੀ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਰਿਵਾਰ ਖੇਰੂ ਖੇਰੂ ਹੋ ਗਿਆ, ਸਿੰਘ ਇਹਨੇ ਸ਼ਹਾਦਤ ਦਾ ਜਾਮ ਪੀ ਗਏ, ਜੇ ਹੁਣ ਜਾ ਕੇ ਪੁੱਛਿਆ ਤੇ ਸਤਿਗੁਰੂ ਮਹਾਰਾਜ ਜ਼ਰੂਰ ਸਾਰੀ ਗੱਲ ਨੂੰ ਬਿਆਨ ਕਰਨਗੇ। ਮਨ ਦੇ ਵਿੱਚ ਇਹ ਗੱਲ ਸੋਚ ਕੇ ਨਾ ਬਹਾਦਰ ਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਗਏ ਜੀ ਤੇ ਮਹਾਰਾਜ ਨੂੰ ਆ ਕੇ ਨਾ ਇੱਕ ਸਵਾਲ ਕਰਦਾ, ਕਹਿੰਦੇ ਸਤਿਗੁਰੂ ਮਹਾਰਾਜ ਆਪ ਕੀ ਕੈਸੀ ਬੀਤੀ, ਸਤਿਗੁਰੂ ਜੀ ਤੁਹਾਡੀ ਕਿਵੇਂ ਬੀਤੀ, महाराज आपकी कैसी बीती। सतगुरां ने जवाब दिता, कहंदे बहादुर शाह मैं बुलंदी से गुजरा जदों अंतां दा सुख बंदे दे कोले होवे, मैं पस्ती से गुजरा जदों अंतां दा दुख बंदे दी जिंदगी दे विच होवे। महाराज कहंदे बहादुर शाह मैं बुलंदी से गुजरा, मैं पस्ती से गुजरा, जहां से भी गुजरा बड़ी मस्ती से गुजरा। मैं जिथों भी लंघिया ना आनंद दे विच लंघिया, भावें मेरे पुत्र सी, मेरे पुत्र अकाल पुरख वाहिगुरू ने अमानत दित्ती सी, मैं तां ओहदी अमानत ओहनूं अदा कीती है। सतगुरु दातार पिता बिखड़े पेंडियां नूं कढदे होए साध संगत रायकोट दी धरती दे उत्ते पंजाब दे विच शहर है रायकोट, रायकोट दे जंगलां दे विच महाराज आण के विराजमान होए। इत्थे साध संगत जिहड़ा रियासत दा मालक सी ना, उहदा नाम सी राय कल्ला, ते राय कल्ले नूं जदों उहदे जिहड़ा मੱਝਾਂ चारण वाला सी ना, उहनूं माही शब्द वरतिया जांदा सी। नूरा उहदा नाम सी, इतिहास ने नाम नूरा माही लिखिया। नूरे माही ने जाके ते उस वेले राय कल्ले नूं एक गल आखी है, कहंदा राय साहब आओ जंगल दे विच मैं तुहानूं अल्लाह दे दर्शन करवाउंदा, मैं तुहानूं अल्लाह दिखाउणा। राय कल्ला सोची पै गया, कहंदा नूरा, वो आखण लगा, कहंदा नूरिया मैनूं लगदा तेरा दिमाग टिकाणे ते उत्ते नहीं, अल्लाह इदां थोड़ा मिलदा है। अल्लाह नूं मिलना होवे हज करना पैंदा है, बंदगी करनी पैंदी है, अल्लाह नूं याद करना पैंदा है, जे नीयत साफ होवे फिर जाके किते अल्लाह दे दर्शन हुंदे ने। अल्लाह इदां जंगलां दे विच थोड़ा मिलदा है। जदों ने गल आखी ना, नूरा माही कहन लगा, राय साहब मैनूं पता सी भी तुसीं मेरा यकीन नहीं करोगे, पर तुसीं मेरे नाल चलो, जंगलां दे विच मैं अल्लाह दे दर्शन करके आया, मैं अल्लाह दा दीदार करके आया। राय कल्ले नूं इस गल दा पता है भी किहड़ा अल्लाह जंगलां दे विच होना है। वो फिर भी नाल तुर पिया, कहन लगा चल नूरिया दिखा किहड़े राजे दी गल करदा है, किहड़े रब दी गल करदा है, किहड़े अल्लाह दी गल करदा है, मैं भी वेखां तू किहड़ा अल्लाह वेख के आया है। नाल तुर पिया। जदों जंगलां दे विच पहुंचिया ना, मेरे सतगुरु दातार पिता जामा लीरो लीर महाराज दे तन दे उत्ते साध संगत जिहड़ा बाणा पहनिया ना, वो लीरो लीर होया, पैरां दे विच छाले होए,
ਖੂਨ ਜਿਮਦੇ ਸਾਧ ਸੰਗਤ ਮਹਾਰਾਜ ਦੇ ਜ਼ਖਮਾਂ ਦੇ ਵਿੱਚੋਂ। ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਅੰਦਰ ਨਾ ਆਪਣੇ ਸਿੱਖਾਂ ਦੀ ਖਾਤਰ, ਮੈਂ ਬਾਰ-ਬਾਰ ਬੇਨਤੀ ਕਰਦਾ, ਸਾਡੇ ਨਾਲ ਕਿੰਨਾ ਪਿਆਰ ਹੈ। ਜੇ 4 ਪੁੱਤਰ ਸਾਡੀ ਖਾਤਰ ਕੁਰਬਾਨ ਕਰ ਸਕਦੇ ਨੇ ਨਾ, ਤੇ ਸਾਧ ਸੰਗਤ ਮੇਰੇ ਸਤਿਗੁਰੂ ਦਾਤਾਰ ਪਿਤਾ ਆਪਣੇ ਜੀਵਨ ਦੇ ਵਿੱਚ ਕੋਈ ਵੀ ਕਸ਼ਟ ਝੱਲ ਸਕਦੇ ਨੇ, ਕੇਵਲ ਤੇ ਕੇਵਲ ਆਪਣੇ ਸਿੱਖ ਦੀ ਖਾਤਰ। ਜਿਹੜਾ ਸਿੱਖ ਪਿਆਰ ਕਰਨ ਵਾਲਾ ਹੈ, ਤੇ ਸਿੱਖ ਕੋਈ ਵੀ ਹੋ ਸਕਦਾ, ਜ਼ਰੂਰੀ ਨਹੀਂ ਉਹ ਸਿੱਖ ਧਰਮ ਦੇ ਵਿੱਚ ਹੋਵੇ, ਜ਼ਰੂਰੀ ਨਹੀਂ ਉਹ ਸਾਡੇ ਧਰਮ ਦੇ ਵਿੱਚ ਹੋਵੇ। ਸਿੱਖ ਉਹ ਹੈ ਜਿਹੜਾ ਗੁਰੂ ਤੋਂ ਸਿੱਖਿਆ ਲੈਂਦਾ ਹੈ। ਉਹ ਸਿੱਖ ਮੁਸਲਮਾਨ ਧਰਮ ਦੇ ਵਿੱਚੋਂ ਵੀ ਹੋ ਸਕਦਾ ਹੈ, ਉਹ ਹਿੰਦੂ ਧਰਮ ਦੇ ਵਿੱਚੋਂ ਵੀ ਹੋ ਸਕਦਾ ਹੈ, ਜਿਹਦੇ ਦਿਲ ਦੇ ਵਿੱਚ ਪ੍ਰੇਮ ਹੈ, ਜਿਹੜਾ ਗੁਰੂ ਦਾ ਸਿੱਖ ਹੈ। ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਆਇਆ ਨਾ, ਸਤਿਗੁਰਾਂ ਨੇ ਸਾਧ ਸੰਗਤ ਰਾਏ ਕੱਲਾ ਪਹਿਲਾਂ ਵੀ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰ ਚੁੱਕਿਆ ਸੀ, ਔਰ ਮਹਾਰਾਜ ਦਾ ਬੜਾ ਪ੍ਰੇਮ ਰੱਖਣ ਵਾਲਾ ਸੀ। ਜਦੋਂ ਮਹਾਰਾਜ ਨੂੰ ਤੱਕਿਆ ਨਾ, ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਸੀ। ਨਾ ਉਹ ਬਾਜ਼ ਤੁਹਾਡੇ ਕੋਲ ਹੈ ਮਹਾਰਾਜ ਜੀ, ਜਾਮਾ ਵੀ ਲੀਰੋ ਲੀ ਹੋਇਆ। ਸਤਿਗੁਰੂ ਦਾਤਾਰ ਪਿਤਾ ਜੀ, ਨਾ ਤੁਹਾਡੇ ਕੋਲੇ ਤੁਹਾਡਾ ਘੋੜਾ ਏ ਮਹਾਰਾਜ ਜੀ, ਕੇਵਲ ਤੇ ਕੇਵਲ ਹੱਥ ਦੇ ਵਿੱਚ ਇੱਕ ਸ਼ਮਸ਼ੀਰ ਹੈ, ਕੀ ਵਾਪਰਿਆ? ਇੰਨਾ ਸਵਾਲ ਕੀਤਾ। ਸਤਿਗੁਰਾਂ ਨੇ ਸਾਰੀ ਖਬਰ ਦੱਸੀ ਹੈ, ਤੇ ਦੋਵੇਂ ਹੱਥ ਜੋੜ ਕੇ ਖੜ ਗਿਆ, ਕਹਿੰਦਾ ਮਹਾਰਾਜ ਮੇਰੇ ਨਾਲ ਮੇਰੇ ਮਹਿਲਾਂ ਦੇ ਵਿੱਚ ਚੱਲੋ। ਮਹਾਰਾਜ ਕਹਿੰਦੇ ਰਾਏ ਕੱਲਿਆ ਸਮਾਂ ਨਹੀਂ ਵੀ ਤੇਰੇ ਮਹਿਲਾਂ ਦੇ ਵਿੱਚ ਜਾਈਏ। ਕਿਉਂ ਮਹਾਰਾਜ? ਸਾਹਿਬ ਕਹਿੰਦੇ ਵੀ ਹਕੂਮਤ ਨੇ ਸਾਨੂੰ ਬਾਗੀ ਆਖਿਆ, ਹਕੂਮਤ ਨੇ ਬਾਗੀ ਕਰਾਰ ਦਿੱਤਾ। ਜੇ ਇਹ ਗੱਲ ਆਖੀ ਹੈ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜਾਂ ਉਹਦੇ ਪਰਿਵਾਰ ਨੂੰ ਪਨਾਹ ਦੇਗਾ ਘਰ ਦੇ ਵਿੱਚ, ਉਹਨੂੰ ਸਜ਼ਾਏ ਮੌਤ ਮਿਲੇਗੀ, ਉਹਨੂੰ ਕੋਈ ਵੀ ਉਹਦੀ ਸੁਣਵਾਈ ਨਹੀਂ ਹੋਏਗੀ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਤੇਰੀ ਜਾਨ ਦੇ ਉੱਤੇ ਖਤਰਾ ਬਣ ਜਾਵੇ। ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਖਲੋ ਗਿਆ। ਕਹਿੰਦੇ ਪਾਤਸ਼ਾਹ ਫਿਰ ਮੇਰੇ ਲਾਇਕ ਕੋਈ ਸੇਵਾ ਦੱਸ ਦਿਓ, ਮੈਂ ਤੁਹਾਡੀ ਕੋਈ ਸੇਵਾ ਕਰਨਾ ਚਾਹੁੰਦਾ। ਮਹਾਰਾਜ ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਿਆ ਜੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਏ ਕੱਲਿਆ ਸੇਵਾ ਇੱਕ ਜ਼ਰੂਰ ਹੈ ਜੇ ਕਰ ਲਵੇਂ। ਮਹਾਰਾਜ ਕਿਹੜੀ ਸੇਵਾ? ਸਤਿਗੁਰੂ ਜੀ ਕਹਿੰਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਉਹ ਜਿਹੜੇ ਨੇ ਨਾ, ਉਹ ਸਰਹੰਦ ਦੀ ਧਰਤੀ ਦੇ ਉੱਤੇ ਪਹੁੰਚੇ ਨੇ। ਸਾਨੂੰ ਇੰਨੀ ਗੱਲ ਦਾ ਪਤਾ ਏ, ਸਰਹੰਦ ਦੇ ਸ਼ਹਿਰ ਦੇ ਵਿੱਚ ਉਹ ਕਿੰਨਾ ਹਾਲਾਤਾਂ ਦੇ ਵਿੱਚ ਨੇ, ਕਿੱਥੇ ਰਹਿੰਦੇ ਨੇ, ਉਹ ਮਹਿਫੂਜ਼ ਨੇ ਜਾਂ ਉਹਨਾਂ ਦੀ ਗਿਰਫਤ ਦੇ ਵਿੱਚ ਨੇ। ਸਾਨੂੰ ਬਸ ਇਸ ਗੱਲ ਦੀ ਖਬਰ ਮੰਗਵਾ ਦੇ, ਜੇ ਸੇਵਾ ਕਰਨਾ ਚਾਹੁੰਦਾ ਇਹਨਾਂ ਤੇ ਆਹ ਸੇਵਾ ਕਰ ਦੇ। ਜਦੋਂ ਆਹ ਗੱਲ ਵੇਖੀ ਹੈ ਨਾ, ਇਹ ਗੱਲ ਸੁਣੀ ਹੈ ਤੇ 2 ਕਦਮ ਪਿੱਛੇ ਹੋ ਗਿਆ। ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਦਾਤਾਰ ਪਿਤਾ ਦੇ ਨਾਲ ਪ੍ਰੇਮ ਕਰਨ ਵਾਲੇ ਨਾ 2 ਤਰ੍ਹਾਂ ਦੇ ਸਿੱਖ ਨੇ। ਇੱਕ ਉਹ ਨੇ ਜਿਹੜੇ ਸਿਰਫ ਤੇ ਸਿਰਫ ਦਿਖਾਵਾ ਕਰਨਾ ਜਾਣਦੇ ਨੇ, ਤੇ ਦੂਜੇ ਉਹ ਨੇ ਜਿਨ੍ਹਾਂ ਦੇ ਧੁਰ ਅੰਦਰ ਤੱਕ ਗੁਰੂ ਦਾ ਵਾਸਾ ਹੈ। ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਸੀ ਨਾ, ਤੇ ਆਪ ਜੀ ਨੇ ਕਈ ਵਾਰੀ ਸਾਖੀ ਸੁਣੀ ਹੋਏਗੀ, ਸਾਧ ਸੰਗਤ ਮਹਾਰਾਜ ਦੇ ਚਰਨਾਂ ਦੇ ਵਿੱਚ ਚੌਧਰੀ ਡੱਲਾ ਆਇਆ। ਉਹਨੇ ਆ ਕੇ ਮਹਾਰਾਜ ਨੂੰ ਆਖਿਆ, ਕਹਿੰਦੇ ਸਤਿਗੁਰੂ ਜੇ ਮੈਂ ਹੁੰਦਾ ਤੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਮੇਰੇ ਜਿਹੜੇ ਯੋਧੇ ਨੇ, ਮੇਰੇ ਜਿਹੜੇ ਜਰਨੈਲ ਨੇ, ਇੱਕ ਇੱਕ ਬੋਲ ਦੇ ਉੱਤੇ ਜਾਨਾਂ ਰਣਤ ਤੇ ਮੈਦਾਨ ਦੇ ਵਿੱਚ ਹੂਲ ਕੇ ਤੇ ਜ਼ਾਲਮ ਨੂੰ ਤਰਥੱਲੀ ਮਚਾ ਕੇ ਰੱਖ ਦਿੰਦੇ। ਸਤਿਗੁਰੂ ਜੀ ਜੇ ਮੈਂ ਹੁੰਦਾ ਨਾ, ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਸਤਿਗੁਰੂ ਮੁਸਕਰਾਏ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਡੱਲਿਆ, ਕਿਤੇ ਸਮਾਂ ਆਏਗਾ ਤੇ ਪਰਖ ਹੋ ਜਾਏਗੀ। ਇੰਨੀ ਗੱਲ ਆਖੀ ਹੈ ਤੇ ਕੁਝ ਕੁ ਦਿਨਾਂ ਬਾਅਦ ਨਾ ਇੱਕ ਸਿੱਖ ਨੇ ਬੰਦੂਕ ਭੇਟਾ ਕੀਤੀ ਜੀ। ਦਰਬਾਰ ਦੇ ਵਿੱਚ ਬੰਦੂਕ ਭੇਟਾ ਕੀਤੀ। ਮਹਾਰਾਜ ਨੇ ਆਖਿਆ ਭਾਈ ਡੱਲੇ ਨੂੰ ਬੁਲਾਓ। ਡੱਲਾ ਚੌਧਰੀ ਆ ਗਿਆ। ਮਹਾਰਾਜ ਹੁਕਮ ਕਰੋ। ਸਤਿਗੁਰੂ ਜੀ ਕਹਿੰਦੇ ਆ ਕਿਸੇ ਨੇ ਬੰਦੂਕ ਭੇਟਾ ਕੀਤੀ ਹੈ, ਇਹਦਾ ਨਿਸ਼ਾਨਾ ਪਰਖਣਾ, ਆ ਅੱਗੇ ਖੜ ਜਾ। ਤੇਰਾ ਕੋਈ ਜਰਨੈਲ ਹੈ, ਤੇਰਾ ਕੋਈ ਸੂਰਮਾ ਹੈ ਨਾ, ਜਾਂ ਉਹਨੂੰ ਅੱਗੇ ਕਰ ਦੇ, ਅਸੀਂ ਇਹਦਾ ਨਿਸ਼ਾਨਾ ਪਰਖਣਾ ਚਾਹੁੰਦੇ ਹਾਂ ਉਹਦੀ ਛਾਤੀ ਦੇ ਉੱਤੇ। ਉਹ ਹੈਰਾਨ ਹੋ ਗਿਆ, ਹੁਣ ਅੱਗੇ ਹੋਣ ਵਾਸਤੇ ਕੌਣ ਆਵੇ? ਜਾਨ ਗਵਾਉਣ ਨੂੰ ਕਿਹਦਾ ਦਿਲ ਕਰਦਾ ਹੈ? ਕੋਈ ਤਿਆਰ ਨਾ ਹੋਇਆ। ਮਹਾਰਾਜ ਕਹਿੰਦੇ ਭਾਈ ਡੱਲਿਆ ਜੇ ਤੇਰਾ ਮੇਰੇ ਨਾਲ ਪਿਆਰ ਹੈ ਤੇ ਤੂੰ ਅੱਗੇ ਆ ਜਾ। ਕਹਿੰਦੇ ਸਤਿਗੁਰੂ ਜੀ ਜੰਗ ਦੇ ਮੈਦਾਨ 'ਚ ਜਿੱਦੇ ਵਰਜੀ ਪਰਖ ਲਿਓ, ਪਰ ਇਹਦਾ ਭੰਗ ਦੇ ਭਾਣੇ ਜਾਨ ਗਵਾਉਣ ਨੂੰ ਮੇਰਾ ਦਿਲ ਨਹੀਂ ਕਰਦਾ। ਡੋਲ ਗਿਆ। ਮਹਾਰਾਜ ਨੇ ਆਖਿਆ ਇਦਾਂ ਕਰ, ਬਾਹਰ ਜਾ। ਸਿੱਖਾਂ ਦੇ ਵਿੱਚ ਜਾ ਕੇ ਇਸ ਗੱਲ ਦਾ ਢੰਡੋਰਾ ਪਿੱਟ ਕਿ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਕਿਸੇ ਸਿੱਖ ਦੀ ਛਾਤੀ ਦੀ ਜ਼ਰੂਰਤ ਹੈ। ਉਹਨੇ ਜਾ ਕੇ ਬਾਹਰ ਰੌਲਾ ਪਾਇਆ, ਢੰਡੋਰਾ ਪਿੱਟਿਆ ਵੀ ਮਹਾਰਾਜ ਦਾ ਆਹ ਹੁਕਮ ਹੈ। ਤੇ ਸਾਧ ਸੰਗਤ 2 ਸਿੱਖ, ਕਈ ਇਤਿਹਾਸਕਾਰ ਪਿਤਾ ਤੇ ਪੁੱਤਰ ਦਾ ਰਿਸ਼ਤਾ ਲਿਖਦੇ ਨੇ, ਕਈ ਦੋਨੋਂ ਭਰਾ ਆਖਦੇ ਨੇ। ਤੇ ਗੁਰੂ ਪਿਆਰ ਵਾਲਿਓ, ਬਾਬਾ ਧੀਰ ਸਿੰਘ ਤੇ ਬਾਬਾ ਵੀਰ ਸਿੰਘ, ਇਹ 2 ਸੂਰਮੇ, ਇਹ 2 ਸਿੱਖ ਆਏ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ, ਔਰ ਆਣ ਕੇ ਛਾਤੀਆਂ ਤਾਣ ਕੇ ਖਲੋ ਗਏ। ਮਹਾਰਾਜ ਨੇ ਸਿਰ ਉੱਤੋਂ ਦੀ ਨਿਸ਼ਾਨਾ ਕੱਢ ਦਿੱਤਾ। ਡੱਲਾ ਕਹਿਣ ਲੱਗਾ ਮਹਾਰਾਜ ਸਿਰ ਉੱਤੋਂ ਦੀ ਕੱਢਣਾ ਸੀ ਤਾਂ ਮੈਂ ਹਾਜ਼ਰ ਸੀ। ਸਤਿਗੁਰੂ ਕਹਿੰਦੇ ਪੁੱਤਰ ਤੇਰਾ ਨਾਂ ਦਾ ਪਿਆਰ ਹੈ। ਜਿਨ੍ਹਾਂ ਦਾ ਪਿਆਰ ਹੈ ਨਾ, ਉਹ ਗੁਰੂ ਦੇ ਅੱਗੇ ਛਾਤੀ ਫੈਲਾਉਣ ਲੱਗਿਆ ਨਹੀਂ ਸੋਚਦੇ ਵੀ ਰਣਤ ਤੇ ਮੈਦਾਨ ਦੇ ਵਿੱਚ ਮਰ ਜਾਈਏ ਜਾਂ ਗੁਰੂ ਦੇ ਹੱਥੋਂ ਕੁਰਬਾਨ ਹੋ ਕੇ ਮਰ ਜਾਈਏ। ਇੱਕੋ ਗੱਲ ਹੈ, ਜੇ ਗੁਰੂ ਦੇ ਨਾਲ ਪ੍ਰੇਮ ਹੈ ਤੇ ਗੁਰੂ ਭਾਵੇਂ ਇਹ ਗੱਲ ਆਖ ਦੇਵੇ ਸਿੱਖਾ ਤੇਰਾ ਸੀਸ ਚਾਹੀਦਾ, ਲੱਖਾਂ ਦੇ ਇਕੱਠ ਦੇ ਵਿੱਚੋਂ ਸਿੱਖ ਖੜਾ ਹੋ ਕੇ ਅੱਗੇ ਆ ਜਾਏਗਾ। ਜੇ ਗੁਰੂ ਦੇ ਨਾਲ ਸਿੱਖ ਦਾ ਪ੍ਰੇਮ ਹੈ
ਤੇ ਸਾਧ ਸੰਗਤ ਹੁਣ ਉੱਥੇ ਵੀ ਜਦੋਂ ਰਾਏ ਕੱਲੇ ਨੂੰ ਮਹਾਰਾਜ ਨੇ ਆਖਿਆ ਨਾ ਵੀ ਖਬਰ ਮੰਗਵਾ ਦੇ, ਹੁਣ ਖਬਰ ਮੰਗਵਾਉਣਾ ਉਹਦੇ ਵਾਸਤੇ ਕਿਸੇ ਨੂੰ ਪਤਾ ਵੀ ਲੱਗ ਗਿਆ ਤੇ ਜਿਹਨੇ ਖਬਰ ਮੰਗਵਾਈ ਉਹਦੀ ਜਾਨ ਨੂੰ ਖਤਰਾ ਹੋ ਜਾਏਗਾ। ਇਸ ਗੱਲ ਨੂੰ ਵੀ ਜਾਣਦੇ ਨੇ। ਰਾਏ ਕੱਲਾ 2 ਕਦਮ ਪਿੱਛੇ ਹੋ ਗਿਆ। ਮਹਾਰਾਜ ਮਾਫੀ ਚਾਹੁੰਦਾ, ਇਹ ਸੇਵਾ ਮੈਂ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਕਿਉਂ? ਮਹਾਰਾਜ ਸਰਹੰਦ ਦੇ ਵਿੱਚ ਨਾ ਵਜ਼ੀਰ ਖਾਂ ਦਾ ਰਾਜ ਹੈ। ਜੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਖਬਰ ਮੰਗਵਾਈ ਹੈ ਤੇ ਸਤਿਗੁਰੂ ਮਹਾਰਾਜ ਜੀ ਮੇਰੇ ਰਾਜ ਨੂੰ ਖਤਰਾ ਹੋ ਜਾਏਗਾ, ਮੇਰੀ ਜਾਨ ਨੂੰ ਖਤਰਾ ਹੋ ਜਾਏਗਾ। ਮਹਾਰਾਜ ਜੀ ਮਾਫੀ ਚਾਹੁੰਦਾ, ਆਹ ਸੇਵਾ ਮੈਂ ਨਹੀਂ ਕਰ ਸਕਦਾ। 2 ਕਦਮ ਪਿੱਛੇ ਹੋ ਗਿਆ ਕਿਉਂਕਿ ਇਹਨਾਂ ਅੱਖਾਂ ਨਾਲ ਮਹਾਰਾਜ ਦੇ ਦਰਸ਼ਨ ਕੀਤੇ ਨੇ ਨਾ। ਜਿਹਨੇ ਮਨ ਦੀਆਂ ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ, ਜਿਨੇ ਵਾਕਈ ਤੁਰ ਅੰਦਰ ਤੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ ਨਾ ਸਾਧ ਸੰਗਤ, ਉਹ ਨੂਰਾ ਮਾਹੀ ਅੱਗੇ ਹੋ ਗਿਆ। ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ। ਕਹਿੰਦੇ ਮਹਾਰਾਜ ਜੇ ਤੁਹਾਡੀ ਬਖਸ਼ਿਸ਼ ਹੋਵੇ, ਜੇ ਤੁਹਾਡਾ ਹੁਕਮ ਹੋਵੇ ਸਤਿਗੁਰੂ ਜੀ ਮੈਂ ਉਹ ਸੇਵਾ ਕਰ ਸਕਦਾ, ਮੈਂ ਸਾਹਿਬਜ਼ਾਦਿਆਂ ਦੀ ਖਬਰ ਲਿਆ ਸਕਦਾ। ਸਤਿਗੁਰੂ ਨਾਲ ਜਦੋਂ ਪਰਖ ਕਰਦਾ ਸਾਧ ਸੰਗਤ, ਤੇ ਪਰਖ ਵੀ ਐਸੀ ਹੁੰਦੀ ਹੈ ਜੇ ਸਿੱਖ ਦਾ ਪ੍ਰੇਮ ਹੋਵੇ, ਗੁਰੂ ਪ੍ਰੀਖਿਆ ਦੇ ਵਿੱਚ ਉਹ ਫੇਲ ਵੀ ਕਦੇ ਨਹੀਂ ਹੋਣ ਦਿੰਦਾ। ਪ੍ਰੀਖਿਆ ਵੀ ਲੈਂਦਾ, ਪ੍ਰੀਖਿਆ ਦੇ ਵਿੱਚ ਉਹ ਫੇਲ ਵੀ ਨਹੀਂ ਹੋਣ ਦਿੰਦਾ ਜੇ ਸਾਡਾ ਗੁਰੂ ਦੇ ਉੱਤੇ ਭਰੋਸਾ ਹੋਵੇ। ਜਦੋਂ ਸਾਧ ਸੰਗਤ ਪ੍ਰੀਖਿਆ ਦੀ ਗੱਲ ਆਵੇ ਨਾ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਗੱਲ, ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਪਾਤਸ਼ਾਹ ਮੇਰੇ ਵਿੱਚ ਇੰਨੀ ਤਾਕਤ ਨਹੀਂ, ਮੇਰੇ ਵਿੱਚ ਇੰਨੀ ਜਾਣ ਨਹੀਂ ਤੇ ਮੇਰੇ ਵਿੱਚ ਇੰਨਾ ਹੌਸਲਾ ਨਹੀਂ ਕਿ ਸਤਿਗੁਰੂ ਜੀ ਤੇਰੀ ਸਿੱਖਿਆ ਦੇ ਉੱਤੇ ਖਰਾ ਉਤਰ ਸਕਾਂ, ਪਰ ਮੇਰੇ ਕੋਲੇ ਆਹ ਸੀਸ ਹੈ ਜਿਹੜਾ ਮੈਂ ਤੇਰੇ ਚਰਨਾਂ ਦੇ ਵਿੱਚ ਝੁਕਾ ਸਕਦਾ, ਜਿਹਦੇ ਨਾਲ ਮੈਂ ਤੇਰੇ ਚਰਨਾਂ ਦੇ ਉੱਤੇ ਭਰੋਸਾ ਕਰ ਸਕਦਾ। ਮਹਾਰਾਜ ਜਿਹੜਾ ਕਾਰਜ ਸੌਂਪਿਆ ਕਾਰਜ ਆਪ ਕਰਵਾ ਲਿਆ ਜੀ। ਤੇ ਦਾਅਵੇ ਦੀ ਗੱਲ ਹੈ, ਗੁਰੂ ਕਦੀ ਸਾਧ ਸੰਗਤ ਬਾਹ ਨਹੀਂ ਛੱਡੇਗਾ। ਅਸੀਂ ਨਾ ਸਾਧ ਸੰਗਤ ਗੁਰੂ ਦਾ ਹੱਥ ਫੜਨ ਲੱਗ ਜਾਂਦੇ ਆ। ਜਦੋਂ ਦੁਨੀਆ ਦੇ ਧੱਕੇ ਵੱਜਦੇ ਨੇ ਨਾ, ਸਾਡੀ ਪਕੜ ਢਿੱਲੀ ਹੁੰਦੀ ਹੈ, ਛੁੱਟ ਜਾਂਦੀ ਹੈ, ਗੁਰੂ ਤੋਂ ਦੂਰ ਚਲੇ ਜਾਂਦੇ ਆ। ਸਗੋਂ ਗੁਰੂ ਦਾ ਹੱਥ ਨਾ ਫੜੀਏ, ਆਪਣੀ ਬਾਹ ਗੁਰੂ ਨੂੰ ਫੜਾਈਏ। ਗੁਰੂ ਕਿਹਾ ਸਿੱਖਾ ਇਸ ਧਰਤੀ ਦੇ ਉੱਤੇ ਦੋਹਾਂ ਜਹਾਨਾਂ ਦੇ ਵਿੱਚ ਭਾਵੇਂ ਧੱਕੇ ਵੱਜਦੇ ਰਹਿਣ, ਜੇ ਆਪਣੀ ਬਾਹ ਤੂੰ ਗੁਰੂ ਨਾਨਕ ਦੇ ਹੱਥਾਂ ਦੇ ਵਿੱਚ ਦੇਂਗਾ ਨਾ ਤੇ ਗੁਰੂ ਦੋਹਾਂ ਜਹਾਨਾਂ ਵਿੱਚ ਤੇਰੀ ਬਾਹ ਕਦੇ ਨਹੀਂ ਛੱਡਦਾ। ਸਤਿ ਸ੍ਰੀ ਅਕਾਲ। ਗੁਰੂ ਕਦੇ ਬਾਹ ਨਹੀਂ ਛੱਡੇਗਾ। ਜਿਹਨੇ ਭਰੋਸਾ ਕੀਤਾ ਨਾ, ਮਹਾਰਾਜ ਨੇ ਪਰਖ ਕੀਤੀ, ਕਹਿੰਦੇ ਤੈਨੂੰ ਡਰ ਨਹੀਂ ਲੱਗਦਾ, ਤੂੰ ਸਰਹੰਦ ਦੇ ਵਿੱਚ ਜਾਏਗਾ, ਜੇ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਤੇ ਤੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ, ਤੈਨੂੰ ਇਸ ਗੱਲ ਦਾ ਡਰ ਨਹੀਂ? ਕਹਿੰਦਾ ਸਤਿਗੁਰੂ ਜੀ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਗੁਰੂ ਡਾਢਾ ਹੈ ਨਾ, ਜਿਹੜੇ ਗੁਰੂ ਨੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ, ਕਾਰਜ ਉਸ ਗੁਰੂ ਨੇ ਆਪ ਕਰਨਾ ਹੈ। ਮੈਂ ਤਾਂ ਸਿਰਫ ਤੇ ਸਿਰਫ ਜ਼ਰੀਆ ਬਣਨਾ, ਖਬਰ ਲਿਆਉਣ ਦਾ। ਮਹਾਰਾਜ ਜੀ ਜਾਣਦੇ ਤਾਂ ਤੁਸੀਂ ਸਾਰਾ ਕੁਝ ਹੋ, ਜਾਣਦੇ ਸਾਰਾ ਕੁਝ ਹੋ, ਮੈਂ ਤਾਂ ਇੱਕ ਜ਼ਰੀਆ ਬਣਦਾ। ਮਹਾਰਾਜ ਨੇ ਆਖਿਆ, ਕਹਿੰਦੇ ਫਿਰ ਵੀ ਤੈਨੂੰ ਡਰ ਨਹੀਂ ਲੱਗਦਾ? ਕਹਿਣ ਲੱਗਾ ਮਹਾਰਾਜ ਸਰਹੰਦ ਦੇ ਵਿੱਚ ਨਾ ਮੇਰੀ ਭੈਣ ਨੂਰੀ ਵਿਆਹੀ ਹੋਈ ਹੈ, ਉਹਦਾ ਨਿਕਾਹ ਹੋਇਆ ਸਰਹੰਦ ਦੇ ਵਿੱਚ, ਮੈਂ ਉਹਦੇ ਕੋਲ ਜਾਣਾ ਹੈ। ਸਾਰੇ ਸਰਹੰਦ ਸ਼ਹਿਰ ਦੇ ਵਿੱਚ ਪਤਾ ਤਾਂ ਇਸ ਗੱਲ ਦਾ ਹੋਏਗਾ ਕਿ ਸਾਹਿਬਜ਼ਾਦੇ ਕਿੱਥੇ ਨੇ, ਮਾਤਾ ਜੀ ਕਿੱਥੇ ਨੇ, ਮੈਂ ਆਪਣੀ ਭੈਣ ਦੇ ਕੋਲੇ ਜਾ ਕੇ ਸਾਰੀਆਂ ਗੱਲਾਂ ਉਹਨੂੰ ਪੁੱਛ ਕੇ ਆ ਜਾਵਾਂਗਾ। ਇੰਨੀ ਗੱਲ ਆਖੀ, ਸਤਿਗੁਰੂ ਦਾਤਾਰ ਪਿਤਾ ਨੇ ਥਾਪੜਾ ਦਿੱਤਾ। ਕਹਿਣ ਲੱਗੇ ਪੁੱਤਰ ਜਾ, ਜਲਦੀ ਦੇ ਨਾਲ ਜਾਣਾ ਹੈ ਤੇ ਜਲਦੀ ਦੇ ਨਾਲ ਵਾਪਸ ਆਉਣਾ ਹੈ। ਤੇ ਜਦੋਂ ਜਾਣ ਲੱਗਾ ਨਾ ਤੇ ਕੋਲੇ ਖੜਾ ਰਾਏ ਕੱਲਾ। ਸਾਧ ਸੰਗਤ ਮੈਂ ਬੇਨਤੀ ਕਰਾਂ, ਇਤਿਹਾਸ ਦੇ ਵਿੱਚ ਕੋਈ ਵੀ ਪਾਤਰ ਕਿਉਂ ਨਾ ਹੋਵੇ, ਕਦੇ ਉਹਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਨਾ ਦੇਖਿਆ ਜੇ। ਜਿਹੜੀ ਸਤਿਗੁਰੂ ਦੀ ਖੇਡ ਹੈ ਨਾ, ਮਹਾਰਾਜ ਦੀ ਜਿਹੜੀ ਖੇਡ ਹੈ, ਦੁਨੀਆ ਦੇ ਵਿੱਚ ਇਨਸਾਨ ਨੇ ਸਿਰਫ ਤੇ ਸਿਰਫ ਇੱਕ ਖਿਡੌਣੇ ਦੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਖੇਡਣ ਵਾਲਾ ਅਕਾਲ ਪੁਰਖ ਹੈ। ਜੇ ਇੱਕ ਨਾਇਕ ਹੈ ਨਾ ਤੇ ਦੂਜਾ ਖਲਨਾਇਕ ਬਣੇਗਾ, ਜੇ ਇੱਕ ਹੀਰੋ ਹੈ ਨਾ ਤੇ ਦੂਜਾ ਸਾਧ ਸੰਗਤ ਵਿਲਨ ਜ਼ਰੂਰ ਬਣੇਗਾ। ਉਹਦੇ ਨਾਲ ਇਹ ਨਹੀਂ ਕਿ ਉਹ ਵਿਲਨ ਮਾੜਾ ਹੋ ਜਾਂਦਾ ਹੈ, ਉਹਦੇ ਨਾਲ ਗੱਲ ਇਹ ਹੈ ਕਿ ਸਾਨੂੰ ਹੀਰੋ ਦੀ ਪਛਾਣ ਹੋ ਜਾਂਦੀ ਹੈ, ਨਾਇਕ ਦੀ ਪਛਾਣ ਹੋ ਜਾਂਦੀ ਹੈ। ਚੰਗੇ ਕੰਮ ਕਰਨ ਵਾਲਾ ਜੇ ਬੰਦਾ ਹੋਵੇ, ਉਹਦੀ ਪਛਾਣ ਨਹੀਂ ਹੋਏਗੀ ਜਿੰਨਾ ਚਿਰ ਮਾੜਾ ਕਰਮ ਕਰਨ ਵਾਲਾ ਬੰਦਾ ਨਾ ਹੋਵੇ। ਤੇ ਜੇਕਰ ਹਨੇਰਾ ਨਾ ਹੋਵੇ ਨਾ, ਚਾਨਣ ਦੀ ਕਦਰ ਕਿਸੇ ਨੂੰ ਨਹੀਂ ਹੋਏਗੀ। ਚਾਨਣ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਬੰਦੇ ਨੂੰ ਹਨੇਰਾ ਦਿੰਦਾ ਹੈ, ਤੇ ਹਨੇਰੇ ਦੇ ਵਿੱਚ ਕੁਝ ਨਹੀਂ ਦਿਖਦਾ, ਤੇ ਬੰਦਾ ਜਦੋਂ ਚਾਨਣ ਆਉਂਦਾ ਫਿਰ ਚਾਨਣ ਦੀ ਕਦਰ ਕਰਦਾ ਵੀ ਚਾਨਣ ਤੋਂ ਬਗੈਰ ਮੇਰੀ ਜ਼ਿੰਦਗੀ 'ਚ ਹਨੇਰਾ ਹੀ ਹੈ। ਸੋ ਇਤਿਹਾਸ ਦੇ ਪਾਤਰ ਨੇ ਸਤਿਗੁਰੂ ਮਹਾਰਾਜ ਨੂੰ। ਸਾਧ ਸੰਗਤ ਜਦੋਂ ਆਹ ਗੱਲ ਆਖੀ ਨਾ ਤੇ ਰਾਏ ਕੱਲਾ ਅੱਗੇ ਹੋ ਗਿਆ। ਨੂਰੇ ਮਾਹੀ ਨੂੰ ਜਿਹੜੀਆਂ ਗੱਲਾਂ ਸਮਝਾਉਂਦਾ ਹੈ, ਜਿਹੜੀਆਂ ਗੱਲਾਂ ਆਖਦਾ ਕਿ ਨੂਰਿਆ ਮਹਾਰਾਜ ਇਸ ਧਰਤੀ ਦੇ ਉੱਤੇ ਬਹੁਤਾ ਸਮਾਂ ਨਹੀਂ ਬੈਠਣਗੇ, ਜਲਦੀ ਦੇ ਨਾਲ ਜਾ ਕੇ ਤੇ ਜਲਦੀ ਦੇ ਨਾਲ ਵਾਪਸ ਆਉਣਾ। ਰਾਏ ਕੱਲੇ ਨੇ ਕਿਹੜੀ ਕਿਹੜੀ ਗੱਲ ਨੂਰੇ ਮਾਹੀ ਨੂੰ ਸਮਝਾਈ ਹੈ, ਉਹਨਾਂ ਗੱਲਾਂ ਦਾ ਵੇਰਵਾ ਜੋੜੀ ਕਵਿਤਾ ਵਿੱਚ ਕਰ ਰਹੀ ਹੈ। ਆਓ ਸਰਵਣ ਕਰੀਏ। ਵਿਛੜੇ ਸੀ ਸਰਸਾਤੇ ਹੁਣ ਕਿਹੜੇ ਵਿੱਚ ਹਾਲਾਤਾਂ, ਕਿੰਜ ਸਿਰ ਤੇ ਲੰਗੀਆਂ ਨੇ
ਦਸੀਂ ਆ ਕੇ ਠੰਡੀਆਂ ਰਾਤਾਂ। ਛੇਤੀ ਮੁੜਿਆ ਵੀ ਤੂੰ ਰਾਹਾਂ ਵਿੱਚ ਨਾ ਦੇਰ ਲਗਾਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਵਿਛੜੇ ਸੀ ਸਰਸਾਤੇ ਹੋਣੇ ਕਿਹੜੇ ਵਿੱਚ ਹਾਲਾਤਾਂ। ਕਿੰਜ ਸਿਰ ਤੇ ਲੰਗੀਆਂ ਨੇ ਦਸੀਂ ਆ ਕੇ ਠੰਡੀਆਂ ਰਾਤਾਂ। ਛੇਤੀ ਮੁੜਿਆ ਵੀ ਤੂੰ ਰਾਹਾਂ ਵਿੱਚ ਨਾ ਦੇਰ ਲਗਾਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਦੋ ਬਾਲ ਨਿਆਣੇ ਤੀਜੀ ਨਾਲ ਹੈ ਮਾਤਾ ਗੁਜਰੀ। ਕੋਈ ਖਬਰ ਨਾ ਉਹਨਾਂ ਦੀ ਖਬਰੇ ਕੀ ਸਿਰ ਤੇ ਗੁਜਰੀ। ਛੱਡ ਚਾਲੇ ਪਾ ਦਈ ਤੂੰ, ਛੱਡ ਚਾਲੇ ਪਾ ਦਈ ਤੂੰ, ਵਾਡਾ ਤਾਈ ਚੀਰਦਾ ਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਦੁਨੀਆ ਦੇ ਵਾਲੀ ਤੇ ਕਿੱਡਾ ਵਕਤ ਕਰਦਾ ਆਇਆ। ਬੇਦਰਦ ਰੰਗੇ ਨੇ ਮੱਥਾ ਨਾਲ ਖੁਦਾ ਦੇ ਲਾਇਆ। ਹੋਏ ਭੇਦ ਕਿਸੇ ਨੂੰ ਨਾ, ਹੋਏ ਭੇਦ ਕਿਸੇ ਨੂੰ ਨਾ, ਜਾ ਕੇ ਉਹਨੂੰ ਵੀ ਸਮਝਾਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਜੋ ਨੂਰਾ ਭੈਣ ਤੇਰੀ ਉਹਨੂੰ ਖਬਰ ਸਾਰ ਸਭ ਹੋਣੀ। ਜਾ ਪੁੱਛ ਲੈ ਉਸ ਕੋਲੋਂ ਵਰਤੀ ਕੀ ਉੱਥੇ ਅਣਹੋਣੀ। ਹੋਏ ਭੇਦ ਕਿਸੇ ਨੂੰ ਨਾ, ਹੋਏ ਭੇਦ ਕਿਸੇ ਨੂੰ ਨਾ, ਜਾ ਕੇ ਉਹਨੂੰ ਵੀ ਸਮਝਾਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਜੱਟ ਆਲਮ ਵਾਲੀਆ ਜੀ ਲਿਖੂਗਾ ਦਸਮ ਗੁਰਾਂ ਦੀ ਵਿਥਿਆ। ਇਤਿਹਾਸ ਦੇ ਪੰਨਿਆਂ ਤੇ ਜਾਊ ਨਾਮ ਤੇਰਾ ਵੀ ਲਿਖਿਆ। ਕਹੇ ਕੋਮਲ ਸੱਚ ਖਾਤਰ, ਕਹੇ ਕੋਮਲ ਸੱਚ ਖਾਤਰ, ਸਹਿਣੇ ਪੈ ਜੋ ਕਸ਼ਟ ਉਠਾਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਸਤਿਗੁਰ ਦੇ ਲਾਲਾਂ ਦੀ ਨੂਰਿਆ ਜਾ ਕੇ ਖਬਰ ਲਿਆਵੀਂ। ਹੋ ਸਤਿਗੁਰੂ ਦਾਤਾਰ ਪਿਤਾ ਉਹਨਾਂ ਦੇ ਲਾਲਾਂ ਦੀ ਖਬਰ ਲਿਆਉਣ ਵਾਸਤੇ ਰਾਏ ਕੱਲੇ ਨੇ ਆਖਿਆ ਕਿ ਨਾ ਨੂਰਿਆ ਜਲਦੀ ਦੇ ਨਾਲ ਜਾ ਕਿਤੇ ਵਾਪਸ ਹੋਣਾ। ਨੂਰਾ ਮਾਹੀ ਤੁਰ ਪਿਆ। ਸਰਹੰਦ ਤੋਂ ਸਾਧ ਸੰਗਤ ਜਿਹੜਾ ਰਾਏਕੋਟ ਦਾ ਵਕਫਾ ਹੈ ਨਾ, ਜਿਹੜਾ ਰਾਸਤਾ ਹੈ, ਉਹ ਇਤਿਹਾਸਕਾਰ 40 ਕੋਹ ਦਾ ਲਿਖਦੇ ਨੇ। ਤੇ 40 ਕੋਹ ਵਾਟ ਜਾਣ ਦੀ ਤੇ 40 ਕੋਹ ਵਾਟ ਆਉਣ ਦੀ 80 ਕੋਹ ਦੀ ਵਾਟ ਬਣੀ ਹੈ। ਰਾਏਕੋਟ ਤੋਂ ਤੁਰ ਪਿਆ ਨੂਰਾ ਮਾਹੀ ਤੇ ਰਸਤੇ ਦੇ ਵਿੱਚ ਤੁਰਿਆ ਜਾਂਦਾ ਨਾ, ਦਿਲ ਦੇ ਵਿੱਚ ਇੱਕ ਭਾਵਨਾ ਹੈ, ਦਿਲ ਦੇ ਵਿੱਚ ਇੱਕ ਪ੍ਰੇਮ ਹੈ। ਉਹ ਪ੍ਰੇਮ ਇਹ ਹੈ ਕਿ ਜਿਹੜੇ ਅੱਲਾ ਦਾ ਮੈਂ ਦੀਦਾਰ ਕੀਤੇ ਨੇ ਨਾ, ਜਿਹੜੇ ਅੱਲਾ ਨੇ ਮੈਨੂੰ ਨਵਾਜਿਆ ਏ, ਇਹ ਜਿਹੜਾ ਕਾਰਜ ਹੈ ਗੁਰੂ ਨੇ ਆਪ ਕਰਨਾ ਹੈ। ਮੈਨੂੰ ਕੇਵਲ ਤੇ ਕੇਵਲ ਵਡਿਆਈ ਮਿਲੇਗੀ ਜਦੋਂ ਮੈਂ ਖਬਰ ਲੈ ਕੇ ਜਾਵਾਂਗਾ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ। ਸਤਿਗੁਰੂ ਜੀ ਤੁਹਾਡੇ ਸਾਹਿਬਜ਼ਾਦੇ ਚੜ੍ਹਦੀ ਕਲਾ ਦੇ ਵਿੱਚ ਨਹੀਂ, ਮਾਤਾ ਜੀ ਮਹਿਫੂਜ਼ ਜਗ੍ਹਾ ਦੇ ਉੱਤੇ ਨੇ। ਸਤਿਗੁਰੂ ਮਹਾਰਾਜ ਨੂੰ ਜਾ ਕੇ ਦੱਸਾਂਗਾ ਨਾ ਤੇ ਮਹਾਰਾਜ ਮੈਨੂੰ ਬੜਾ ਪਿਆਰ ਦੇਣਗੇ। ਸਤਿਗੁਰੂ ਮਹਾਰਾਜ ਮੈਨੂੰ ਗਲ ਦੇ ਨਾਲ ਲਾਉਣਗੇ
ਤੇ ਸਾਧ ਸੰਗਤ ਜਦੋਂ ਦਿਲ ਦੇ ਵਿੱਚ ਇਹ ਭਾਵਨਾ ਰੱਖ ਕੇ ਤੁਰਿਆ ਜਾਂਦਾ ਹੈ ਨਾ, ਉਹਦੇ ਦਿਲ ਦੇ ਵਿੱਚ ਵਾਕਈ ਭਾਵਨਾ ਸੀ। ਸਾਧ ਸੰਗਤ ਜੀ ਨੇ ਦਿਲ 'ਚ ਇਹ ਗੱਲ ਸੋਚੀ ਕਿ ਮੇਰਾ ਗੁਰੂ ਮੈਨੂੰ ਗਲ ਦੇ ਨਾਲ ਲਾਏਗਾ, ਮੇਰਾ ਗੁਰੂ ਮੈਨੂੰ ਕੰਠ ਦੇ ਨਾਲ ਲਾਏਗਾ। ਅੱਜ ਬਹੁਤੀ ਸਾਡੀ ਕਹਾਣੀ ਪਤਾ ਕੀ ਹੋਈ ਪਈ ਹੈ, ਗੁਰੂ ਸਾਨੂੰ ਗਲ ਦੇ ਨਾਲ ਲਾਵੇ ਭਾਵੇਂ ਨਾ ਲਾਵੇ, ਗੁਰੂ ਕਾ ਸਿੱਖ ਇਹ ਕਦੇ ਨਹੀਂ ਚਾਹੁੰਦਾ ਮੈਨੂੰ ਗੁਰੂ ਗਲ ਦੇ ਨਾਲ ਲਾਵੇ ਜਾਂ ਨਾ ਲਾਵੇ। ਮੇਰੀ ਬੇਨਤੀ ਨੂੰ ਸਮਝਿਆ ਜੇ, ਮੇਰੇ ਸ਼ਬਦਾਂ ਦੇ ਉੱਤੇ ਨਾ ਜਾਣਾ। ਸਾਧ ਸੰਗਤ ਦਿਲ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਕਿ ਜੋ ਮੇਰੇ ਗੁਰੂ ਨੇ ਆਖਿਆ, ਜੋ ਗੁਰੂ ਕਹੈ ਸੋਈ ਭਲ ਮਾਨੋ, ਜਿਹੜਾ ਮੇਰੇ ਗੁਰੂ ਨੇ ਕਹਿ ਦਿੱਤਾ ਉਹ ਅਟਲ ਸਚਾਈ ਹੈ। ਸਾਧ ਸੰਗਤ ਮੁਸਲਮਾਨ ਧਰਮ ਦੇ ਵਿੱਚ ਜਦੋਂ ਰਹਿਣ ਵਾਲੇ ਕਿ ਇਨਸਾਨਾਂ ਦੇ ਨਾਲ ਤੁਸੀਂ ਗੱਲ ਕਰੋਗੇ ਨਾ, ਜਿਹੜਾ ਪੱਕਾ ਵਿਸ਼ਵਾਸ ਰੱਖਣ ਵਾਲਾ ਹੈ ਆਪਣੇ ਧਰਮ ਦੇ ਉੱਤੇ, ਉਹਨੂੰ ਜੇ ਸਵਾਲ ਕਰੋਗੇ ਨਾ ਵੀ ਤੁਹਾਡੇ ਧਰਮ ਦੇ ਵਿੱਚ ਆਹ ਕਾਰਜ ਕਿਉਂ ਹੁੰਦਾ ਹੈ ਜਾਂ ਆਹ ਕਾਰਜ ਇਸ ਤਰੀਕੇ ਨਾਲ ਕਿਉਂ ਕਰਦੇ ਨੇ, ਉਹਦੇ ਕੋਲੇ ਇੱਕੋ ਇੱਕ ਜਵਾਬ ਹੋਏਗਾ ਕਿ ਮੁਹੰਮਦ ਸਾਹਿਬ ਦਾ ਹੁਕਮ ਹੈ। ਦੂਜੀ ਗੱਲ ਨਹੀਂ ਕਰੇਗਾ, ਮੁਹੰਮਦ ਸਾਹਿਬ ਦਾ ਹੁਕਮ ਹੈ। ਸਾਨੂੰ ਕੋਈ ਇਹੀ ਪੁੱਛਣ ਲੱਗ ਜੇ ਨਾ ਕਿ ਭਾਈ ਤੁਸੀਂ ਆਪਣੇ ਧਰਮ ਦੇ ਵਿੱਚ ਆਹ ਕਾਰਜ ਕਿਉਂ ਕਰਦੇ ਹੋ, ਤੇ ਸਾਧ ਸੰਗਤ ਅਸੀਂ ਬੜੇ ਉਹਨਾਂ ਨੂੰ ਸਾਇੰਟੀਫਿਕ ਕਾਰਨ ਗਣਾਉਣ ਲੱਗ ਜਾਂਦੇ ਆ ਵੀ ਇਸ ਕਰਕੇ ਕੀਤਾ ਜਾਂਦਾ ਹੈ, ਇਸ ਕਰਕੇ ਕੀਤਾ ਜਾਂਦਾ ਹੈ। ਸਿੱਖ ਕਦੇ ਇਸ ਗੁਰੂ ਦੀ ਗੱਲ ਤੇ ਨਹੀਂ ਖੜਦਾ ਕਿ ਮੇਰੇ ਗੁਰੂ ਦਾ ਹੁਕਮ ਹੈ। ਜੇ ਸਾਡੇ ਦਿਲ 'ਚ ਭਾਵਨਾ ਆ ਜਾਵੇ ਨਾ ਕਿ ਮੇਰੇ ਗੁਰੂ ਦਾ ਹੁਕਮ ਹੈ, ਤੇ ਜਿਹੜਾ ਕੁਝ ਮੇਰੇ ਗੁਰੂ ਨਾਨਕ ਨੇ ਆਖ ਦਿੱਤਾ ਉਹ ਅਟਲ ਸਚਾਈ ਹੈ, ਦੁਨੀਆ ਦੇ ਵਿੱਚ ਉਹਨੂੰ ਝੁਠਲਾ ਕੋਈ ਨਹੀਂ ਸਕਦਾ। ਜਿੱਦਣ ਇਹ ਵਿਸ਼ਵਾਸ ਬਣ ਗਿਆ ਨਾ, ਭਰੋਸਾ ਬਣ ਗਿਆ, ਉਸ ਦਿਨ ਸਾਡਾ ਦਿਲ ਵਾਕਈ ਕਹੇਗਾ ਕਿ ਮੇਰਾ ਗੁਰੂ ਮੈਨੂੰ ਗਲ ਦੇ ਨਾਲ ਲਾ ਲਵੇ। ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵੇਂਗੇ, ਉਸ ਦਿਨ ਅਸੀਂ ਆਖਾਂਗੇ। ਤੇ ਜਿਹਦੇ ਦਿਲ ਦੇ ਵਿੱਚ ਭਾਵਨਾ ਹੈ ਨੂਰਾ ਮਾਹੀ, ਉਹ ਦਿਲ ਦੇ ਵਿੱਚ ਪ੍ਰੇਮ ਰੱਖ ਕੇ ਤੁਰਿਆ ਜਾਂਦਾ ਹੈ ਕਿ ਮੇਰਾ ਗੁਰੂ ਮੈਨੂੰ ਗਲ ਦੇ ਨਾਲ ਲਾਏਗਾ, ਮੈਨੂੰ ਕੰਠ ਦੇ ਨਾਲ ਲਾਏਗਾ। ਮੇਰੇ ਭਾਗ ਜੜ ਜਾਣੇ ਨੇ, ਜਿਹੜਾ ਕੰਮ ਮੈਂ ਕਰਨ ਵਾਸਤੇ ਚੱਲਿਆ, ਜਿਹੜਾ ਕਾਰਜ ਮੈਂ ਕਰਨ ਵਾਸਤੇ ਚੱਲਿਆ, ਮਹਾਰਾਜ ਨੇ ਮੈਨੂੰ ਬੜੀ ਵਡਿਆਈ ਬਖਸ਼ਿਸ਼ ਕਰਨੀ ਹੈ। ਤੁਰਿਆ ਜਾਂਦਾ ਹੈ। 40 ਕੋਹ ਦੀ ਵਾਟ ਪਤਾ ਨਾ ਲੱਗੀ ਕਦੋਂ ਨਿਬੜ ਗਈ, ਕਦੋਂ ਖਤਮ ਹੋ ਗਈ। ਸਰਹੰਦ ਦੇ ਵਿੱਚ ਪਹੁੰਚਿਆ, ਸਰਹੰਦ 'ਚ ਤੁਰਿਆ ਜਾਂਦਾ ਨਾ ਸਾਧ ਸੰਗਤ, ਜਦੋਂ ਆਸੇ-ਪਾਸੇ ਨਿਗਾਹ ਮਾਰਦਾ, ਕੁਝ ਕੁ ਜਿਹੜੇ ਮੁਸਲਮਾਨ ਨੇ ਉਹ ਧਰਤੀ ਦੇ ਉੱਤੇ ਬੈਠੇ ਨੇ, ਅਸਮਾਨ ਦੇ ਵੱਲ ਆਪਣਾ ਚਿਹਰਾ ਕਰਕੇ ਨਾ, ਤੇ ਸਾਧ ਸੰਗਤ ਤੇ ਗੱਲ ਆਖਦੇ ਨੇ, ਦੁਆ ਕਰਦੇ ਨੇ, ਯਾ ਅੱਲਾ ਤੇਰੀ ਰਹਿਮਤ ਹੋਵੇ ਕਿਤੇ ਸਰਹੰਦ ਸ਼ਹਿਰ ਗਰਕ ਨਾ ਜਾਵੇ, ਸਰਹੰਦ ਸ਼ਹਿਰ ਕਿਤੇ ਖਤਮ ਨਾ ਹੋ ਜਾਵੇ। ਉਹ ਦੁਆ ਕਰਦੇ ਨੇ। ਹੁਣ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਲੋਕ ਬੈਠੇ ਨੇ, ਇਹੋ ਜੀਆਂ ਦੁਆਵਾਂ ਕਿਉਂ ਕਰਦੇ ਨੇ? ਐਸਾ ਕੀ ਹੋਇਆ ਸਰਹੰਦ ਦੀ ਧਰਤੀ ਦੇ ਉੱਤੇ ਜਿਹੜਾ ਇਹਦੇ ਗਰਕ ਜਾਣ ਦਾ, ਇਹਦੇ ਖਤਮ ਹੋਣ ਦਾ ਸਮਾਂ ਆ ਗਿਆ? ਜਦੋਂ ਸਾਧ ਸੰਗਤ ਉਹਦੇ ਦਿਲ ਦੇ ਵਿੱਚ ਇਹ ਗੱਲ ਆਈ ਨਾ, ਸਵਾਲ ਬੜੇ ਨੇ ਮਨ ਦੇ ਵਿੱਚ ਵੀ ਮੈਂ ਇਹਨਾਂ ਨੂੰ ਪੁੱਛ ਲਵਾਂ, ਪਰ ਨਾਲ ਦੀ ਨਾਲ ਮਨ ਇੱਕ ਆਵਾਜ਼ ਮਾਰਦਾ, ਦਿਲ ਇੱਕ ਆਵਾਜ਼ ਮਾਰਦਾ, ਨੂਰਿਆ ਮਹਾਰਾਜ ਰਾਏਕੋਟ ਦੀ ਧਰਤੀ ਦੇ ਉੱਤੇ ਬਹੁਤਾ ਸਮਾਂ ਨਹੀਂ ਬੈਠਣਗੇ, ਜਲਦੀ ਦੇ ਨਾਲ ਖਬਰ ਲੈ ਕੇ ਜਾਣਾ। ਨੂਰਾ ਮਾਹੀ ਸਾਧ ਸੰਗਤ ਕੋਈ ਸਵਾਲ ਨਹੀਂ ਕੀਤਾ, ਅੱਗੇ ਤੁਰ ਪਿਆ। ਜਦੋਂ ਆਪਣੀ ਭੈਣ ਦੇ ਘਰ ਦੇ ਕੋਲੇ ਗਿਆ ਨਾ, ਦਰਵਾਜ਼ਾ ਖੜਕਾਇਆ ਤੇ ਭੈਣ ਨੇ ਦਰਵਾਜ਼ਾ ਖੋਲ੍ਹਿਆ। ਸਾਧ ਸੰਗਤ ਬੜੀ ਖੁਸ਼ ਹੋਈ, ਮੇਰਾ ਵੀਰ ਮੈਨੂੰ ਮਿਲਣ ਵਾਸਤੇ ਆਇਆ, ਮੇਰਾ ਵੀਰ ਮੈਨੂੰ ਮਿਲਣ ਵਾਸਤੇ ਆਇਆ ਹੈ। ਨੂਰੀ ਨੇ ਸਾਧ ਸੰਗਤ ਆਪਣੇ ਵੀਰ ਨੂੰ ਬੁਲਾਇਆ ਤੇ ਸਾਧ ਸੰਗਤ ਉਹਨੂੰ ਸੁੱਖ ਸਾਂਦ ਪੁੱਛਦੀ ਹੈ, ਅੰਮੀ ਜਾਨ ਕਿਵੇਂ ਨੇ, ਅੱਬਾ ਜਾਨ ਕਿਵੇਂ ਨੇ? ਉਹ ਸਾਰੀਆਂ ਗੱਲਾਂ ਦੱਸਦਾ, ਕਹਿਣ ਲੱਗਾ, ਭੈਣ ਮੈਂ ਇਸ ਧਰਤੀ ਦੇ ਉੱਤੇ ਜਿਹੜੇ ਕਾਰਜ ਵਾਸਤੇ ਆਇਆ ਨਾ, ਮੈਂ ਜਲਦੀ ਦੇ ਨਾਲ ਇੱਥੋਂ ਜਾਣਾ ਹੈ। ਵੀਰਾ ਚਲਾ ਜਾਵੀਂ, ਪਹਿਲਾਂ ਕੁਝ ਛਕ ਤੇ ਲੈ। ਕਹਿੰਦਾ ਨਹੀਂ ਭੈਣ, ਮੇਰੇ ਕੋਲੇ ਇੰਨਾ ਵੀ ਸਮਾਂ ਨਹੀਂ ਮੈਂ ਕੁਝ ਛਕ ਲਵਾਂ, ਬਸ ਤੂੰ ਮੈਨੂੰ ਇੱਕ ਖਬਰ ਲੈਣ ਵਾਸਤੇ ਆਇਆ, ਉਹ ਖਬਰ ਮੈਨੂੰ ਦੇ ਦੇ ਤੇ ਮੈਂ ਬਾਅਦ ਵਿੱਚ ਚੱਲਿਆ ਜਾਣਾ। ਕਹਿੰਦੀ ਵੀਰਾ ਐਡੀ ਕਿਹੜੀ ਖਬਰ ਹੈ ਜਿਹੜੀ ਤੂੰ ਲੈਣ ਵਾਸਤੇ, ਕੁਝ ਖਾਣਾ ਪੀਣਾ ਹੀ ਭੁੱਲ ਗਿਆ? ਕਹਿੰਦਾ ਭੈਣ ਮੈਂ ਇਸ ਧਰਤੀ ਦੇ ਉੱਤੇ ਕਿਸੇ ਦੇ ਹੁਕਮ ਦੇ ਨਾਲ ਆਇਆ, ਮੈਨੂੰ ਕਿਸੇ ਨੇ ਭੇਜਿਆ, ਮੈਂ ਤਾਂ ਆਇਆ। ਵੀਰਾ ਕਿਹਨੇ ਭੇਜਿਆ? ਕਹਿੰਦਾ ਭੈਣ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੇਜਿਆ। ਜਦੋਂ ਨਾਮ ਸੁਣਿਆ ਨਾ ਗੁਰੂ ਗੋਬਿੰਦ ਸਿੰਘ, ਤੇ ਨੂਰੀ ਨੇ ਸਾਧ ਸੰਗਤ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪਣੇ ਵੀਰ ਦੇ ਮੂੰਹ ਤੇ ਹੱਥ ਰੱਖਿਆ। ਕਹਿੰਦੀ ਵੀਰਾ ਇਹ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਨਾ ਲਈ। ਕਿਉਂ ਭੈਣ? ਇੰਨਾ ਪਵਿੱਤਰ ਨਾਮ ਹੈ ਜਿਹਨੂੰ ਜਪਣ ਦੇ ਨਾਲ, ਜਿਹਨੂੰ ਸਿਮਰਨ ਦੇ ਨਾਲ ਸਰੀਰ ਦੇ ਵਿੱਚੋਂ ਹਉਮੈ ਬਾਹਰ ਨਿਕਲ ਜਾਂਦੀ ਹੈ, ਜਿਹਨੂੰ ਜਪਣ ਦੇ ਨਾਲ ਬੰਦਾ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨਿਆ ਜਾਂਦਾ ਹੈ, ਜਿਹਨੂੰ ਜਪਣ ਦੇ ਨਾਲ ਬੰਦੇ ਦੇ ਪਾਪ ਧੋਤੇ ਜਾਂਦੇ ਨੇ। ਤੂੰ ਕਹਿੰਦੀ ਹੈ ਮੈਂ ਗੁਰੂ ਗੋਬਿੰਦ ਸਿੰਘ ਦਾ ਨਾਮ ਨਾ ਲਵਾਂ, ਕਾਰਨ ਕੀ ਹੈ? ਕਹਿੰਦੀ ਵੀਰਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਬੜੀ ਬਖਸ਼ਿਸ਼ ਹੈ, ਬੜੀ ਰਹਿਮਤ ਹੈ, ਬੜਾ ਪਵਿੱਤਰ ਨਾਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿਹੜਾ ਸਰਹੰਦ ਦੀ ਧਰਤੀ ਦੇ ਉੱਤੇ ਇਹ ਨਾਮ ਲਏਗਾ ਨਾ, ਸੂਬਾ ਸਰਹੰਦ ਵਜ਼ੀਰ ਖਾਨ ਦਾ ਹੁਕਮ ਹੈ, ਉਹਨੂੰ ਬਿਨਾਂ ਕੁਝ ਪੁੱਛੇ, ਬਿਨਾਂ ਕੁਝ ਦੱਸੇ ਉਹਦਾ ਸਿਰ ਕਲਮ ਕਰ ਦਿੱਤਾ ਜਾਵੇ। ਮੈਂ ਨਹੀਂ ਚਾਹੁੰਦੀ ਵੀਰਾ ਵੀ ਤੇਰੇ ਉੱਤੇ ਕੋਈ ਆਂਚ ਆਵੇ, ਤੂੰ ਇਹ ਆਪਣੀ ਜ਼ੁਬਾਨ ਤੋਂ ਇਹ ਸ਼ਬਦ ਨਾ ਆਖੀ।
ਕਹਿੰਦਾ ਭੈਣ ਮੈਨੂੰ ਮਹਾਰਾਜ ਨੇ ਭੇਜਿਆ ਆਪਣੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਵਾਸਤੇ। ਸਾਹਿਬਜ਼ਾਦੇ ਮਾਤਾ ਗੁਜਰੀ ਜੀ ਇਸ ਧਰਤੀ ਦੇ ਉੱਤੇ ਆਏ ਨੇ, ਮੈਂ ਸਿਰਫ ਤੇ ਸਿਰਫ ਖਬਰ ਲੈਣੀ ਹੈ ਤੇ ਉਸ ਤੋਂ ਬਾਅਦ ਮੈਂ ਚਲਿਆ ਜਾਣਾ ਹੈ। ਮੈਨੂੰ ਦੱਸੋ ਕਿਹੜੇ ਹਾਲਾਤਾਂ ਦੇ ਵਿੱਚ ਨੇ, ਕਿੱਥੇ ਰਹਿੰਦੇ ਨੇ, ਕੀ ਖਾਂਦੇ ਨੇ, ਕੀ ਪੀਂਦੇ ਨੇ। ਤੇ ਜਦੋਂ ਆਹ ਗੱਲ ਆਖੀ ਨਾ ਤੇ ਨੂਰੀ ਸਾਧ ਸੰਗਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਅੱਖਾਂ ਦੇ ਵਿੱਚ ਹੰਝੂ ਆਏ, ਵਿਰਾਗ ਕਰਨ ਲੱਗੀ। ਕਹਿੰਦਾ ਭੈਣ ਗੱਲ ਤੇ ਦੱਸ ਹੋਇਆ ਕੀ ਹੈ। ਨੂਰੀ ਤੇ ਸਾਧ ਸੰਗਤ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦ ਨਾ ਨਿਕਲਿਆ। ਵੀਰ ਕੋਲੇ ਬੈਠਾ ਨੂਰਾ ਮਾਹੀ ਬਾਰ-ਬਾਰ ਆਖਦਾ, ਕਹਿੰਦਾ ਭੈਣ ਮੇਰੇ ਕੋਲੇ ਸਮਾਂ ਨਹੀਂ, ਮੈਨੂੰ ਦੱਸ ਉਹ ਕਿਹੜੇ ਹਾਲਾਤਾਂ ਦੇ ਵਿੱਚ ਨੇ, ਕਿੱਥੇ ਨੇ। ਸੂਬਾ ਸਰਹੰਦ ਨੇ ਜੇ ਆਪਣੀ ਕੈਦ ਦੇ ਵਿੱਚ ਵੀ ਉਹਨਾਂ ਨੂੰ ਰੱਖਿਆ ਹੋਇਆ ਹੈ ਨਾ, ਤਾਂ ਵੀ ਮੈਨੂੰ ਦੱਸ ਦੇ, ਮੈਂ ਸਤਿਗੁਰੂ ਮਹਾਰਾਜ ਨੂੰ ਖਬਰ ਦੇਵਾਂਗਾ ਤੇ ਸਤਿਗੁਰੂ ਮਹਾਰਾਜ ਫਿਰ ਆਪੇ ਅੱਗੇ ਕੋਈ ਨਾ ਕੋਈ ਕਾਰਜ ਰਚਾਉਣਗੇ। ਸਤਿਗੁਰੂ ਮਹਾਰਾਜ ਨੂੰ ਜਾ ਕੇ ਮੈਂ ਜਲਦੀ ਦੇ ਨਾਲ ਖਬਰ ਦੇਣੀ ਹੈ, ਮੈਨੂੰ ਦੱਸ ਕੀ ਹੋਇਆ ਹੈ। ਭੈਣ ਨੇ ਠੰਡੀ ਕੁੱਟ ਭਰੀ ਤੇ ਇੱਕ ਗੱਲ ਆਖੀ, ਕਹਿੰਦੀ ਵੀਰਾ ਜਿਨ੍ਹਾਂ ਨੂੰ ਲੱਭਣ ਵਾਸਤੇ ਆਇਆ, ਜਿਨ੍ਹਾਂ ਬਾਰੇ ਜਾਣਨ ਵਾਸਤੇ ਆਇਆ ਨਾ, ਉਹ ਤਾਂ ਕਦੋਂ ਦੇ ਤੁਰ ਗਏ। ਜਿਨ੍ਹਾਂ ਦੇ ਬਾਰੇ ਜਾਣਨ ਵਾਸਤੇ ਆਇਆ ਉਹ ਤਾਂ ਕਦੋਂ ਦੇ ਤੁਰ ਗਏ। ਕਹਿੰਦਾ ਭੈਣ ਕਿੱਥੇ ਗਏ, ਮੈਨੂੰ ਸਾਰੀ ਗੱਲ ਖੋਲ ਕੇ ਦੱਸ। ਹੁਣ ਨੂਰੀ ਤੋਂ ਸਾਧ ਸੰਗਤ ਸਾਰੀ ਗੱਲ ਬਿਆਨ ਨਹੀਂ ਹੁੰਦੀ। ਜਿਹਨੇ ਅੱਖਾਂ ਦੇ ਨਾਲ ਵੇਖਿਆ, ਜਿਹਨੇ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਅੱਖਾਂ ਦੇ ਨਾਲ ਤੱਕਿਆ ਨਾ, ਨੂਰੀ ਦੇ ਦਿਲ ਦੇ ਵਿੱਚ ਭਾਵਨਾ ਹੈ, ਪਿਆਰ ਹੈ। ਸਾਧ ਸੰਗਤ ਉਹਨੇ ਆਪਣੇ ਵੀਰ ਦਾ ਹੱਥ ਫੜਿਆ, ਉਹਦੇ ਮੋਢੇ ਦੇ ਉੱਤੇ ਸਿਰ ਰੱਖ ਕੇ ਜਿਵੇਂ ਸਾਰੀ ਕਹਾਣੀ ਨੂੰ ਸੁਣਾਉਂਦੀ ਹੈ ਨਾ, ਇੱਕ ਇੱਕ ਬੋਲ ਸਾਧ ਸੰਗਤ ਕੇਵਲ ਸੁਣਨਾ ਨਹੀਂ, ਮਹਿਸੂਸ ਕਰਨਾ ਹੈ। ਕਿਉਂਕਿ ਇਤਿਹਾਸ ਸਿਰਫ ਕੰਨ ਰਸ ਨਹੀਂ ਹੁੰਦਾ। ਇਤਿਹਾਸ ਸਿਰਫ ਕੰਨ ਰਸ ਨਹੀਂ ਕਿ ਇਤਿਹਾਸ ਸੁਣਿਆ ਤੇ ਘਰ ਚਲੇ ਗਏ। ਜਿੰਨਾ ਚਿਰ ਅਸੀਂ ਇਤਿਹਾਸ ਨੂੰ ਮਹਿਸੂਸ ਨਹੀਂ ਨਾ ਕਰਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਧਰਤੀ ਦੇ ਉੱਤੇ ਗਾਇਆ ਵੀ ਉਹਦਾ ਪ੍ਰਵਾਨ ਹੈ, ਸੁਣਿਆ ਵੀ ਉਹਦਾ ਪ੍ਰਵਾਨ ਹੈ, ਜਿਹੜਾ ਗੁਰੂ ਦੀ ਸਿੱਖਿਆ ਦੇ ਉੱਤੇ ਆਣ ਕੇ ਖਰਾ ਉਤਰੇ। ਇਸ ਕਰਕੇ ਮੈਂ ਬੇਨਤੀ ਕਰ ਲਿਆ ਕਿ ਨੂਰੀ ਆਪਣੇ ਵੀਰ ਦੇ ਕੋਲ ਬੈਠ ਕੇ ਸਾਧ ਸੰਗਤ ਸਾਹਿਬਜ਼ਾਦਿਆਂ ਦੀ ਉਸ ਕਹਾਣੀ ਨੂੰ, ਸਾਹਿਬਜ਼ਾਦਿਆਂ ਦੇ ਨਾਲ ਜੋ ਜੋ ਕੁਝ ਵਾਪਰਿਆ, ਕਿਹਨੇ ਕਿਹਨੇ ਹਮਾਇਤ ਕੀਤੀ, ਕਿਹਨੇ ਕਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ, ਸਾਧ ਸੰਗਤ ਨੂਰੀ ਨੇ ਜਿਵੇਂ ਸਾਰੀਆਂ ਗੱਲਾਂ ਦਸੀਆਂ, ਉਹਨਾਂ ਗੱਲਾਂ ਨੂੰ ਜੋੜੀ ਕਵਿਤਾ ਵਿੱਚ ਬਿਆਨ ਕਰ ਰਹੀ ਹੈ। ਆਓ ਸਰਵਣ ਕਰੀਏ। ਰੋ ਰੋ ਕੇ ਨੂਰੀ ਕਹਿਣ ਲੱਗੀ ਕਿ ਦਸਾਂ ਦਰਦ ਕਹਾਣੀ ਵੇ, ਜੋ ਬੀਤੀ ਨਿੱਕੀਆਂ ਜਿੰਦਾਂ ਤੇ, ਨਾ ਸੁਣੀ ਵੀਰ ਨਾ ਜਾਣੀ ਵੇ। ਪੱਥਰ ਦਿਲ ਖਾਣ ਵੱਜਦੇ ਨੇ, ਦੱਸਾਂ ਕੀ ਕਹਿਰ ਕਮਾ ਦਿੱਤਾ। ਜ਼ਾਲਮ ਨੇ ਦੋਹਾਂ ਲਾਲਾਂ ਨੂੰ, ਨੀਹਾਂ ਦੇ ਵਿੱਚ ਚਿਣਾ ਦਿੱਤਾ। ਰੋ ਰੋ ਕੇ ਨੂਰੀ ਕਹਿਣ ਲੱਗੀ ਕਿ ਦਸਾਂ ਦਰਦ ਕਹਾਣੀ ਵੇ, ਜੋ ਬੀਤੀ ਨਿੱਕੀਆਂ ਜਿੰਦਾਂ ਤੇ, ਨਾ ਸੁਣੀ ਵੀਰ ਨਾ ਜਾਣੀ ਵੇ। ਪੱਥਰ ਦਿਲ ਖਾਣ ਵੱਜਦੇ ਨੇ, ਦੱਸਾਂ ਕੀ ਕਹਿਰ ਕਮਾ ਦਿੱਤਾ। ਜ਼ਾਲਮ ਨੇ ਦੋਹਾਂ ਲਾਲਾਂ ਨੂੰ, ਨੀਹਾਂ ਦੇ ਵਿੱਚ ਚਿਣਾ ਦਿੱਤਾ। ਪੂਰਾ ਵੀ ਸਿੱਧ ਕੋ ਡੋਲੇ ਨਾ, ਉਹ ਛੱਡਦੇ ਰੇਜਕਾਰੇ ਸੀ। ਅਣਖਾਂ ਲਈ ਜਿੰਦੜੀ ਵਾਰ ਗਏ, ਗੋਬਿੰਦ ਦੇ ਰਾਜ ਦੁਲਾਰੇ ਸੀ। ਜੋ ਸੱਜਦਾ ਦੀਪਕ ਬੁਝ ਚੱਲਿਆ, ਸੂਰਿਆਂ ਨੇ ਫੇਰ ਜਗਾ ਦਿੱਤਾ। ਜ਼ਾਲਮ ਨੇ ਦੋਹਾਂ ਲਾਲਾਂ ਨੂੰ, ਨੀਹਾਂ ਦੇ ਵਿੱਚ ਚਿਣਾ ਦਿੱਤਾ। ਇੱਕ ਕੰਬ ਗਈ ਵੀਰਾ ਧਰਤੀ ਦੀ, ਅੰਬਰ ਦੀ ਅੱਖ ਵੀ ਰੋਈਏ। ਰੋ ਰੋ ਕੇ ਲੋਕੀ ਪੁੱਛਦੇ ਸੀ,
ਇਹ ਕੀ ਅਣਹੋਣੀ ਹੋਈ ਤੱਕੇ ਅਣਖੀ ਸ਼ੇਰ ਮੁਹੰਮਦ ਨੇ ਸੀਹਾ ਦਾ ਨਾਰਾ ਲਾ ਦਿੱਤਾ। ਜ਼ਾਲਮ ਨੇ ਦੋਹਾਂ ਲਾਲਾਂ ਨੂੰ ਨੀਹਾਂ ਦੇ ਵਿੱਚ ਚਿਣਾ ਦਿੱਤਾ। ਹੱਥ ਭੰਨ ਤੇ ਵੀਰਾਟਾਂ ਨੇ ਸੀ ਧਰਤੀ ਲਾਲੋ ਲਾਲ ਹੋਈ। ਹਰ ਦਿਲ ਸੀ ਹੋ ਕੇ ਭਰ ਉਠਿਆ, ਹਰ ਅੱਖ ਸੀ ਜਾਰੋ ਜਾਰ ਰੋਈ। ਹੱਡ ਭੰਨ ਤੇ ਵੀਰਾਟਾਂ ਨੇ ਸੀ ਧਰਤੀ ਲਾਲੋ ਲਾਲ ਹੋਈ। ਹਰ ਦਿਲ ਸੀ ਹੋ ਕੇ ਭਰ ਉਠਿਆ, ਹਰ ਅੱਖ ਸੀ ਜਾਰੋ ਜਾਰ ਰੋਈ। ਕਿੰਜ ਚੱਲਿਆ ਕਹਿਰ ਮਾਸੂਮਾਂ ਨੇ ਹਰ ਇੱਕ ਨੂੰ ਸੋਚੀ ਪਾ ਦਿੱਤਾ। ਜ਼ਾਲਮ ਨੇ ਦੋਹਾਂ ਲਾਲਾਂ ਨੂੰ ਨੀਹਾਂ ਦੇ ਵਿੱਚ ਚਿਣਾ ਦਿੱਤਾ। ਹੁਣ ਆਲਮ ਵਾਲੀਆਂ ਸਰਹੰਦ ਤੇ ਕਹਿਰ ਖੁਦਾ ਦਾ ਟਹਿਣਾ ਏ। ਇਸ ਮੁਗਲ ਹਕੂਮਤ ਨੇ ਵੀਰਾ ਨਾ ਸਦਾ ਸਲਾਮਤ ਰਹਿਣਾ ਏ। ਫੁੱਲਾਂ ਤੋਂ ਕੋਮਲ ਜਿੰਦਾਂ ਨੂੰ ਜਿਸ ਮਿੱਟੀ ਵਿੱਚ ਮਿਲਾ ਦਿੱਤਾ। ਜ਼ਾਲਮ ਨੇ ਦੋਹਾਂ ਲਾਲਾਂ ਨੂੰ ਨੀਹਾਂ ਦੇ ਵਿੱਚ ਚਿਣਾ ਦਿੱਤਾ। ਸਤਿਗੁਰੂ ਦਾਤਾਰ ਪਿਤਾ ਦੇ ਲਾਲਾਂ ਦੇ ਬਾਰੇ ਨੂਰੀ ਨੇ ਆਪਣੇ ਵੀਰ ਨੂੰ ਜਦੋਂ ਦੱਸਣਾ ਸ਼ੁਰੂ ਕੀਤਾ ਨਾ, ਤੇ ਸਾਧ ਸੰਗਤ ਮੈਂ ਛੋਟੀ ਜੀ ਬੇਨਤੀ ਕਰਾਂ, ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਬਾਰੇ ਪੜ੍ਹੀਏ ਨਾ ਜਾਂ ਕਿਸੇ ਤੋਂ ਸੁਣੀਏ ਤੇ ਸਾਨੂੰ ਕੇਵਲ ਤੇ ਕੇਵਲ ਇੰਨੀ ਗੱਲ ਦੱਸ ਦਿੱਤੀ ਜਾਂਦੀ ਹੈ ਕਿ ਸਾਹਿਬਜ਼ਾਦਿਆਂ ਨੂੰ ਡਲਾਉਣ ਦਾ ਯਤਨ ਕੀਤਾ, ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੱਤੀਆਂ, ਪਰ ਜਦੋਂ ਨਾ ਡੋਲੇ ਤੇ ਆਖਰਕਾਰ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕੇਵਲ ਤੇ ਕੇਵਲ ਅਸੀਂ ਇੰਨਾ ਇਤਿਹਾਸ ਸਰਵਣ ਕੀਤੇ। ਪਰ ਸਾਧ ਸੰਗਤ ਜਦੋਂ ਇਤਿਹਾਸ ਨੂੰ ਘੋਖੀਏ ਨਾ, ਜੇਕਰ ਇੰਨੀ ਕੁ ਸਜ਼ਾ ਹੁੰਦੀ ਤੇ ਸਾਧ ਸੰਗਤ ਮੈਂ ਬੇਨਤੀ ਕਰਾਂ, ਇਹ ਇਤਿਹਾਸ ਗੁਰੂ ਪਿਆਰ ਵਾਲਿਓ ਜਿਹੜਾ ਸਮਕਾਲੀ ਸਮੇਂ ਦੇ ਕਵੀਆਂ ਨੇ, ਸਮੇਂ ਦੇ ਇਤਿਹਾਸਕਾਰਾਂ ਨੇ ਲਿਖਿਆ ਨਾ, ਤੇ ਉਹਨਾਂ ਦੇ ਵਿੱਚ ਜੋ ਕੁਝ ਜ਼ਿਕਰ ਆਇਆ ਨਾ, ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਇਤਿਹਾਸ ਦੇ ਵਿੱਚ ਇੱਕ ਨਾਮ ਆਉਂਦਾ ਹੈ ਭਾਈ ਦੂਨਾ ਸਿੰਘ ਜੀ ਹੰਡੂਰੀਆ। ਮਹਾਰਾਜ ਦੇ ਸਮਕਾਲੀ ਹੋਏ ਨੇ, ਸਤਿਗੁਰੂ ਮਹਾਰਾਜ ਦੇ ਸਮੇਂ ਦੇ ਵਿੱਚ ਨੇ। ਤੇ ਸਾਧ ਸੰਗਤ ਕਈ ਇਤਿਹਾਸਕਾਰ ਇੱਥੋਂ ਤੱਕ ਕਹਿੰਦੇ ਨੇ ਬਈ ਸਰਸਾ ਨਦੀ ਦੇ ਉੱਤੇ ਮਾਤਾ ਗੁਜਰੀ ਜੀ ਦੇ ਨਾਲੋਂ ਨਿਖੜਨ ਵਾਲਾ ਸੀ ਭਾਈ ਦੂਨਾ ਸਿੰਘ ਹੰਡੂਰੀਆ। ਇਹਨਾਂ ਦੀ ਇੱਕ ਲਿਖਤ ਹੈ, ਉਹਦੇ ਸਾਧ ਸੰਗਤ ਨਾਮ ਹੈ ਕਥਾ ਗੁਰੂ ਸੋਤਨ ਜੀ ਕੀ। ਤੇ ਗੁਰੂ ਪਿਆਰ ਵਾਲੇ ਦੇ ਵਿੱਚ ਨਾ ਜ਼ਿਕਰ ਕੀਤਾ ਸਾਹਿਬਜ਼ਾਦਿਆਂ ਦੇ ਉੱਤੇ ਜਿਹੜੇ ਸਾਧ ਸੰਗਤ ਉਹਨਾਂ ਜ਼ਾਲਮਾਂ ਨੇ ਵਾਰ ਕੀਤੇ, ਜੋ ਤਸੀਹੇ ਉਹਨਾਂ ਨੂੰ ਉਸ ਕੈਦ ਦੇ ਵਿੱਚ ਰੱਖ ਕੇ ਦਿੱਤੇ ਗਏ ਨਾ, ਮੈਂ ਬੇਨਤੀ ਕਰਾਂ ਸਾਧ ਸੰਗਤ ਕੰਧਾਂ ਵੀ ਰੋ ਪੈਂਦੀਆਂ ਨੇ ਉਹ ਇਤਿਹਾਸ ਨੂੰ ਸਰਵਣ ਕਰਕੇ। ਸਾਹਿਬਜ਼ਾਦੇ ਜਦੋਂ ਪਹਿਲੀ ਕਚਹਿਰੀ ਦੇ ਵਿੱਚ ਗਏ ਨਾ, ਉਹਨਾਂ ਨੇ ਬੜੇ ਲਾਲਚ ਦਿੱਤੇ ਕਿ ਤੁਹਾਨੂੰ ਲਾਲਚ ਦਿੱਤੇ ਸਾਧ ਸੰਗਤ, ਉਹਨਾਂ ਨੂੰ ਇਹ ਗੱਲ ਆਖੀ ਵੀ ਤੁਹਾਡੇ ਸੋਹਣੀਆਂ ਇਸਤਰੀਆਂ ਦੇ ਨਾਲ ਵਿਆਹ ਕਰ ਦਿੱਤੇ ਜਾਣਗੇ, ਤੁਹਾਨੂੰ ਬੜਾ ਪੈਸਾ ਦਿੱਤਾ ਜਾਏਗਾ, ਬੜੇ ਉੱਚੇ ਅਹੁਦੇ ਦਿੱਤੇ ਜਾਣਗੇ, ਬੜਾ ਧਨ ਦਿੱਤਾ ਜਾਏਗਾ। ਸਾਹਿਬਜ਼ਾਦੇ ਨਹੀਂ ਡੋਲੇ ਨਾ, ਤੇ ਵਜ਼ੀਰ ਖਾਨ ਨੇ ਹੁਕਮ ਕੀਤਾ, ਕਹਿੰਦਾ ਇਹਨਾਂ ਨੂੰ ਸ਼ਮਕ ਦੇ ਨਾਲ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਜਾਵੇ। ਤੇ ਗੁਰੂ ਪਿਆਰ ਵਾਲਿਓ, ਸ਼ਮਕ ਹੁੰਦੀ ਹੈ ਜਿਹੜੀ ਤੋਤ ਦੀ ਬਿਲਕੁਲ ਬਰੀਕ ਛਿਟੀ ਹੁੰਦੀ ਹੈ ਨਾ, ਜਦੋਂ ਸਾਧ ਸੰਗਤ ਕਿਸੇ ਦੇ ਮਾਰੀਏ ਨਾ, ਤੇ ਮੈਂ ਬੇਨਤੀ ਕਰਾਂ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਉਹਦਾ ਦਰਦ ਕੀ ਹੁੰਦਾ ਹੈ। ਸਰਦੀਆਂ ਦੇ ਦਿਨ ਨੇ,
ਪੋਹ ਦੀਆਂ ਰਾਤਾਂ ਦੇ ਵੇਲੇ, ਅੱਜ ਤਾਂ ਸਾਧ ਸੰਗਤ ਮੈਂ ਬੇਨਤੀ ਕਰਾਂ ਪੋਲਿਊਸ਼ਨ ਦਾ ਕਰਕੇ ਫਿਰ ਵੀ ਬਹੁਤ ਘੱਟ ਠੰਡ ਪੈਂਦੀ ਹੈ, ਉਸ ਸਮੇਂ ਦੇ ਵਿੱਚ ਜਿਹੜਾ ਅੰਤਾਂ ਦਾ ਸਿਖਰ, ਅੰਤਾਂ ਦੀ ਠੰਡ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਜਿਹੜਾ ਠੰਡਾ ਬੁਰਜ 72 ਫੁੱਟ ਦੀ ਉਚਾਈ ਦੇ ਉੱਤੇ ਹੈ ਤੇ 72 ਫੁੱਟ ਦੀ ਉਚਾਈ ਦੇ ਉੱਤੇ ਹੋਣ ਦੇ ਨਾਲ ਨਾਲ ਸਾਧ ਸੰਗਤ ਉਹਦੇ ਨਾਲ ਇੱਕ ਨਦੀ ਵਗਦੀ ਸੀ। ਜਿਹੜੀਆਂ ਹਵਾਵਾਂ ਹੁੰਦੀਆਂ ਸੀ ਨਾ, ਉਹ ਪਾਣੀ ਨਾਲ ਟਕਰਾ ਕੇ ਠੰਡੀਆਂ ਸ਼ੀਤ ਹੋ ਜਾਂਦੀਆਂ ਸੀ, ਬੁਰਜਾਂ ਤੱਕ ਪਹੁੰਚਦੀਆਂ। ਜਿਹੜੇ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ 72 ਫੁੱਟ ਦੀ ਉਚਾਈ ਤੇ ਉਸ ਬੁਰਜ ਦੇ ਵਿੱਚ ਠੰਡ ਲੱਗਦੀ ਸੀ ਸਾਧ ਸੰਗਤ। ਤੇ ਠੰਡ ਦੇ ਵਿੱਚ ਉਹ ਠੰਡੇ ਬੁਰਜ ਦੇ ਵਿੱਚ ਕਿੰਨੀ ਠੰਡ ਹੋਏਗੀ। ਮਾਤਾ ਗੁਜਰੀ ਜੀ ਬਿਰਾਜਮਾਨ, ਛੋਟੇ ਸਾਹਿਬਜ਼ਾਦੇ ਬਿਰਾਜਮਾਨ। ਭਾਈ ਦੂਨਾ ਸਿੰਘ ਨੇ ਇੱਕ ਸਾਧ ਸੰਗਤ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਠੰਡ ਦੇ ਨਾਲ ਨਾਲ ਸਾਹਿਬਜ਼ਾਦਿਆਂ ਦੇ ਬੁੱਲ ਵੀ ਨੀਲੇ ਹੋ ਗਏ, ਹੱਥ ਵੀ ਨੀਲੇ ਹੋ ਗਏ। ਤੁਸੀਂ ਸਾਰੇ ਪਰਿਵਾਰਾਂ ਵਾਲੇ ਬੈਠੇ ਹੋ, ਛੋਟਾ ਜਿਹਾ ਬੱਚਾ ਹੋਵੇ ਨਾ 8-9 ਸਾਲ ਦੀ ਉਮਰ ਦਾ, ਘਰ ਦੇ ਵਿੱਚ ਹੋਵੇ ਤੇ ਮਾਤਾ ਠੰਡ ਦੇ ਦਿਨਾਂ ਦੇ ਵਿੱਚ ਨਾ ਉਹਨੂੰ ਬਾਹਰ ਨਹੀਂ ਕੱਢਦੀ। ਰਾਤਾਂ ਵੇਲੇ ਮਾਤਾ ਆਪਣੇ ਪੁੱਤਰ ਨੂੰ ਕੋਲ ਬਿਠਾਉਂਦੀ ਹੈ, ਉਹਨੂੰ ਕੰਬਲ ਦਿੰਦੀ ਹੈ, ਉਹਨੂੰ ਰਜਾਈ ਦਿੰਦੀ ਹੈ, ਪੁੱਤਰ ਤੈਨੂੰ ਠੰਡ ਨਾ ਲੱਗ ਜਾਵੇ। ਰਾਤ ਨੂੰ ਕਿਤੇ ਸੁੱਤਿਆਂ ਪਿਆ ਬੱਚੇ ਦਾ ਹੱਥ ਜਾਂ ਪੈਰ ਰਜਾਈ ਤੋਂ ਬਾਹਰ ਆ ਜੇ ਨਾ, ਤੇ ਮਾਂ ਨੂੰ ਪਿਤਾ ਨੂੰ ਫਿਕਰ ਪਾ ਜਾਂਦੇ ਮੇਰੇ ਪੁੱਤਰ ਨੂੰ ਠੰਡ ਨਾ ਲੱਗ ਜਾਵੇ। ਧੰਨ ਹੈ ਮਾਤਾ ਗੁਜਰੀ। ਤਨ ਦੇ ਉੱਤੇ ਕੋਈ ਮੋਟਾ ਕੱਪੜਾ ਨਹੀਂ। ਸਾਧ ਸੰਗਤ ਸਾਨੂੰ ਫਿਲਮਾਇਆ ਬੜਾ ਇਹ ਕੁਝ ਗਿਆ ਹੈ ਕਿ ਸਾਹਿਬਜ਼ਾਦਿਆਂ ਦੇ ਕੋਲੇ ਆ ਕੱਪੜਾ ਸੀ, ਉਹਨਾਂ ਨੇ ਉੱਪਰ ਲਿਆ। ਪਰ ਮੈਂ ਬੇਨਤੀ ਕਰਾਂ, ਸੂਬਾ ਸਰਹੰਦ ਨੇ ਹੁਕਮ ਕੀਤਾ ਸੀ ਇਹਨਾਂ ਨੂੰ ਮੋਟਾ ਕੱਪੜਾ ਨਾ ਦਿੱਤਾ ਜਾਵੇ, ਕਿਉਂਕਿ ਮੈਂ ਸੁਣਿਆ ਵੀ ਇਹਨਾਂ ਦੇ ਖੂਨ ਦੇ ਵਿੱਚ ਬੜੀ ਗਰਮੀ ਹੈ। ਮੋਟਾ ਕੱਪੜਾ ਨਾ ਦਿੱਤਾ ਜਾਵੇ। ਜਿਹੜਾ ਇਹਨਾਂ ਨੇ ਕੁਝ ਛਕਣਾ ਉਹਨਾਂ ਨੂੰ ਕੁਝ ਛਕਣ ਵਾਸਤੇ ਨਾ ਦਿੱਤਾ ਜਾਵੇ। ਸਾਧ ਸੰਗਤ ਪਹਿਲਾਂ ਇਹ ਤਸੀਹੇ ਦਿੱਤੇ, ਫਿਰ ਸਾਹਿਬਜ਼ਾਦੇ ਕਚਹਿਰੀ ਦੇ ਵਿੱਚ ਨਹੀਂ ਡੋਲੇ। ਜ਼ਾਲਮਾਂ ਨੇ ਸਾਹਿਬਜ਼ਾਦਿਆਂ ਦੇ ਉੱਤੇ ਸ਼ਮਕਾਂ ਦੇ ਨਾਲ ਅਤਿਆਚਾਰ ਕੀਤੇ ਨੇ। ਸਰੀਰ ਲਹੂ ਲੁਹਾਨ ਹੋ ਗਿਆ, ਤਨ ਦੇ ਉੱਤੇ ਸਾਧ ਸੰਗਤ ਨਿਸ਼ਾਨ ਪੈ ਗਏ। ਫਿਰ ਨਹੀਂ ਡੋਲੇ। ਦਾਦੀ ਮਾਂ ਦੇ ਕੋਲ ਆ ਕੇ ਫਿਰ ਸਾਰੀ ਕਹਾਣੀ ਨੂੰ ਸੁਣਾਇਆ, ਮਾਂ ਬੜੇ ਅਤਿਆਚਾਰ ਕੀਤੇ ਪਰ ਡੋਲੇ ਨਹੀਂ, ਡੋਲੇ ਨਹੀਂ। ਤੇ ਮੈਂ ਬੇਨਤੀ ਛੋਟੀ ਜੀ ਕਰਾਂ, ਕਿਉਂ ਨਹੀਂ ਡੋਲੇ? ਕਿਉਂਕਿ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਅੱਜ ਸਾਡੇ ਵਿੱਚ ਇਹੋ ਘਾਟ ਹੋ ਗਈ ਹੈ। ਪ੍ਰਬੰਧਕ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਸੀ, ਮਹਾਰਾਜ ਨੇ ਜਿਹੜਾ ਸਾਨੂੰ ਹੁਕਮ ਦਿੱਤਾ ਸੀ ਨਾ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਜਿਹੜੀ ਬਖਸ਼ਿਸ਼ ਮਹਾਰਾਜ ਨੇ ਸਾਡੇ ਉੱਤੇ ਕੀਤੀ ਸੀ ਨਾ, ਕਿ ਹਰ ਘਰ ਦੇ ਵਿੱਚ ਗੁਰਬਾਣੀ ਦਾ ਚਾਨਣ ਹੋਵੇ, ਹਰ ਘਰ ਦੇ ਵਿੱਚ ਇਤਿਹਾਸ ਹੋਵੇ। ਮੈਂ ਬੇਨਤੀ ਕਰਾਂ, ਦੁਨੀਆ ਦੀਆਂ ਕਿੰਨੀਆਂ ਕੌਮਾਂ ਨੇ, ਮੁਸਲਮਾਨ ਧਰਮ ਦੇ ਵਿੱਚ ਕੇਵਲ 2 ਸ਼ਹੀਦ ਨੇ, ਹੋਰ ਬਹੁਤੇ ਸ਼ਹੀਦ ਨਹੀਂ। 2 ਸ਼ਹੀਦ ਨੇ, ਇੱਕ ਹਸਨ ਤੇ ਦੂਜਾ ਹੁਸੈਨ। ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਸੀ, ਹਸਨ ਤੇ ਹੁਸੈਨ, 2 ਸ਼ਹੀਦ। ਉਹਨਾਂ ਨੇ ਆਪਣੇ ਸ਼ਹੀਦਾਂ ਦੀ ਸ਼ਹੀਦੀ ਦਾ ਪ੍ਰਚਾਰ ਕਰਕੇ ਕਿੰਨੀ ਦੁਨੀਆ ਦੇ ਉੱਤੇ ਰਾਜ ਕੀਤਾ, ਦੇਸ਼ ਦੇ ਉੱਤੇ ਉਹਨਾਂ ਨੇ ਰਾਜ ਕੀਤਾ। ਤੇ ਮੈਂ ਬੇਨਤੀ ਕਰਾਂ, ਸਾਧ ਸੰਗਤ ਈਸਾਈ ਧਰਮ ਦੇ ਵਿੱਚ ਇੱਕ ਸ਼ਹੀਦ ਹੈ, ਉਹਨਾਂ ਨੇ ਆਪਣੇ ਇੱਕ ਸ਼ਹੀਦ ਦੀ ਸ਼ਹੀਦੀ ਦਾ ਇੰਨਾ ਪ੍ਰਚਾਰ ਕੀਤਾ, ਸਾਧ ਸੰਗਤ ਉਹਨਾਂ ਨੇ ਅੱਧੀ ਦੁਨੀਆ ਦੇ ਉੱਤੇ ਰਾਜ ਕੀਤਾ। ਤੇ ਮੈਂ ਬੇਨਤੀ ਕਰਾਂ, ਜੇ ਸਾਡੇ ਇਤਿਹਾਸ ਦੇ ਵੇਖਿਆ ਜਾਏ, ਸਾਡੇ ਇਤਿਹਾਸ ਦੇ ਉੱਤੇ ਧਿਆਨ ਮਾਰਿਆ ਜਾਏ, ਸਾਡੇ ਇਤਿਹਾਸ 'ਚ ਕਿੰਨੇ ਸ਼ਹੀਦ ਨੇ, ਕਿੰਨੇ ਮਨਸੂਰ ਨੇ। ਪਰ ਮੈਂ ਬੇਨਤੀ ਕਰਾਂ, ਫਿਰ ਅਸੀਂ ਸਿੱਖੀ ਤੋਂ ਦੂਰ ਕਿਉਂ ਜਾਂਦੇ ਆ? ਸਾਡਾ ਸਿੱਖੀ ਤੋਂ ਦੂਰ ਹੋਣ ਦਾ ਕਾਰਨ ਕੀ ਹੈ? ਅਸੀਂ ਕਾਰਨ ਪਤਾ ਕੀ ਆਖਦੇ ਆ? ਦੂਜਿਆਂ ਨੂੰ ਬਹੁਤ ਦੋਸ਼ ਦਿੰਦੇ ਆ, ਦੂਜੇ ਵੀ ਵਿੱਚ ਦੋਸ਼ੀ ਨੇ। ਅਸੀਂ ਦੋਸ਼ ਦਿੰਦੇ ਆ ਜੀ, ਆਗੂਆਂ ਨੇ ਇਹ ਨਹੀਂ ਕੀਤਾ, ਆਗੂਆਂ ਨੇ ਇਹ ਨਹੀਂ ਕੀਤਾ। ਆਗੂਆਂ ਨੇ ਜਿਹੜਾ ਕੁਝ ਨਹੀਂ ਕਰਨਾ ਸੀ ਉਹ ਨਹੀਂ ਕੀਤਾ, ਉਹ ਆਪਣੇ ਫਰਜ਼ਾਂ ਤੋਂ ਭਗੌੜੇ ਹੋ ਗਏ। ਪਰ ਸਿੱਖਾ ਆਪਣੇ ਅੰਦਰ ਝਾਤ ਮਾਰ ਵੀ ਤੂੰ ਕੀ ਕੀਤਾ ਹੈ। ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਆਪਣੇ ਪੁੱਤਰ ਨੂੰ ਬਿਠਾ ਕੇ ਕਦੇ ਮੂਲ ਮੰਤਰ ਦਾ ਪਾਠ ਸਿਖਾਇਆ? ਛੋਟੀ ਜਿਹੀ ਉਮਰ ਦਾ ਬੱਚਾ ਹੋਵੇ, ਕਦੇ ਬੱਚੇ ਨੂੰ ਬਿਠਾ ਕੇ ਗੱਲ ਆਖੀਏ, ਪੁੱਤਰ ਵਾਹਿਗੁਰੂ ਬੋਲ? ਸਾਡੀ ਬੁੱਕਲ ਦੇ ਵਿੱਚ ਬੱਚਾ ਬੈਠਾ ਹੋਵੇ ਕਿ ਅਸੀਂ ਉਹ ਪੁੱਤਰ ਨੂੰ ਆਖਿਆ ਕਿ ਪੁੱਤਰ ਆ ਮੈਂ ਤੈਨੂੰ ਸਾਹਿਬਜ਼ਾਦਿਆਂ ਦੀ ਕਹਾਣੀ ਸੁਣਾਉਣਾ, ਜਾਂ ਮਾਤਾ ਨੇ ਗੱਲ ਆਖੀ ਹੋਵੇ ਪੁੱਤਰ ਮੈਂ ਤੈਨੂੰ ਸਾਹਿਬਜ਼ਾਦਿਆਂ ਦੇ ਬਾਰੇ ਕਹਾਣੀ ਸੁਣਾਉਣੀ ਆ, ਸਾਹਿਬਜ਼ਾਦਿਆਂ ਦਾ ਇਤਿਹਾਸ ਤੈਨੂੰ ਦੱਸਦੀ ਆ। ਸਾਧ ਸੰਗਤ, ਜਿਸ ਦਿਨ ਸਾਡੇ ਘਰ ਵਿੱਚ ਗੁਰਬਾਣੀ ਦਾ ਪ੍ਰਕਾਸ਼ ਹੋ ਗਿਆ, ਜਿਸ ਦਿਨ ਸਾਡੇ ਘਰ 'ਚ ਇਤਿਹਾਸ ਦਾ ਪ੍ਰਕਾਸ਼ ਹੋ ਗਿਆ, ਮੈਂ ਦਾਅਵੇ ਨਾਲ ਕਹਿਣ ਨੂੰ ਤਿਆਰ ਹਾਂ, ਸਤਿਗੁਰੂ ਮਹਾਰਾਜ ਦਾ ਹੁਕਮ ਹੈ, ਸਾਧ ਸੰਗਤ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਜਾਣਗੇ, ਕਦੇ ਗੁਰੂ ਤੋਂ ਦੂਰ ਨਹੀਂ ਜਾਣਗੇ। ਦੂਰ ਹੋਣ ਦਾ ਕਾਰਨ ਇਹੋ ਹੈ ਕਿਉਂਕਿ ਅਸੀਂ ਉਹਨਾਂ ਨੂੰ ਦੱਸਿਆ ਨਹੀਂ। ਜਿਹਨੂੰ ਇਹ ਪਤਾ ਹੋਏਗਾ ਨਾ ਕਿ ਸਾਡੇ ਧਰਮ ਦੇ ਵਿੱਚ ਇੱਕ ਨਹੀਂ, ਸਾਡੇ ਧਰਮ 'ਚ ਬੜੇ ਸ਼ਹੀਦ ਨੇ, ਸਾਡੇ ਧਰਮ 'ਚ ਇੱਕ ਮਨਸੂਰ ਨਹੀਂ, ਸਾਡੇ ਧਰਮ 'ਚ ਮਨਸੂਰਾਂ ਦਾ, ਇਸ ਧਰਤੀ ਦੇ ਉੱਤੇ ਮਨਸੂਰਾਂ ਦੇ ਜਥੇ ਨੇ। ਤੇ ਸਾਡੀ ਜਿਹੜੀ ਨੀਂਹ ਹੈ ਨਾ, ਉਹ ਉਸਰੀ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਹੈ। ਜਦੋਂ ਬੱਚਿਆਂ ਨੂੰ ਇਸ ਗੱਲ ਦਾ ਪਤਾ ਲੱਗੇਗਾ, ਬੱਚੇ ਸਿੱਖੀ ਤੋਂ ਦੂਰ ਨਹੀਂ ਜਾਣਗੇ।
ਤੇ ਜਿਹੜੇ ਸਿੱਖੀ ਤੋਂ ਦੂਰ ਨਹੀਂ ਜਾਣਗੇ, ਜਿਹੜੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਰਹਿਣਗੇ, ਸਾਧ ਸੰਗਤ ਨਾ ਤਾਂ ਉਹ ਨਸ਼ੇ ਵਰਗੀ ਭੈੜੀ ਬਲਾ ਦੇ ਵੱਲ ਨੂੰ ਜਾਣਗੇ, ਨਾ ਉਹ ਮਾੜੇ ਕੁਕਰਮਾਂ ਦੇ ਵੱਲ ਨੂੰ ਜਾਣਗੇ। ਜੇਕਰ ਉਹ ਗੁਰੂ ਦੇ ਚਰਨਾਂ ਦੇ ਵਿੱਚ ਸ਼ੁਰੂ ਤੋਂ ਆਉਣ ਲੱਗੇ ਨਾ ਤੇ ਬਾਂਹ ਗੁਰੂ ਨਾਨਕ ਫੜ ਲਏਗਾ। ਹੁਣ ਸਤਿ ਸ੍ਰੀ ਅਕਾਲ। ਹੁਣ ਫੈਸਲਾ ਸਾਡੇ ਹੱਥ ਦੇ ਵਿੱਚ ਹੈ ਵੀ ਅਸੀਂ ਆਪਣੇ ਪੁੱਤਰਾਂ ਨੂੰ ਕੀ ਸਿਖਾਉਣਾ ਹੈ। ਅਸੀਂ ਆਪਣੇ ਪੁੱਤਰਾਂ ਨੂੰ ਇਤਿਹਾਸ ਦੱਸਣਾ ਹੈ, ਅਸੀਂ ਆਪਣੇ ਪੁੱਤਰਾਂ ਨੂੰ ਗੁਰਬਾਣੀ ਦੱਸਣੀ ਹੈ। ਸਾਧ ਸੰਗਤ, ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦੇ ਨਾ, ਤੇ ਮੈਂ ਛੋਟੀ ਜੀ ਬੇਨਤੀ ਕਰਾਂ, ਘਰ ਦਾ ਕੋਈ ਵੀ ਜੀ ਹੋਵੇ, ਘਰ ਦੇ ਵਿੱਚ ਹਰ ਰੋਜ਼ ਆਪਣੇ ਪੁੱਤਰ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਕਰ ਲਵੇ ਨਾ, ਸੁਖਮਨੀ ਸਾਹਿਬ ਦੀਆਂ ਕੁਝ ਅਸ਼ਟਪਦੀਆਂ ਦਾ ਜਾਪ ਕਰ ਲਵੇ, ਵਾਹਿਗੁਰੂ ਮੂਲ ਮੰਤਰ ਸਾਧ ਸੰਗਤ ਜਪ ਲਵੇ, ਵਾਹਿਗੁਰੂ ਮੰਤਰ ਸਵਾਸ ਧਿਆ ਲਵੇ ਨਾ, ਤੇ ਗੁਰੂ ਪਿਆਰ ਵਾਲਿਓ ਉਸ ਬੱਚੇ ਨੂੰ ਗੁਰਬਾਣੀ ਦੀ ਗੁਰਤੀ ਮਿਲੇਗੀ। ਫਿਰ ਗੁਰੂ ਜਿਹੜਾ ਸਿਰ ਦੇ ਉੱਤੇ ਹੱਥ ਰੱਖੇਗਾ ਨਾ, ਸਾਧ ਸੰਗਤ, ਦੁਨੀਆ ਦੇ ਵਿੱਚ ਉਸ ਇਨਸਾਨ ਦੀ ਮਿਸਾਲ ਵੱਖਰੀ ਹੋਏਗੀ ਜਿਹੜਾ ਗੁਰੂ ਦੇ ਉੱਤੇ ਭਰੋਸਾ ਕਰਦਾ ਹੈ। ਪਰ ਅਸੀਂ ਗੁਰੂ ਦੀ ਸੁਣਨ ਵਾਲੇ ਹੋਈਏ, ਤੇ ਜੇ ਗੁਰੂ ਦਾ ਹੁਕਮ ਹੋਵੇ, ਜੇ ਬਾਬਾਣੀਆਂ ਕਹਾਣੀਆਂ ਗੁਰੂ ਨੇ ਸਾਧ ਸੰਗਤ ਝੋਲੀ ਦੇ ਵਿੱਚ ਪਾਈਆਂ ਹੋਣ ਨਾ, ਤੇ ਬੱਚੇ ਨੂੰ ਅਸੀਂ ਉਹ ਬਾਬਾਣੀਆਂ ਕਹਾਣੀਆਂ ਦਸੀਏ, ਬੱਚੇ ਸਿੱਖੀ ਤੋਂ ਦੂਰ ਨਹੀਂ ਜਾਣਗੇ। ਮਾਤਾ ਗੁਜਰੀ ਜੀ ਜਿਹੜੇ ਠੰਡੇ ਬੁਰਜ ਦੇ ਵਿੱਚ ਬੈਠਿਆਂ ਵੀ ਆਪਣੇ ਪੁੱਤਰਾਂ ਨੂੰ ਇਹ ਗੱਲ ਦੱਸਦੇ ਨੇ, ਕਹਿੰਦੇ ਪੁੱਤਰੋ, ਜਿਹੜੇ ਤਸੀਹੇ ਜ਼ਾਲਮ ਦਿੰਦੇ ਨੇ ਨਾ, ਇਹ ਸ਼ੁਰੂ ਤੋਂ ਦਿੰਦੇ ਆਏ ਨੇ, ਤੇ ਸਾਡੇ ਪੁਰਖੇ ਉਹ ਨੇ ਜਿਹੜੇ ਤੱਤੀਆਂ ਤਵੀਆਂ ਦੇ ਉੱਤੇ ਵੀ ਬੈਠ ਗਏ। ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਉਹਨਾਂ ਨੇ ਸਾਨੂੰ ਬਖਸ਼ਿਆ ਏ, ਉਹਨਾਂ ਨੇ ਸਾਨੂੰ ਨਵਾਜਿਆ ਏ, ਜਿਹੜੇ ਤੱਤੀਆਂ ਤਵੀਆਂ ਦੇ ਉੱਤੇ ਬੈਠ ਗਏ। ਜਦੋਂ ਉਹ ਬੋਲਣ ਤੇ ਆਏ, ਉਹਨਾਂ ਦੀ ਦਲੀਲ ਦਾ ਕਿਸੇ ਕੋਲੇ ਜਵਾਬ ਨਹੀਂ ਸੀ, ਤੇ ਜਦੋਂ ਸ਼ਾਂਤ ਰਹਿਣ ਤੇ ਚੁੱਪ ਰਹਿਣ ਤੇ ਆਏ, ਫਿਰ ਭਾਵੇਂ ਸੀਸ ਤੇ ਆਰਾ ਵੀ ਚੱਲ ਗਿਆ, ਮੁਖ ਦੇ ਵਿੱਚ ਉਹ ਸੀ ਨਹੀਂ ਉਚਾਰੀ। ਅਸੀਂ ਉਹਨਾਂ ਦੇ ਵਾਰਸ ਹਾਂ। ਤੇ ਗੁਰੂ ਪਿਆਰ ਵਾਲਿਓ, ਸਾਹਿਬਜ਼ਾਦਿਆਂ ਨੇ ਆਪਣੇ ਤਨ ਦੇ ਉੱਤੇ ਕਸ਼ਟ ਚੱਲੇ, ਜ਼ਮੂਰਾਂ ਦੇ ਨਾਲ ਮਾਸ ਤੱਕ ਨੋਚਿਆ ਗਿਆ, ਇਤਿਹਾਸਕਾਰ ਕਹਿੰਦੇ ਨੇ। ਹੁਣ ਛੋਟੀਆਂ ਜੀਆਂ ਉਮਰਾਂ 7 ਤੇ 9 ਸਾਲ ਦੀ ਉਮਰ ਕਿੱਡੀ ਕੁ ਹੁੰਦੀ ਹੈ, ਤੇ ਗੁਰੂ ਪਿਆਰ ਵਾਲਿਓ ਆਖਰਕਾਰ ਜਦੋਂ ਨਹੀਂ ਡੋਲੇ ਨਾ, ਨੀਹਾਂ ਦੇ ਵਿੱਚ ਚੜਨ ਦਾ ਹੁਕਮ ਦਿੱਤਾ, ਨੀਹਾਂ ਦੇ ਵਿੱਚ ਚੜਿਆ ਗਿਆ, ਤੇ ਸਾਧ ਸੰਗਤ ਜਦੋਂ ਬੇਹੋਸ਼ ਹੋਏ, ਉਹ ਨੀਂਹ ਡਿੱਗੀ ਹੈ, ਕੰਧ ਡਿੱਗੀ, ਸਾਹਿਬਜ਼ਾਦੇ ਬੇਹੋਸ਼ੀ ਦੀ ਉਮਰ ਹਾਲਤ ਦੇ ਵਿੱਚ ਨੇ। ਤੇ ਉਸ ਸਮੇਂ ਗੁਰੂ ਪਿਆਰ ਵਾਲਿਓ ਜਦੋਂ ਆਹ ਗੱਲ ਆਖੀ ਨਾ, ਉਹਨਾਂ ਨੇ ਦੁਬਾਰਾ ਫਿਰ ਹੋਸ਼ ਦੇ ਵਿੱਚ ਲਿਆ ਕੇ ਪੁੱਛਿਆ, ਕਹਿੰਦੇ ਹੁਣ ਸਾਡੇ ਧਰਮ ਦੇ ਵਿੱਚ ਆ ਜਾਓ। ਬੋਲਿਆ ਨਹੀਂ ਸੀ ਜਾਂਦਾ, ਸਿਰਫ ਗਰਦਨ ਨੂੰ ਹਿਲਾ ਕੇ ਜਵਾਬ ਦਿੱਤਾ ਵੀ ਹੁਣ ਵੀ ਤੁਹਾਡੇ ਧਰਮ ਵਿੱਚ ਆਉਣ ਵਾਸਤੇ ਤਿਆਰ ਨਹੀਂ। ਤੁਸੀਂ ਲਿਆਉਂਦੇ ਥੱਕ ਜਾਓਗੇ, ਜ਼ੁਲਮ ਕਰਦੇ ਥੱਕ ਜਾਓਗੇ, ਅਸੀਂ ਜ਼ੁਲਮ ਨੂੰ ਆਪਣੇ ਤਨ ਦੇ ਉੱਤੇ ਝੱਲਦਿਆਂ ਨਹੀਂ ਥੱਕਣਾ। ਜਦੋਂ ਆਖਰੀ ਵਾਰ ਸਾਹਿਬਜ਼ਾਦਿਆਂ ਨੇ ਨਾ ਕੀਤੀ ਹੈ ਨਾ, ਤੇ ਗੁਰੂ ਪਿਆਰ ਵਾਲਿਓ ਉਹਨਾਂ ਦੇ ਸੀਸ ਨੂੰ ਕਲਮ ਕਰਨ ਦਾ ਹੁਕਮ ਸੁਣਾ ਦਿੱਤਾ। ਅਸੀਂ ਮੂਵੀ ਵੇਖੀ ਹੈ ਨਾ, 4 ਸਾਹਿਬਜ਼ਾਦੇ, ਸਾਡੇ ਸਾਹਮਣੇ ਪਤਾ ਕੀ ਲਿਆਂਦਾ ਗਿਆ ਵੀ ਸਾਹਿਬਜ਼ਾਦਿਆਂ ਨੂੰ ਜੀ ਧਰਤੀ ਦੇ ਉੱਤੇ ਲੇਟੇ ਨੇ, ਤੇ ਜਲਾਦਾਂ ਨੇ ਉਹਨਾਂ ਦੇ ਸੀਸ ਕਲਮ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਜਦ ਕਿ ਮੁਸਲਮਾਨ ਜਿਹੜਾ ਧਰਮ ਹੈ ਨਾ, ਉਹ ਜ਼ਿਵਾ ਕਰਨ ਨੂੰ ਮੰਨਦਾ ਹੈ ਜੀ। ਜ਼ਿਵਾ ਕਿਵੇਂ ਕੀਤਾ ਜਾਂਦਾ ਹੈ? ਜ਼ਿਵਾ ਸਾਧ ਸੰਗਤ ਝਟਕੇ ਦੇ ਨਾਲ ਨਹੀਂ ਕੀਤਾ ਜਾਂਦਾ, ਜ਼ਿਵਾ ਸਾਹ ਰਗ ਨੂੰ ਹੌਲੀ ਹੌਲੀ ਕੱਟ ਕੇ ਸ਼ਹੀਦ ਕੀਤਾ ਜਾਂਦਾ ਹੈ, ਮਾਰਿਆ ਜਾਂਦਾ ਹੈ। ਤੇ ਸਾਹਿਬਜ਼ਾਦਿਆਂ ਨੂੰ, ਉਹਨਾਂ ਨੂੰ ਸਾਧ ਸੰਗਤ ਪੁੱਠਿਆਂ ਪਾ ਕੇ ਨਾ, ਉਹਨਾਂ ਦੀ ਗਰਦਨ ਦੇ ਉੱਤੇ, ਉਹਨਾਂ ਦੀ ਪਿੱਠ ਦੇ ਉੱਤੇ ਸਾਧ ਸੰਗਤ ਉਹਨਾਂ ਨੇ ਗੋਡੇ ਰੱਖੇ। ਜਲਾਦਾਂ ਨੇ ਸਾਹਿਬਜ਼ਾਦਿਆਂ ਦਾ ਜਿਹੜਾ ਸੀਸ ਹੈ ਤਾਂ ਚੁੱਕਿਆ, ਤੇ ਗੁਰੂ ਪਿਆਰ ਵਾਲਿਓ ਸਾਹ ਰਗ ਨੂੰ ਹੌਲੀ ਹੌਲੀ ਕੱਟਣਾ ਸ਼ੁਰੂ ਕੀਤਾ, ਹੌਲੀ ਹੌਲੀ ਜ਼ਿਵਾ ਕਰਕੇ। ਤੇ ਗੁਰੂ ਪਿਆਰ ਵਾਲਿਓ ਇਤਿਹਾਸ ਦੇ ਵਿੱਚ ਭਾਈ ਦੂਨਾ ਸਿੰਘ ਨੇ ਇੱਥੋਂ ਤੱਕ ਜ਼ਿਕਰ ਕੀਤਾ, ਕਹਿਣ ਲੱਗੇ ਬਾਬਾ ਜੁਝਾਰ ਸਿੰਘ ਸਾਧ ਸੰਗਤ ਪਹਿਲਾਂ ਸ਼ਹਾਦਤ ਦਾ ਜਾਮ ਪੀ ਗਏ, ਬਾਬਾ ਫਤਿਹ ਸਿੰਘ ਜਿਹੜੇ ਨੇ ਤੇ ਗੁਰੂ ਪਿਆਰ ਵਾਲਿਓ ਕਈ ਮਿੰਟ ਧਰਤੀ ਦੇ ਉੱਤੇ ਤੜਫਦੇ ਰਹੇ ਨੇ, ਫਿਰ ਉਸ ਤੋਂ ਬਾਅਦ ਸ਼ਹਾਦਤ ਦਾ ਜਾਮ ਪੀਤਾ। ਆ ਇਤਿਹਾਸ ਸਾਨੂੰ ਨਹੀਂ ਦੱਸਿਆ। ਜਦੋਂ ਆ ਇਤਿਹਾਸ ਉਸ ਨੂਰੀ ਨੇ ਆਪਣੇ ਵੀਰ ਨੂੰ ਦੱਸਿਆ ਨਾ, ਨੂਰਾ ਮਾਹੀ ਅੱਖਾਂ ਦੇ ਵਿੱਚ ਹੰਝੂ ਆਏ, ਕਹਿੰਦਾ ਭੈਣ ਤੂੰ ਇਹ ਇਤਿਹਾਸ ਮੈਨੂੰ ਦੱਸ ਦਿੱਤਾ, ਮੈਂ ਗੁਰੂ ਨੂੰ ਜਾ ਕੇ ਕਿਵੇਂ ਦੱਸਾਂਗਾ? ਤੂੰ ਇਹ ਇਤਿਹਾਸ ਮੈਨੂੰ ਦੱਸ ਦਿੱਤਾ ਤੇ ਮੈਂ ਜਾ ਕੇ ਕਿਵੇਂ ਦੱਸਾਂਗਾ? ਤੇ ਸਾਧ ਸੰਗਤ ਨੂਰੀ ਨੇ ਇਹ ਵੀ ਗੱਲ ਆਖੀ, ਕਹਿੰਦੀ ਵੀਰਾ ਵਜ਼ੀਰ ਖਾਨ ਨੇ ਇੱਥੋਂ ਤੱਕ ਹੁਕਮ ਕੀਤਾ, ਜਦੋਂ ਨੀਂਹ ਚਿਣਦਿਆਂ ਸਾਹਿਬਜ਼ਾਦਿਆਂ ਦੇ ਗੋਡਿਆਂ ਤੱਕ ਆਈ, ਤੇ ਸਾਹਿਬਜ਼ਾਦਿਆਂ ਦੇ ਗੋਡਿਆਂ ਤੱਕ ਨੀਂਹ ਪਹੁੰਚੀ ਹੈ, ਜਦੋਂ ਉਹ ਭੰਨ ਕੇ ਇੱਟ ਲਾਉਣ ਲੱਗਾ, ਵਜ਼ੀਰ ਖਾਨ ਨੇ ਆਖਿਆ ਇਹ ਕੀ ਕਰਨਾ ਹੈ? ਕਹਿੰਦਾ ਜੀ ਚੱਪਣੀ ਵਿੱਚ ਆਉਂਦੀ ਹੈ ਨੀਂਹ ਟੇਢੀ ਹੋ ਜਾਏਗੀ, ਕਹਿੰਦਾ ਇੱਟ ਨੂੰ ਨਹੀਂ ਭੰਨਣਾ, ਜੇ ਚੱਪਣੀਆਂ ਵਿੱਚ ਆਉਂਦੀਆਂ ਨੇ ਤੇ ਚੱਪਣੀਆਂ ਲਾ ਦੇ। ਚੱਪਣੀਆਂ ਲਾ ਦਿੱਤੀਆਂ ਗਈਆਂ। ਲਹੂ ਲਹਾਨ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀਂਦੇ ਨੇ, ਤੇ ਨੂਰਾ ਮਾਹੀ ਸਾਧ ਸੰਗਤ ਉੱਠ ਕੇ ਤੁਰ ਪਿਆ, ਕੁਝ ਨਹੀਂ ਆਖਿਆ। ਸਰਹੰਦ ਸ਼ਹਿਰ ਦੇ ਵਿੱਚੋਂ ਬਾਹਰ ਨਿਕਲ ਗਿਆ, ਤੁਰਿਆ ਜਾਂਦਾ ਹੈ,
ਤੇ ਤੁਰਿਆਂ ਜਾਂਦਿਆਂ ਠੇਡਾ ਵੱਜਦਾ ਡਿੱਗ ਪੈਂਦਾ ਹੈ, ਕਿਉਂਕਿ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਨੇ, ਅੱਖਾਂ ਦੇ ਸਾਹਮਣੇ ਮਾਤਾ ਗੁਜ਼ਰੀ ਹੈ। ਜਦੋਂ ਭੈਣ ਨੇ ਦੱਸਿਆ ਨਾ ਕਿ ਵੀਰਾ ਮਾਤਾ ਜੀ ਨੂੰ ਬੁਰਜ ਦੇ ਉੱਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ, ਤੇ ਸਾਧ ਸੰਗਤ ਉਹੀ ਅੱਖਾਂ ਦੇ ਸਾਹਮਣੇ ਆਉਂਦਾ, ਸਾਹਮਣੇ ਰਸਤਾ ਨਹੀਂ ਦਿਸਦਾ। ਜਿਹੜੇ 40 ਕੋਹ ਦੀ ਵਾਟ ਚੱਲ ਕੇ ਆਇਆ, ਕੁਝ ਨਹੀਂ ਛਕਿਆ, 40 ਕੋਹ ਦੀ ਵਾਟ ਚੱਲ ਕੇ ਜਾਣਾ, ਹੁਣ ਉਹੀ 40 ਕੋਹ ਉਹਨੂੰ 80 ਕੋਹ ਵਰਗੀ ਲੱਗਦੀ ਹੈ। ਮਹਾਰਾਜ ਨੂੰ ਜਾ ਕੇ ਕੀ ਦੱਸਾਂਗਾ, ਮੈਂ ਤਾਂ ਇਹ ਖਬਰ ਦੇਣੀ ਸੀ ਕਿ ਸਤਿਗੁਰੂ ਜੀ ਤੁਹਾਡੇ ਸਾਹਿਬਜ਼ਾਦੇ ਚੜ੍ਹਦੀ ਕਲਾ ਦੇ ਵਿੱਚ ਨੇ, ਹੁਣ ਮੈਂ ਜਾ ਕੇ ਕੀ ਖਬਰ ਸੁਣਾਵਾਂਗਾ। ਤੁਰਿਆ ਜਾਂਦਾ ਹੈ। ਸਾਧ ਸੰਗਤ ਜਦੋਂ ਇਸ ਰਾਏਕੋਟ ਦੀ ਧਰਤੀ ਤੇ ਪਹੁੰਚਿਆ ਨਾ, ਉੱਥੋਂ ਦੇ ਲੋਕਾਂ ਨੇ ਇਹਨੂੰ ਦੱਸਿਆ, ਕਹਿੰਦੇ ਭਾਈ ਮਹਾਰਾਜ ਲੰਮੇ ਜੱਟਪੁਰੇ ਚਲੇ ਗਏ ਨੇ, ਨਾਲ ਦਾ ਪਿੰਡ ਲੰਮੇ ਜੱਟਪੁਰਾ, ਕਹਿੰਦੇ ਮਹਾਰਾਜ ਉਸ ਧਰਤੀ ਦੇ ਉੱਤੇ ਚਲੇ ਗਏ ਨੇ, ਨੂਰਿਆ ਉੱਥੇ ਚਲਿਆ ਜਾ। ਨੂਰਾ ਸਾਧ ਸੰਗਤ ਫਿਰ ਉਸ ਵਾਟ ਨੂੰ ਹੋ ਤੁਰਿਆ। ਜਦੋਂ ਸਾਧ ਸੰਗਤ ਮਹਾਰਾਜ ਉਸ ਧਰਤੀ ਤੇ ਲੰਮੇ ਜੱਟਪੁਰੇ ਬੈਠੇ ਨੇ ਨਾ, ਸਿੰਘਾਂ ਨੂੰ ਆਖਿਆ, ਕਹਿੰਦੇ ਸਿੰਘੋ ਆ ਦਰਖਤ ਦੇ ਉੱਤੇ ਚੜ ਕੇ ਜਿਹੜਾ ਨਿਗਾਹ ਮਾਰਿਓ, ਨੂਰਾ ਮਾਹੀ ਆ ਰਿਹਾ। ਸਿੰਘ ਨੇ ਜਦੋਂ ਦੇਖਿਆ, ਕਹਿੰਦਾ ਮਹਾਰਾਜ ਹਾਂ ਤੁਰਿਆ ਆ ਰਿਹਾ। ਨੂਰਾ ਮਾਹੀ ਆ ਗਿਆ, ਮਹਾਰਾਜ ਦੇ ਚਰਨਾਂ ਦੇ ਵਿੱਚ ਆਣ ਕੇ ਲੰਮੇ ਜੱਟਪੁਰੇ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ, ਤੇ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ ਬੈਠ ਗਿਆ, ਮੂੰਹ ਦੇ ਵਿੱਚੋਂ ਕੁਝ ਨਾ ਬੋਲਿਆ। ਮਹਾਰਾਜ ਨੇ ਉਹਨੂੰ ਮੋਢਿਆਂ ਤੋਂ ਫੜਿਆ, ਆਖਣ ਲੱਗੇ, ਕਹਿੰਦੇ ਨੂਰਿਆ ਦੱਸ ਕੀ ਹੋਇਆ। ਨੂਰਾ ਮਾਹੀ ਭੁੱਬੀ ਰੋ ਪਿਆ, ਉਹਦੀ ਜ਼ੁਬਾਨ ਦੇ ਵਿੱਚੋਂ ਕੋਈ ਵੀ ਸ਼ਬਦ ਨਾ ਆਇਆ, ਬਸ ਇੰਨੀ ਗੱਲ ਆਖੀ, ਕਹਿੰਦਾ ਕਲਗੀਆਂ ਵਾਲਿਆ ਪਤਾ ਸਭ ਕੁਝ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਦਾਤਾ, ਦਿਲਾਂ ਦੀਆਂ ਜਾਣਨ ਵਾਲਾ ਹੈ, ਸਭ ਕੁਝ ਜਾਣਨ ਵਾਲਾ ਹੈ, ਫਿਰ ਵੀ ਮੇਰੇ ਤੋਂ ਪੁੱਛਦਾ। ਮਹਾਰਾਜ ਕਹਿੰਦੇ ਨੂਰਿਆ ਮੈਨੂੰ ਪਤਾ ਭਾਵੇਂ ਸਾਰਾ ਕੁਝ ਹੈ, ਪਰ ਪੁੱਤ ਮੈਂ ਪੁੱਛਣਾ ਤੇਰੇ ਕੋਲੋਂ ਹੈ, ਮੈਂ ਪੁੱਛਣਾ ਤੇਰੇ ਕੋਲੋਂ ਚਾਹੁੰਦਾ, ਦੱਸ ਉਸ ਧਰਤੀ ਦੇ ਉੱਤੇ ਕੀ ਹੋਇਆ। ਨੂਰੇ ਮਾਹੀ ਤੋਂ ਸਾਧ ਸੰਗਤ ਬੋਲਿਆ ਨਹੀਂ ਜਾਂਦਾ। ਫਿਰ ਵੀ ਗੁਰੂ ਪਿਆਰ ਵਾਲਿਓ ਜਦੋਂ ਭੁੱਬੀ ਰੋਇਆ, ਮੇਰੇ ਸਤਿਗੁਰੂ ਮਹਾਰਾਜ ਨੇ ਗਲ ਦੇ ਨਾਲ ਲਾਇਆ, ਕੰਠ ਦੇ ਨਾਲ ਲਾਇਆ, ਤੇ ਪਿਆਰ ਦੇ ਕੇ ਆਖਿਆ, ਕਹਿੰਦੇ ਨੂਰਿਆ ਹੌਸਲਾ ਕਰ, ਦੱਸ ਕੀ ਹੋਇਆ, ਕੀ ਵਾਪਰਿਆ ਉਸ ਧਰਤੀ ਦੇ ਉੱਤੇ। ਕਹਿੰਦਾ ਸਤਿਗੁਰੂ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ, ਪਰ ਮਹਾਰਾਜ ਤੇਰੇ ਸਾਹਿਬਜ਼ਾਦੇ ਡੂਲੇ ਨਹੀਂ, ਜ਼ਾਲਮਾਂ ਨੇ ਲੱਖ ਡਲਾਉਣ ਦਾ ਯਤਨ ਕੀਤਾ, ਸਾਹਿਬਜ਼ਾਦਿਆਂ ਅੱਗੋਂ ਜਵਾਬ ਦਿੱਤਾ, ਸਾਹਿਬਜ਼ਾਦਿਆਂ ਅੱਗੋਂ ਕੜਕ ਕਿਹਾ, ਪਰਬਤ ਦਾਬਿਆਂ ਨਾਲ ਨਹੀਂ ਹਲ ਜਾਂਦੇ, ਅਸੀਂ ਅਸਲ ਫੌਲਾਦ ਦੇ ਡੱਕਰੇ ਹਾਂ, ਫੂਕ ਮਾਰਿਆ ਜਿਹੜੇ ਨਹੀਂ ਢਲ ਜਾਂਦੇ, ਅਸੀਂ ਉਹ ਪਤੰਗੇ ਹਾਂ ਸੜ ਮਰਨੇ ਜਿਹੜੇ ਸ਼ਮਾ ਤੋਂ ਵੀ ਪਹਿਲਾਂ ਜਲ ਜਾਂਦੇ, ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਭੇਡਾਂ ਨਾਲ ਨਹੀਂ ਰਲ ਜਾਂਦੇ। ਸਤਿ ਸ੍ਰੀ ਅਕਾਲ। ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਮਹਾਰਾਜ ਦੀ ਗੋਦ ਦੇ ਵਿੱਚ ਗੁਰੂ ਪਿਆਰ ਵਾਲਿਓ ਸਿਰ ਰੱਖ ਕੇ ਨੂਰੇ ਮਾਹੀ ਨੇ ਸਾਹਿਬਜ਼ਾਦਿਆਂ ਦੀ ਵੀਰਤਾ ਦੀ ਵਾਰਤਾ ਜਿਵੇਂ ਆਖੀ ਹੈ, ਉਹਨਾਂ ਗੱਲਾਂ ਨੂੰ ਜੋੜੀ ਕਵਿਤਾ ਵਿੱਚ ਬਿਆਨ ਕਰ ਰਹੀ ਹੈ। ਆਓ ਪ੍ਰੇਮ ਨਾਲ ਸਰਵਣ ਕਰੀਏ। ਨਿਕਲੇ ਨਾ ਬੋਲ ਨੂਰ ਦੀ ਜ਼ਬਾਨ ਚੋਂ, ਨੀਵੀਆਂ ਸੀ ਪਾਲੀਆਂ, ਫਰਕ ਦੇ ਹੋਠ ਕੁਝ ਕਿਹਾ ਜਾਏ ਨਾ, ਨਜ਼ਰਾਂ ਝੁਕਾ ਲਈਆਂ, ਫਰਕ ਦੇ ਹੋਠ ਕੁਝ ਕਿਹਾ ਜਾਏ ਨਾ, ਨਜ਼ਰਾਂ ਝੁਕਾ ਲਈਆਂ। ਉਹ ਕਹਿੰਦਾ ਦਸ਼ਮੇਸ਼ ਪਿਤਾ ਦਸਾਂ ਬੋਲ ਕੇ, ਕਿੰਜ ਸਾਰਾ ਹਾਲ ਜੀ, ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ, ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ। ਨਿਕਲੇ ਨਾ ਬੋਲ ਨੂਰ ਦੀ ਜ਼ਬਾਨ ਚੋਂ, ਨੀਵੀਆਂ ਸੀ ਪਾਲੀਆਂ, ਫਰਕ ਦੇ ਹੋਠ ਕੁਝ ਕਿਹਾ ਜਾਏ ਨਾ, ਨਜ਼ਰਾਂ ਝੁਕਾ ਲਈਆਂ, ਫਰਕ ਦੇ ਹੋਠ ਕੁਝ ਕਿਹਾ ਜਾਏ ਨਾ, ਨਜ਼ਰਾਂ ਝੁਕਾ ਲਈਆਂ। ਉਹ ਕਹਿੰਦਾ ਦਸ਼ਮੇਸ਼ ਪਿਤਾ ਦਸਾਂ ਬੋਲ ਕੇ, ਕਿੰਜ ਸਾਰਾ ਹਾਲ ਜੀ, ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਬਾਲ ਜੀ, ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ। ਮਾਇਆ ਦੇਖ ਦੰਗੂ ਬੇਈਮਾਨ ਹੋ ਗਿਆ, ਕਹਿਰ ਸੀ ਕਮਾ ਗਿਆ, ਛੱਡ ਦੇ ਜਕਾਰੇ ਦੇਖ ਛੋਟੇ ਬਾਲਾਂ ਨੂੰ ਵਜੀਦ ਗੁੱਸਾ ਖਾ ਗਿਆ, ਛੱਡ ਦੇ ਜਕਾਰੇ ਦੇਖ ਗੁੱਸੇ, ਛੱਡ ਦੇ ਜਕਾਰੇ ਦੇਖ ਛੋਟੇ ਬਾਲਾਂ ਨੂੰ ਵਜੀਦ ਗੁੱਸਾ ਖਾ ਗਿਆ। ਸੁਚਾਨਤ ਚੰਦਰਾ ਚੰਡਾਲ ਬਣਿਆ, ਖੇਡ ਗਿਆ ਚਾਲ ਜੀਓ, ਸੁਚਾਨਤ ਚੰਦਰਾ ਚੰਡਾਲ ਬਣਿਆ, ਖੇਡ ਗਿਆ ਚਾਲ ਜੀ, ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ, ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ। ਸ਼ੇਰ ਖਾਨ ਰੇ ਪਿੱਟ ਦਾ ਮਲੇਰੀਆ, ਵਾਰ ਵਾਰ ਰੋਕਦਾ, ਸ਼ੇਰ ਖਾਨ ਰਿਆ
ਰੋਕਦਾ ਪਿਤਾ ਦਾ ਨਹੀਂ ਬਦਲਾ ਪੁੱਤਾਂ ਤੋਂ ਲਈਦਾ ਉਹ ਰਿਆ ਟੋਕਦਾ ਦੀ ਉਹ ਰਿਆ ਰੋਕਦਾ ਪਿਤਾ ਦਾ ਨਹੀਂ ਬਦਲਾ ਪੁੱਤਾਂ ਤੋਂ ਲਈਦਾ ਦੀ ਉਹ ਰਿਆ ਰੋਕਦਾ ਹਾਂ ਦਾ ਨਾਰਾ ਹੱਕ ਚ ਮਾਸੂਮ ਜਿੰਦਾ ਦੇ ਉਹ ਹੋ ਗਿਆ ਮਾਰ ਜੀ ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ ਜਿੰਦਾ ਦੋ ਮਾਸੂਮ ਸੱਚ ਦੇ ਵੈਰੀਆਂ ਨਿਗਾਹ 'ਚ ਖਿਲਾਰੀਆਂ ਜਿੰਦਾ ਦੋ ਮਾਸੂਮ ਸੱਚ ਦੀਆਂ ਵੈਰੀਆਂ ਨਿਗਾਹ 'ਚ ਖਿਲਾਰੀਆਂ ਕੋਮਲਾ ਸੁਣਾ ਕੇ ਨੂਰੇ ਮਾਹੀ ਵਿਥਿਆ ਦੀ ਰੋ ਰੋ ਪੱਪਾ ਮਾਰੀਆਂ ਦੀ ਰੋ ਰੋ ਪੱਪਾ ਮਾਰੀਆਂ ਕੋਮਲਾ ਸੁਣਾ ਕੇ ਨੂਰੇ ਮਾਹੀ ਵਿਥਿਆ ਦੀ ਰੋ ਰੋ ਪੱਪਾ ਮਾਰੀਆਂ ਪੰਛੀ ਵੀ ਉਹ ਸੁਣ ਸੋਗ ਵਿੱਚ ਡੁੱਬ ਗਏ ਰੋਏ ਜਾਰੋ ਜਾਰ ਜੀਓ ਪੰਛੀ ਵੀ ਉਹ ਸੁਣ ਸੋਗ ਵਿੱਚ ਡੁੱਬ ਗਏ ਰੋਏ ਜਾਰੋ ਜਾਰ ਜੀ ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ ਉਮਰਾਂ ਤੋਂ ਵੱਡੀ ਕੁਰਬਾਨੀ ਕਰ ਗਏ ਤੇਰੇ ਛੋਟੇ ਲਾਲ ਜੀ ਹੋ ਸਾਹਿਬਜ਼ਾਦਿਆਂ ਦੇ ਬਾਰੇ ਨੂਰੇ ਮਾਹੀ ਨੇ ਮੇਰੇ ਸਤਿਗੁਰੂ ਦਾਤਾਰ ਪਿਤਾ ਦੇ ਚਰਨਾਂ ਦੇ ਵਿੱਚ ਸਾਰੀਆਂ ਗੱਲਾਂ ਨੂੰ ਬਿਆਨ ਕੀਤਾ। ਮਹਾਰਾਜ ਸਾਧ ਸੰਗਤ ਸਾਰੀਆਂ ਗੱਲਾਂ ਨੂੰ ਸੁਣਦੇ ਤੇ ਸਤਿਗੁਰਾਂ ਮਹਾਰਾਜ ਦੇ ਨਾ ਹੱਥ ਦੇ ਵਿੱਚ ਇੱਕ ਤੀਰ ਹੈ, ਨਾਲੇ ਉਸ ਵਾਰਤਾ ਨੂੰ ਸੁਣਦੇ ਨੇ, ਨਾਲੇ ਸਾਧ ਸੰਗਤ ਜਿਹੜਾ ਸਾਹਮਣੇ ਕਾਈ ਦਾ ਬੂਟਾ ਛੋਟਾ ਜਿਹਾ ਲੱਗਿਆ ਹੈ ਨਾ, ਮਹਾਰਾਜ ਉਸ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਉਹ ਤੀਰ ਨੂੰ ਫੇਰਦੇ ਨੇ। ਜਦੋਂ ਨੂਰੇ ਨੇ ਸਾਰੀਆਂ ਗੱਲਾਂ ਨੂੰ ਸੁਣਾਇਆ ਤੇ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਪਿਆ। ਮੇਰੇ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਤੋਂ ਕਾਈ ਦਾ ਬੂਟਾ ਤੀਰ ਦੀ ਨੋਕ ਦੇ ਨਾਲ ਪੁੱਟਿਆ ਤੇ ਇਹ ਗੱਲ ਆਖੀ। ਮਹਾਰਾਜ ਕਹਿੰਦੇ ਮੁਗਲ ਰਾਜ ਦੀ ਇਸ ਧਰਤੀ ਤੋਂ ਜ਼ੁਲਮ ਰਾਜ ਦੀ ਜੜ ਪੁੱਟੀ ਗਈ। ਸਤਿਗੁਰੂ ਮਹਾਰਾਜ ਦਾ ਆ ਫਰਮਾਨ ਹੋਇਆ ਤੇ ਗੁਰੂ ਪਿਆਰ ਵਾਲਿਓ ਜਿਹੜਾ ਕੋਲ ਖੜਾ ਹੈ ਨਾ ਰਾਏ ਕੱਲਾ ਵੀ ਮੁਸਲਮਾਨ ਹੈ। ਮਹਾਰਾਜ ਦੇ ਚਰਨਾਂ ਦੇ ਉੱਤੇ ਢਹਿ ਪਿਆ, ਕਹਿੰਦਾ ਸਤਿਗੁਰੂ ਜੀ ਮੈਂ ਵੀ ਮੁਸਲਮਾਨ ਆ, ਕਿ ਮੇਰਾ ਰਾਜ ਵੀ ਨਹੀਂ ਰਹੇਗਾ। ਤੇ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿਣ ਲੱਗੇ ਇਹ ਜ਼ੁਲਮ ਰਾਜ ਦੀ ਗੱਲ ਮਹਾਰਾਜ ਕਹਿੰਦੇ ਆਖੀ ਹੈ। ਜਿਹੜਾ ਜ਼ੁਲਮ ਕਰਦਾ ਹੈ ਇਸ ਧਰਤੀ ਦੇ ਉੱਤੇ ਕੋਈ ਵੀ ਹੋਵੇ, ਉਹ ਜ਼ੁਲਮ ਕਰਨ ਵਾਲੇ ਦਾ ਰਾਜ ਨਹੀਂ ਰਹੇਗਾ। ਇਸ ਧਰਤੀ ਦੇ ਉੱਤੋਂ ਮੁਗਲ ਰਾਜ ਦੀ ਜ਼ੁਲਮ ਰਾਜ ਦੀ ਜੜ ਪੁੱਟੀ ਗਈ। ਜਦੋਂ ਸਾਧ ਸੰਗਤ ਮਹਾਰਾਜ ਨੇ ਆਹ ਬਚਨ ਕੀਤੇ ਨਾ, ਤੇ ਗੁਰੂ ਪਿਆਰ ਵਾਲਿਓ ਉਸ ਤੋਂ ਬਾਅਦ ਸਤਿਗੁਰੂ ਦਾਤਾਰ ਪਿਤਾ ਅੱਗੇ ਦਮਦਮਾ ਸਾਹਿਬ ਦੀ ਧਰਤੀ ਦੇ ਵੱਲ ਨੂੰ ਗਏ ਨੇ। ਮੇਰੇ ਸਤਿਗੁਰੂ ਦਾਤਾਰ ਪਿਤਾ ਨੇ ਸਾਧ ਸੰਗਤ ਨੂਰੇ ਮਾਹੀ ਨੂੰ ਇਹ ਗੱਲ ਆਖੀ, ਕਹਿੰਦੇ ਨੂਰਿਆ ਸਦਾ ਹੀ ਆਬਾਦ ਰਹੇਗਾ, ਤੇਰਾ ਨਾਮ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਰਹੇਗਾ। ਜਿਹੜੀ ਸੇਵਾ ਤੂੰ ਨਿਭਾਈ ਹੈ ਨਾ, ਉਹ ਸੇਵਾ ਬੜੀ ਡਾਢੀ ਹੈ, ਉਹ ਸੇਵਾ ਬੜੀ ਵੱਡੀ ਹੈ। ਤੇ ਸਾਧ ਸੰਗਤ ਨੂਰਾ ਮਨ ਦੇ ਵਿੱਚ ਸੋਚਦਾ ਸੀ ਮੇਰਾ ਗੁਰੂ ਮੈਨੂੰ ਗਲ ਦੇ ਨਾਲ ਲਾਏਗਾ। ਮੇਰੇ ਸਤਿਗੁਰੂ ਮਹਾਰਾਜ ਨੇ ਨੂਰੇ ਨੂੰ ਗਲ ਦੇ ਨਾਲ ਲਾਇਆ, ਕੰਠ ਦੇ ਨਾਲ ਲਾਇਆ। ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਉਹ ਪੌਰਾ ਨੂਰਾ ਮਾਹੀ ਅੱਜ ਸਾਧ ਸੰਗਤ ਜੀ ਨੂੰ ਪ੍ਰੇਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਤੇ ਯਾਦ ਉਹਨਾਂ ਨੂੰ ਵੀ ਲੋਕੀ ਕਰਦੇ ਨੇ, ਪਰ ਸਾਧ ਸੰਗਤ ਉਹਨਾਂ ਦੇ ਉਸ ਧਰਤੀ ਦੇ ਉੱਤੇ ਉਹਨਾਂ ਦੇ ਕੀਤੇ ਹੋਏ ਕਾਰਜ ਦੇ ਨਾਲ ਖੁਸ਼ ਕੋਈ ਨਹੀਂ। ਗੰਗੂ ਦੀ ਗੱਲ ਵੀ ਸਾਰੇ ਕਰਦੇ ਨੇ, ਜੋ ਕੁਝ ਗੰਗੂ ਨੇ ਕੀਤਾ, ਜਿਹੜੀ ਮਾਲਕ ਨੇ ਸਾਧ ਸੰਗਤ ਉਹਦੀ ਡਿਊਟੀ ਲਾਈ ਨਾ, ਇਹ ਗੱਲ ਯਾਦ ਰੱਖਿਓ, ਗੁਰੂ ਦੇ ਕੋਲ ਰਹਿਣ ਵਾਲਾ ਜ਼ਰੂਰੀ ਨਹੀਂ ਗੁਰੂ ਨੂੰ ਪ੍ਰੇਮ ਕਰਨ ਵਾਲਾ ਹੋਵੇ। ਤੇ ਸਾਧ ਸੰਗਤ ਹੁਣ ਗੰਗੂ ਗੁਰੂ ਘਰ ਦੇ ਵਿੱਚ ਰਹਿੰਦਾ ਹੈ। ਗੁਰੂ ਘਰ ਦੇ ਵਿੱਚ ਰਹਿ ਕੇ ਕਿੰਨੇ ਸਾਲ ਉਹਨੇ ਸੇਵਾ ਕੀਤੀ, ਪਰ ਸਾਧ ਸੰਗਤ ਆਖਰਕਾਰ ਚੰਦ ਮੋਹਰਾਂ ਦੇ ਲਾਲਚ ਦੀ ਖਾਤਰ ਉਹਨੇ ਗਦਾਰੀ ਕੀਤੀ, ਗੁਰੂ ਦੇ ਨਾਲ ਗਦਾਰੀ ਕੀਤੀ। ਤੇ ਸਾਧ ਸੰਗਤ ਤੋਂ ਮੋਹਰਾਂ ਸਦੀਵੀ ਨਹੀਂ ਰਹਿਣੀਆਂ, ਇਹ ਧਨ ਹਮੇਸ਼ਾ ਲਈ ਰਹਿਣਾ। ਸਤਿਗੁਰੂ ਮਹਾਰਾਜ ਆਪਣੇ ਸਿੱਖ ਨੂੰ ਇੱਕ ਗੱਲ ਆਖਦੇ ਨੇ ਕਿ ਗੁਰੂ ਕਿਆ ਸਿੱਖਾ, ਇਸ ਧਰਤੀ ਦੇ ਉੱਤੇ ਨਾ ਤੂੰ ਰਹਿਣਾ ਨਾ ਇਸ ਧਨ ਨੇ ਰਹਿਣਾ, ਜਿਹੜੇ ਚੀਜ਼ ਨੇ ਰਹਿਣਾ ਹੈ ਨਾ, ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਇਸ ਧਰਤੀ ਦੇ ਉੱਤੇ ਸਾਧ ਸੰਗਤ ਕੇਵਲ ਗੁਰੂ ਦਾ ਨਾਮ ਰਹਿਣਾ, ਕੇਵਲ ਉਹ ਸਾਧੂ ਨੇ ਰਹਿਣਾ ਜਿਹੜੇ ਸਾਧੂ ਨੇ ਗੁਰੂ ਦੀ ਸੇਵਾ ਨੂੰ ਕਮਾਇਆ। ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਹਾਂ ਨਾ, ਮੈਂ ਦੁਬਾਰਾ ਫਿਰ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਇਤਿਹਾਸ ਨੂੰ ਆਪਣੇ ਘਰ ਲੈ ਕੇ ਜਾਈਏ, ਇਤਿਹਾਸ ਨੂੰ ਕੇਵਲ ਕੰਨ ਰਸ ਨਾ ਬਣਾਈਏ। ਜੇ ਇਤਿਹਾਸ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲਿਆ ਨਾ, ਮੇਰੇ ਸਤਿਗੁਰੂ ਦੇ ਬੋਲਾਂ ਨੂੰ ਜੀਵਨ ਦੇ ਵਿੱਚ ਕਮਾ ਲਿਆ, ਤੇ ਸਤਿਗੁਰੂ ਮਹਾਰਾਜ ਐਸੀ ਬਖਸ਼ਿਸ਼ ਕਰਦੇ ਨੇ। ਆਪਣੇ ਪੁੱਤਰ ਸਾਧ ਸੰਗਤ ਪ੍ਰਬੰਧਕ ਜਨ ਦੱਸਦੇ ਸੀ ਕਿ ਗੁਰਦੁਆਰਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰਮਤਿ ਦੀ ਕਲਾਸ ਚੱਲਦੀ ਹੈ, ਬੱਚੇ ਉਹਦੇ ਵਿੱਚ ਆਉਂਦੇ ਨੇ।
ਇਹ ਸਿੱਖਿਆ ਨੂੰ ਹਾਸਲ ਕਰਦੇ ਨੇ। ਤੇ ਗੁਰੂ ਪਿਆਰ ਵਾਲਿਓ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ, ਪ੍ਰਬੰਧਕ ਜਨਾਂ ਦੇ ਇਸ ਕਾਰਜ ਦਾ ਅਸੀਂ ਸਾਧ ਸੰਗਤ ਹਮਾਇਤ ਕਰੀਏ। ਆਪਣੇ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ ਇਸ ਕਲਾਸ ਦੇ ਵਿੱਚ ਭੇਜੀਏ ਜਾਂ ਤਾਂ ਜੋ ਉਹਨਾਂ ਨੂੰ ਗੁਰਸਿੱਖੀ ਦੇ ਬਾਰੇ ਪਤਾ ਲੱਗੇ। ਬਹੁਤੇ ਸਿੱਖਾਂ ਦੇ ਘਰਾਂ ਦੀ ਪਤਾ ਕੀ ਹਾਲਤ ਹੈ। ਮੈਂ ਕਈ ਵਾਰੀ ਇਤਿਹਾਸ ਦਾ ਵੀ ਇੱਕ ਪੰਨਾ ਸਾਂਝਾ ਕਰਦਾ ਹੁੰਦਾ, ਖੈਰ ਸਮਾਂ ਨਹੀਂ। ਸਾਡੇ ਘਰਾਂ ਦੇ ਵਿੱਚ ਇਸ ਗੱਲ ਦਾ ਨਹੀਂ ਸਾਨੂੰ ਪਤਾ ਵੀ ਗੁਰੂ ਘਰ ਦੇ ਵਿੱਚ ਇੱਕ ਧਾਰਮਿਕ ਦਰਬਾਰ ਹੈ ਤੇ ਧਾਰਮਿਕ ਦਰਬਾਰ ਦੇ ਉੱਤੇ ਸ਼ਸਤਰਾਂ ਦਾ ਕੀ ਕੰਮ ਹੁੰਦਾ ਹੈ। ਧਾਰਮਿਕ ਦਰਬਾਰ ਦੇ ਉੱਤੇ ਮਹਾਰਾਜ ਨੇ ਸ਼ਸਤਰ ਕਿਉਂ ਰੱਖੇ, ਬਹੁਤਿਆਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ। ਤੇ ਜੇ ਸਾਨੂੰ ਕਿਸੇ ਨੇ ਸਵਾਲ ਕਰਿਆ ਨਾ ਤੇ ਅਸੀਂ ਜਵਾਬ ਕੀ ਦੇਵਾਂਗੇ। ਮੈਂ ਬੇਨਤੀ ਕਰਾਂ, ਕਈ ਵਾਰੀ ਸਾਨੂੰ ਵੀ ਸਵਾਲ ਕਰਦੇ ਨੇ ਜਿਹੜੇ ਪ੍ਰੇਮ ਵਾਲੇ ਵੀਰ ਹੁੰਦੇ ਨੇ ਨਾ, ਉਹ ਕਈ ਵਾਰੀ ਮਖੌਲ ਦੇ ਨਾਲ ਹੀ ਸਵਾਲ ਕਰ ਦਿੰਦੇ ਨੇ, ਵੀਰ ਜੀ ਕਰਨਾ ਤਾਂ ਤੁਸੀਂ ਪ੍ਰਚਾਰ ਹੁੰਦਾ, ਗਾਉਣੀ ਤੁਸੀਂ ਕਵੀਸ਼ਰੀ ਹੁੰਦੀ ਹੈ, ਤੇ ਫਿਰ ਆ ਸ਼ਸਤਰ ਕਿਉਂ ਲੈ ਕੇ ਆਉਂਦੇ ਹੋ। ਮੈਂ ਕਹਿੰਦਾ ਉਹਨਾਂ ਵੀਰਾ, ਮਹਾਰਾਜ ਕਹਿੰਦੇ ਨੇ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ ਬਿਨ ਸ਼ਸਤਰੰ ਕੇ ਸੰਗਦਰੰਗ ਭੇੜ ਜਾਨੋ ਗਾਹੇ ਕਾਣ ਤਾਕੋ ਕਿਤੇ ਲੈ ਸਧਾਨੋ। ਤੇ ਮੈਂ ਮਖੌਲ ਨਾ ਕਹਿੰਦਾ ਉਹਨਾਂ ਵੀਰਾਂ ਨੂੰ ਤੁਹਾਡੀ ਸੁਣੀਏ ਕਿ ਗੁਰੂ ਮਹਾਰਾਜ ਦੀ ਸੁਣੀਏ। ਜਦੋਂ ਸਤਿਗੁਰੂ ਮਹਾਰਾਜ ਨੇ ਆਖਿਆ ਨਾ, ਇਹ ਮੋਰ ਆਗਿਆ ਸੁਨੋ ਸਿੱਖ ਪਿਆਰੇ ਬਿਨਾ ਤੇ ਕੇ ਸੰਗ ਦੇਵੋ ਨਾ ਦਿਦਾਰੇ। ਮਹਾਰਾਜ ਕਹਿੰਦੇ ਜੇ ਸਿੱਖਾ ਮੇਰੇ ਕੋਲੇ ਆਉਣਾ ਹੈ ਨਾ, ਮੇਰੀ ਖੁਸ਼ੀ ਫੇਰ ਮਿਲੇਗੀ। ਮੈਂ ਤੈਨੂੰ ਗਲ ਦੇ ਨਾਲ ਲਾਵਾਂਗਾ ਜਦੋਂ ਸਿੱਖਾ ਤੇਰੇ ਤਨ ਦੇ ਉੱਤੇ ਸ਼ਸਤਰ ਹੋਏਗਾ, ਤੇਰੇ ਸਿਰ ਦੇ ਉੱਤੇ ਦਸਤਾਰਾ ਸਜਿਆ ਹੋਏਗਾ। ਅੱਜ ਆਪਣੇ ਅੰਦਰ ਝਾਤੀ ਮਾਰੀਏ, ਕਦੇ ਸ਼ੀਸ਼ੇ ਮੂਰੇ ਖੜ ਕੇ ਇਹ ਸੋਚਿਓ ਵੀ ਸਾਡਾ ਚਿਹਰਾ ਮੋਹਰਾ ਬਾਬਾ ਅਜੀਤ ਸਿੰਘ ਸਾਹਿਬ ਵਰਗਾ ਹੈ। ਸਤਿਗੁਰੂ ਮਹਾਰਾਜ ਨੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਜੰਗ ਦੇ ਮੈਦਾਨ 'ਚ ਕੁਰਬਾਨ ਕੀਤਾ, ਕਿਉਂਕਿ ਇਹ ਗੱਲ ਆਖੀ ਸੀ ਕਿ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁਧ ਚਾਰ ਚਾਰ ਮੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰੇ। ਗੱਲ ਆਖੀ ਸੀ ਵੀ ਇਹਨਾਂ ਦੀ ਖਾਤਰ 4 ਪੁੱਤਰ ਕੁਰਬਾਨ ਕੀਤੇ ਨੇ। ਇਹਨਾਂ ਦੇ ਵਿੱਚੋਂ ਜਦੋਂ ਨੌਜਵਾਨ ਹੋਏਗਾ ਤੇ ਫੁੱਟ ਦੇ ਮਸ਼ਵਰੇ ਹੋਣਗੇ, ਉਹਦੇ ਸਿਰ ਦੇ ਦਸਤਾਰਾ ਸਜਾਏਗਾ। ਮੈਂ ਕਹਿ ਦੇਵਾਂਗਾ ਕੌਣ ਕਹਿੰਦਾ ਮੇਰਾ ਅਜੀਤ ਸਿੰਘ ਸ਼ਹੀਦ ਹੋ ਗਿਆ, ਆ ਖੜਾ ਮੇਰਾ ਅਜੀਤ ਸਿੰਘ। ਛੋਟਾ ਜਿਹਾ ਬੱਚਾ ਹੋਏਗਾ, ਜਦੋਂ ਉਹਦੀ ਮਾਤਾ, ਉਹਦਾ ਪਿਤਾ ਉਹਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਇਤਿਹਾਸ ਸੁਣਾਏਗਾ, ਉਹਦੇ ਸਿਰ ਤੇ ਦਸਤਾਰ ਸਜਾਏਗਾ, ਉਹਨੂੰ ਗੁਰਬਾਣੀ ਪੜ੍ਹਨ ਵਾਸਤੇ ਆਖੇਗਾ, ਉਹਦੇ ਕੋਲ ਬੈਠ ਕੇ ਜਾਪ ਕਰੇਗਾ। ਮੈਂ ਕਹਿ ਦੇਵਾਂਗਾ ਕੌਣ ਕਹਿੰਦਾ ਮੇਰਾ ਫਤਿਹ ਸਿੰਘ ਸ਼ਹੀਦ ਹੋ ਗਿਆ, ਆ ਖੜਾ ਮੇਰਾ ਫਤਿਹ ਸਿੰਘ। ਸਤਿ ਸ੍ਰੀ ਅਕਾਲ। ਪਰ ਕਦੇ ਆਪਣੇ ਨਾ ਅੰਦਰ ਝਾਤੀ ਮਾਰਿਓ ਵੀ ਅਸੀਂ ਗੁਰੂ ਨੂੰ ਇਹ ਕਹਿਣ ਦਾ ਮੌਕਾ ਦਿੱਤਾ। ਸ਼ੀਸ਼ੇ ਸਾਹਮਣੇ ਕਰਕੇ ਮੇਰੇ ਨੌਜਵਾਨ ਵੀਰ ਬੈਠੇ ਨੇ, ਮੇਰੀਆਂ ਭੈਣਾਂ ਬੈਠੀਆਂ ਨੇ, ਸ਼ੀਸ਼ੇ ਦੇ ਸਾਹਮਣੇ ਖੜ ਕੇ ਇੱਕ ਵਾਰੀ ਆਪਣੇ ਅੰਦਰ ਝਾਤ ਮਾਰਿਓ, ਆਪਣੇ ਚਿਹਰੇ ਮੂਹਰੇ ਨੂੰ ਵੇਖਿਓ ਵੀ ਸਾਡਾ ਚਿਹਰਾ ਮੂਹਰਾ ਬਾਬਾ ਅਜੀਤ ਸਿੰਘ ਸਾਹਿਬ ਵਰਗਾ ਹੈ, ਬਾਬਾ ਜੁਝਾਰ ਸਿੰਘ ਜੀ ਵਰਗਾ ਹੈ। ਸਾਡਾ ਚਿਹਰਾ ਮੂਹਰਾ ਆਪਣੀ ਮਾਤਾ ਸਾਹਿਬ ਕੌਰ ਜੀ ਵਰਗਾ ਹੈ, ਮਾਤਾ ਸੁੰਦਰ ਕੌਰ ਜੀ ਵਰਗਾ ਹੈ, ਮਾਤਾ ਗੁਜਰੀ ਜੀ ਦੇ ਵਰਗਾ ਹੈ। ਜੇ ਸਾਧ ਸੰਗਤ ਨਹੀਂ ਨਾ ਤੇ ਆਪਣੇ ਅੰਦਰ ਲੱਭੀਏ ਵੀ ਘਾਟ ਕਿੱਥੇ ਹੈ, ਘਾਟ ਕਿੱਥੇ ਹੈ, ਸਾਨੂੰ ਪਤਾ ਕਿਸੇ ਗੱਲ ਦਾ ਨਹੀਂ। ਮੈਂ ਬੇਨਤੀ ਕਰਾਂ, ਗੁਰਦੁਆਰਾ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ ਆਪਾਂ ਸੇਧ ਲੈਣੀ ਹੈ। ਤੇ ਸਾਧ ਸੰਗਤ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਨਾ, ਉਹਨਾਂ ਨੂੰ ਆ ਕੇ ਇਹ ਬੇਨਤੀ ਕਰਿਆ ਕਰੀਏ ਕਿ ਸਾਨੂੰ ਇਤਿਹਾਸ ਦੱਸੋ, ਸਾਨੂੰ ਇਤਿਹਾਸ ਦੀਆਂ ਸਾਖੀਆਂ ਸੁਣਾਓ, ਸਾਨੂੰ ਗੁਰੂ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਵਾਓ। ਜੇ ਸਾਡੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੈ, ਅਸੀਂ ਆ ਕੇ ਇਹਨਾਂ ਨੂੰ ਪੁੱਛੀਏ ਕਿ ਸਾਨੂੰ ਇਤਿਹਾਸ ਦੇ ਵਿੱਚ ਆਹ ਗੱਲ ਪੜ੍ਹਨ ਵਾਸਤੇ ਮਿਲੀ ਹੈ, ਇਹ ਗੱਲ ਸਾਨੂੰ ਦੱਸੋ, ਇਹ ਕਿਸ ਤਰ੍ਹਾਂ ਹੈ। ਫਿਰ ਅਸੀਂ ਹੱਕਦਾਰ ਹਾਂ। ਜਿਨ ਕੇ ਪੁਰਬ ਮਨਾਤੇ ਹੋ ਉਨਕੀ ਬਾਤ ਵੀ ਸਮਝੋ, ਉਹਨਾਂ ਦੀ ਗੱਲ ਨੂੰ ਸਮਝੀਏ ਵੀ ਉਹਨਾਂ ਨੇ ਇਤਿਹਾਸ ਦੇ ਵਿੱਚ ਸਾਨੂੰ ਕੀ ਕੁਝ ਬਖਸ਼ਿਸ਼ ਕੀਤਾ, ਕੀ ਸਾਡੀ ਝੋਲੀ ਦੇ ਵਿੱਚ ਪਾਇਆ। ਸਾਧ ਸੰਗਤ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ। ਸਾਹਿਬ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਨ ਸਤਿਗੁਰ ਕੀ ਆਗਿਆ ਸਤ ਕਰਮਾਨੀ। ਜਿਨ੍ਹਾਂ ਨੇ ਇਤਿਹਾਸ ਨੂੰ ਕੇਵਲ ਸੁਣਿਆ ਨਹੀਂ, ਸਤ ਕਰਕੇ ਮੰਨਿਆ, ਗਾਇਆ ਵੀ ਉਹਨਾਂ ਦਾ ਪ੍ਰਵਾਨ ਹੈ, ਸੁਣਿਆ ਵੀ ਉਹਨਾਂ ਦਾ ਪ੍ਰਵਾਨ ਹੈ। ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ। ਗਾਉਂਦਿਆਂ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਅਣਜਾਣ ਜਿਹੇ ਬੱਚੇ ਸਮਝ ਕੇ ਖਿਮਾ ਕਰਨੀ ਆ ਜੀ ਸੰਗਤ, ਤੇ ਗੁਰੂ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਆ, ਪ੍ਰਣ ਕਰੀਏ ਕਿ ਮਹਾਰਾਜ ਜੀ ਕਿਰਪਾ ਕਰੋ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆਏ ਆ ਮਹਾਰਾਜ। ਜਿੰਨਾ ਚਿਰ ਅਸੀਂ ਖੁਆਰ ਹੋਏ ਰਹੇ, ਸਤਿਗੁਰੂ ਮਹਾਰਾਜ ਜੀ ਉਹ ਜ਼ਿੰਦਗੀ ਨੂੰ ਬਾਹਰ ਕੱਢ ਦਿਓ। ਹੁਣ ਤੁਹਾਡੇ ਚਰਨਾਂ ਦੇ ਵਿੱਚ ਆਏ ਆ ਮਹਾਰਾਜ। ਜਿੰਨੇ ਕੁ ਸਵਾਸ ਨੇ, ਜਿੰਨੀ ਜ਼ਿੰਦਗੀ ਹੈ, ਆਪਣੇ ਚਰਨਾਂ ਦੇ ਨਾਲ ਜੋੜ ਕੇ ਸਤਿਗੁਰੂ ਜੀ ਸਾਨੂੰ ਪ੍ਰੇਮ ਬਖਸ਼ਿਸ਼ ਕਰਿਓ। ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਬਹੁਤ ਬਹੁਤ ਧੰਨਵਾਦ ਪ੍ਰਬੰਧਕ ਸੱਜਣਾ ਦਾ। ਤੇ ਮੈਂ ਦੁਬਾਰਾ ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਜਿਹੜਾ ਕਾਰਜ ਆਪ ਜੀ ਦੇ ਇਸ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਪਾਵਨ ਧਰਤੀ ਤੇ ਹੋ ਰਿਹਾ ਹੈ ਨਾ,
ਸਾਧ ਸੰਗਤ ਤੇ ਕਾਰਜ ਬਹੁਤ ਘੱਟ ਗੁਰੂ ਘਰਾਂ ਦੇ ਵਿੱਚ, ਬਹੁਤ ਘੱਟ ਪਿੰਡਾਂ ਦੇ ਵਿੱਚ ਵੇਖਣ ਵਾਸਤੇ ਮਿਲਦਾ ਹੈ। ਮੈਂ ਬੇਨਤੀ ਕਰਾਂ ਇਸ ਕਾਰਜ ਨੂੰ ਆਪਾਂ ਸਿਰੇ ਲਾਈਏ, ਇਸ ਕਾਰਜ ਨੂੰ ਆਪਾਂ ਇਸੇ ਤਰ੍ਹਾਂ ਕੰਟੀਨਿਊ ਰੱਖੀਏ, ਆਪਾਂ ਸਹਿਯੋਗ ਦਈਏ ਤੇ ਆਪਣੇ ਪੁੱਤਰਾਂ ਨੂੰ ਸਿੱਖੀ ਦੇ ਨੇੜੇ ਲੈ ਕੇ ਆਈਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ, ਮੇਰੇ ਸਤਿਗੁਰੂ ਦਾਤਾਰ ਪਿਤਾ ਪ੍ਰਬੰਧਕ ਜਨਾਂ ਦੇ ਪਾਸੋਂ ਵੀ ਹੁਕਮ ਆਇਆ। ਉਹਨਾਂ ਨੇ ਇਹ ਗੱਲ ਆਖੀ ਵੀ ਆਪਣੇ ਬੱਚਿਆਂ ਨੂੰ ਜਿਹੜੀ ਹੁਣ ਸ਼ਸਤਰ ਵਿਦਿਆ ਦੀ ਕਲਾਸ ਹੈ, ਗੱਤਕੇ ਦੀ ਕਲਾਸ ਹੈ, ਉਹਨਾਂ ਕਲਾਸਾਂ ਦੇ ਵਿੱਚ ਵੀ ਅਸੀਂ ਆਪਣੇ ਬੱਚਿਆਂ ਨੂੰ ਭੇਜਿਆ ਕਰੀਏ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਆਪਣੇ ਸਿੱਖ ਨੂੰ, ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਬਈ ਸ਼ਸਤਰ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਪਾਏ ਨੇ ਤੇ ਮਹਾਰਾਜ ਨੇ ਗੱਲ ਆਖੀ ਹੈ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ ਤਿਸ ਬਿਗਰੇ ਕਾਜ। ਜਿਹੜਾ ਸ਼ਸਤਰ ਗੁਰੂ ਨੇ ਬਖਸ਼ਿਸ਼ ਕੀਤਾ ਹੈ ਨਾ, ਉਹਨੂੰ ਕੇਵਲ ਸ਼ਸਤਰ ਨਾ ਜਾਣੀਏ, ਉਹਨੂੰ ਗੁਰੂ ਦਾ ਦਿੱਤਾ ਹੋਇਆ ਤੋਹਫਾ ਜਾਣੀਏ। ਤੇ ਜੇ ਸਾਨੂੰ ਕੋਈ ਪ੍ਰੇਮ ਦੇ ਨਾਲ ਤੋਹਫਾ ਦੇਵੇ ਨਾ, ਆਪਾਂ ਮਨਾ ਕਰ ਦਈਏ ਵੀ ਸਾਨੂੰ ਤੇਰਾ ਤੋਹਫਾ ਨਹੀਂ ਚਾਹੀਦਾ, ਉਹਦਾ ਦਿਲ ਕਿੰਨਾ ਦੁਖੇਗਾ। ਤੇ ਜਿਹੜਾ ਤੋਹਫਾ ਗੁਰੂ ਨੇ ਸਾਨੂੰ ਦਿੱਤਾ, ਜਿਹੜੇ 5 ਕਕਾਰ ਗੁਰੂ ਮਹਾਰਾਜ ਨੇ ਸਾਨੂੰ ਦਿੱਤੇ, ਜਿਹੜੀ ਗੁਰਬਾਣੀ, ਜਿਹੜੀ ਸ਼ਸਤਰ ਵਿਦਿਆ ਗੁਰੂ ਨੇ ਸਾਨੂੰ ਦਿੱਤੀ ਹੈ ਨਾ, ਜੇ ਅਸੀਂ ਉਹ ਤੋਂ ਵਾਂਝੇ ਰਹੀਏ ਤਾਂ ਮੈਂ ਬੇਨਤੀ ਕਰਾਂ ਸਾਧ ਸੰਗਤ, ਸਾਡੀ ਗੱਤ ਨਹੀਂ। ਸਤਿਗੁਰੂ ਮਹਾਰਾਜ ਨੇ ਜਿੱਥੇ ਸ਼ਸਤਰਧਾਰੀ ਹੋਣ ਵਾਸਤੇ ਆਖਿਆ, ਆਪਾਂ ਸ਼ਸਤਰਧਾਰੀ ਵੀ ਹੋਣਾ, ਅੰਮ੍ਰਿਤ ਵੀ ਛਕਣਾ, ਗੁਰੂ ਵਾਲੇ ਵੀ ਬਣਨਾ ਹੈ ਤੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਸਾਧ ਸੰਗਤ ਆਪਾਂ ਗੁਰੂ ਦਾ ਸਿਮਰਨ ਵੀ ਕਰਨਾ ਹੈ। ਇਸ ਕਰਕੇ ਮਹਾਰਾਜ ਨੇ ਇਹ ਸਿੱਖ ਤਿਆਰ ਕੀਤਾ, ਜਿਹੜਾ ਸੰਤ ਕੇਵਲ ਸੰਤ ਨਹੀਂ, ਮਹਾਰਾਜ ਨੇ ਸੰਤ ਤੇ ਸਿਪਾਹੀ ਤਿਆਰ ਕੀਤਾ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 2 ਕਨਸੈਪਟ ਦਿੱਤੇ ਨੇ ਸਾਧ ਸੰਗਤ, ਇੱਕ ਮੀਰੀ ਦਾ ਤੇ ਦੂਜਾ ਪੀਰੀ ਦਾ। 2 ਸ਼ਸਤਰ ਧਾਰਨ ਕੀਤੇ, ਮੀਰੀ ਤੇ ਪੀਰੀ ਦੇ, ਕਿ ਇਸ ਧਰਤੀ ਦੇ ਉੱਤੇ ਸਾਧ ਸੰਗਤ ਸੰਤ ਵੀ ਹੈ, ਸਿਪਾਹੀ ਵੀ ਹੈ, ਭਗਤੀ ਵੀ ਹੈ ਤੇ ਸ਼ਕਤੀ ਵੀ ਹੈ। ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਆ। ਸਤਿਗੁਰੂ ਜੀ ਤੁਹਾਡਾ ਕਦਮ ਕਦਮ ਲੇਖੇ ਦੇ ਵਿੱਚ ਲਾਉਣ, ਸਾਰੀ ਸੰਗਤ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਮੇਰੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਧ ਸੰਗਤ ਆਪ ਸੰਗਤ ਦੇ ਅੱਗੇ ਖੜ ਕੇ ਕੁਝ ਕਹਿਣ ਦਾ ਬਲ ਦਾਸ ਰਹਿਣ ਦੀ ਝੋਲੀ ਦੇ ਵਿੱਚ ਪਾਇਆ, ਨਹੀਂ ਤਾਂ ਉਹ ਆਪੋ ਬੋਲਣਾ ਜਾਣਦਾ। ਮੈਂ ਕਹਿਆ ਸਭ ਹੁਕਮ ਆਓ ਜਿਉ, ਜਿਵੇਂ ਮੇਰੇ ਸਤਿਗੁਰਾਂ ਨੇ ਹੁਕਮ ਕੀਤਾ। ਇਤਿਹਾਸ ਮੈਂ ਆਪ ਜੀ ਦੀ ਖਿਦਮਤ ਦੇ ਵਿੱਚ ਰੱਖਿਆ। ਆਓ ਸਾਹਿਬਜ਼ਾਦਿਆਂ ਦੀ ਯਾਦ ਦੇ ਅੰਦਰ ਜੁੜ ਮਿਲ ਕਰਕੇ ਬੈਠੇ ਆ, ਮਾਤਾ ਜੀ ਦੀ ਯਾਦ ਦੇ ਅੰਦਰ ਜੁੜ ਮਿਲ ਕਰਕੇ ਬੈਠੇ ਆ, ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੇ ਆ। ਫਤਿਹ ਅਰਜ਼ ਕਰਨ ਲੱਗਾ, ਗੱਜ ਵੱਜ ਕੇ ਫਤਿਹ ਦਾ ਜਵਾਬ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।